ਹੁਣ ਗੁਰੂ ਨਾਨਕ ਦੇਵ ਮਹਾਰਾਜ ਨੇ ਆਪ ਹੀ ਵਿਧੀ ਬਣਾਉਣੀ ਸੀ, ਆਪ ਹੀ ਢੰਗ ਤਰੀਕਾ ਇੱਕ ਜੁਗਤੀ ਰਚੀ। ਦੀਨਾ ਬੰਧੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਭੁੱਖ ਲਵਾਈ। 2 ਦਿਨ ਬੀਤ ਗਏ। ਇਤਿਹਾਸ ਮੁਤਾਬਕ ਸੁਲਤਾਨਪੁਰ ਦੀ ਧਰਤੀ ਤੋਂ ਬਾਰ-ਬਾਰ ਹਜ਼ੂਰ ਬੈਠੇ ਆ ਉਜਾੜ ਦੇ ਵਿੱਚ। ਭਾਈ ਮਰਦਾਨੇ ਨੇ ਗਲ ਵਿੱਚ ਪੱਲੂ ਪਾਇਆ, ਨੇਤਰ ਨੀਵੇਂ ਕੀਤੇ, ਦੋਵੇਂ ਹੱਥ ਚੌਂਕੜਾ, ਦੋਵੇਂ ਹੱਥ ਜੋੜ ਕੇ ਹਜ਼ੂਰ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਤੁਸੀਂ ਤਾਂ ਗੰਮੀ ਅਵਸਥਾ ਦੇ ਵਿੱਚੋਂ ਭੋਜਨੰ ਗੋਪਾਲ ਕੀਰਤਨੰ, ਜਿਹੜੇ ਰੱਬ ਦੇ ਪਿਆਰੇ ਆ ਨਾ, ਜਿਨ੍ਹਾਂ ਨੂੰ ਨਾਮ ਦਾ ਰਸ ਆਉਣ ਲੱਗ ਪਿਆ, ਉਹ ਕਦੇ ਪ੍ਰਸ਼ਾਦਾ ਅੰਨ ਪਾਣੀ ਛੱਡਦੇ ਨਹੀਂ। ਯਾਦ ਰੱਖਿਓ, ਕਿਉਂਕਿ ਜੇ ਮੈਂ ਇਹ ਗੱਲ ਕਹਾਂ ਵੀ ਪ੍ਰਸ਼ਾਦਾ ਅੰਨ ਪਾਣੀ ਲੰਗਰ ਪਾਣੀ ਪਦਾਰਥ ਛੱਡ ਦਿੰਦੇ ਆ, ਤਾਂ ਇਸ ਸਿਧਾਂਤ ਦੇ ਗੁਰਬਾਣੀ ਦੇ ਗੁਰਮਤ ਦੇ ਉਲਟ ਹੋ ਜਾਵੇਗਾ। ਕਿਉਂਕਿ ਗੁਰੂ ਸਾਹਿਬ ਦੇ ਬਚਨ ਆ, ਛੋੜੈ ਅੰਨ ਕਰੈ ਪਖੰਡ, ਨਾ ਸੁਹਾਗਨ ਨਾ ਹੋਵੇ ਰੰਡ। ਤਤ ਬੀਤੇ ਗੁਰਮੁਖ ਪਿਆਰੇ, ਪਰ ਪ੍ਰਸ਼ਾਦਾ ਕਿਸ ਤਰ੍ਹਾਂ ਛੱਡ ਸਕਦੇ ਆ। ਹੁਣ ਜਿਹੜਾ ਪ੍ਰਸ਼ਾਦਾ ਪਾਣੀ ਆ, ਲੰਗਰ ਪਾਣੀ ਆ, ਪਦਾਰਥ ਆ, ਇਹ ਸਰੀਰ ਦਾ ਇੱਕ ਨਿਰਵਾਹ ਆ। ਪ੍ਰਕਿਰਤੀ ਦੇ ਨਿਯਮ ਮੁਤਾਬਕ ਸਰੀਰ ਦੇ ਲਈ ਪਾਣੀ ਦੀ ਵੀ ਲੋੜ ਹੈ, ਦੁੱਧ ਦੀ ਵੀ ਲੋੜ ਹੈ, ਜਾਣੀ ਪਦਾਰਥ ਦੀ ਵੀ ਲੋੜ ਹੈ, ਜਾਣੀ ਪ੍ਰਸ਼ਾਦੇ ਦੀ ਲੋੜ ਹੈ। ਪਰ ਰੱਬ ਦੇ ਪਿਆਰੇ ਪ੍ਰਸ਼ਾਦਾ ਛੱਡਦੇ ਨਹੀਂ, ਪ੍ਰਸ਼ਾਦਾ ਛੁੱਟ ਜਾਂਦਾ। ਇਹ ਇੱਕ ਅਵਸਥਾ ਹੈ ਜਿੱਥੇ ਭੋਜਨੰ ਗੋਪਾਲ ਕੀਰਤਨੰ, ਗੋ ਸ੍ਰਿਸ਼ਟੀ ਦੀ ਪਾਲ ਪਾਲਣਾ ਕਰਨ ਵਾਲਾ ਰੱਬ। ਕੀਰਤਨੰ, ਕੀਰਤਨੰ ਕਹਿੰਦੀ ਜਸ ਨੂੰ, ਵਡਿਆਈ ਨੂੰ, ਉਪਮਾ ਨੂੰ, ਉਸਤਤ ਨੂੰ। ਰੱਬ ਦੀ ਬੰਦਗੀ ਦੇ ਵਿੱਚ, ਰੱਬ ਦੀ ਉਪਮਾ ਉਸਤਤ ਵਿੱਚ ਇੰਨੇ ਕੁ ਜ਼ਿਆਦਾ ਬੰਦਗੀ ਰੂਪੀ ਵਹਿਣ ਦੇ ਵਿੱਚ ਉਹ ਗੁਰਮੁਖ ਪਿਆਰੇ ਵਹਿ ਜਾਂਦੇ ਆ ਕਿ ਉਹਨਾਂ ਨੂੰ ਪ੍ਰਸ਼ਾਦਾ ਚੇਤੇ ਹੀ ਨਹੀਂ ਰਹਿੰਦਾ। ਛੱਡਣ ਦੀ ਗੱਲ ਨਹੀਂ, ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ। ਬਾਬਾ ਰਾਮ ਕੋਇਰ ਜੀ, ਜਿਨ੍ਹਾਂ ਦਾ ਬਾਅਦ ਵਿੱਚ ਨਾਮ ਭਾਈ ਗੁਰਬਖਸ਼ ਸਿੰਘ ਹੋਇਆ, ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਦਾ ਇਤਿਹਾਸ ਲਿਖਿਆ, ਬਾਬਾ ਬੁੱਢਾ ਜੀ ਦੀ ਅੰਸ਼ ਬੰਸ ਵਿੱਚੋਂ ਸਨ। ਉਹਨਾਂ ਦੇ ਨਾਲ ਇੱਕ ਗੜਵਈ ਹੁੰਦਾ ਸੀ, ਤੇ ਗੜਵਈ ਨੇ ਇੱਕ ਫੀਤਾ ਰੱਖਿਆ ਸੀਗਾ। ਫੀਤਾ ਕਹਿ ਲਵੋ, ਧਾਗਾ ਕਹਿ ਲਵੋ। ਜਦੋਂ ਮਹਾਂਪੁਰਖ ਬਾਬਾ ਗੁਰਬਖਸ਼ ਸਿੰਘ ਜੀ, ਭਾਈ ਰਾਮ ਕੌਰ ਜੀ, ਕਿਉਂਕਿ ਬ੍ਰਹਮ ਗਿਆਨ ਅਵਸਥਾ ਵਿੱਚ ਪਹੁੰਚ ਗਏ ਸੀ, ਜਦੋਂ ਬਾਬਾ ਗੁਰਬਖਸ਼ ਸਿੰਘ ਨੇ ਪ੍ਰਸ਼ਾਦਾ ਛਕਣਾ ਨਾ, ਗੜਵਈ ਸਿੰਘ ਨੇ ਪ੍ਰਸ਼ਾਦਾ ਛਕਾਈ ਜਾਣਾ। ਬਾਬਾ ਗੁਰਬਖਸ਼ ਸਿੰਘ ਜੀ, ਭਾਈ ਰਾਮ ਕੋਇਰ ਜੀ, ਪਹਿਲਾ ਨਾਮ ਭਾਈ ਰਾਮ ਕੋਇਰ ਜੀ ਇਤਿਹਾਸ ਵਿੱਚ ਆਇਆ। ਉਹਨਾਂ ਨੇ ਗੱਫਾ ਛਕੀ ਜਾਣਾ, ਪ੍ਰਸ਼ਾਦਾ ਛਕੀ ਜਾਣਾ।
ਛਕਦਿਆਂ 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 ਉਹਨਾਂ ਨੇ ਨਾ ਨਹੀਂ ਕਰਨੀ। ਐਸੀ ਅਵਸਥਾ ਸੀ ਉਹਨਾਂ ਦੀ, ਛਕੀ ਜਾਣਾ। ਕਹਿੰਦੇ ਗੜਵਈ ਨੇ ਆਪਣੇ ਕੋਲੇ ਉਹ ਫੀਤਾ ਧਾਗਾ ਆਦਿਕ ਰੱਖਿਆ ਸੀਗਾ। ਬਾਬਾ ਜੀ ਦੇ ਪੇਟ ਨੂੰ ਲਾ ਕੇ ਉਹ ਦੇਖ ਲੈਂਦੇ ਸੀ ਵੀ ਹਾਂ ਇੰਨਾ ਪ੍ਰਸ਼ਾਦਾ ਹੁਣ ਛਕ ਲਿਆ, ਜਾਣੀ ਸਰੀਰ ਦੇ ਨਿਰਵਾਹ ਦੇ ਲਈ ਹੁਣ ਠੀਕ ਆ। ਗੜਵਈ ਆਪ ਹੀ ਫਤਿਹ ਕਰ ਦਿੰਦਾ। ਇਹਨੂੰ ਕਹਿੰਦੇ ਆ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ। ਇਹ ਅਵਸਥਾ ਹੀ ਇੱਕ ਇਸ ਤਰ੍ਹਾਂ ਦੀ ਬਣ ਜਾਂਦੀ ਆ ਵੀ ਉੱਥੇ ਸੰਸਾਰ ਦੇ ਪਦਾਰਥਾਂ ਦੇ ਪ੍ਰਤੀ ਸੰਖੇਪ ਜੀ ਬੇਨਤੀ ਕਰਾਂ, ਕਿਉਂਕਿ ਸੰਸਾਰ ਦੇ ਪਦਾਰਥਾਂ ਦੇ ਪ੍ਰਤੀ ਜਿਹੜੀ ਸੁਰਤ ਆ ਨਾ, ਜਿਹੜਾ ਚਿੱਤ ਆ, ਮਨ ਦੀ ਵਿਚਾਰ ਆ, ਉਹ ਸਾਡੀ ਆ। ਇੱਕ ਵਿਵਹਾਰਕ ਸਤਾ ਹੁੰਦੀ ਆ, ਇੱਕ ਪ੍ਰਤੀਭਾਸਕ ਸਤਾ ਹੁੰਦੀ ਆ, ਇੱਕ ਪਰਮਾਰਥ ਸਤਾ ਹੁੰਦੀ ਆ। ਜਿੰਨਾ ਚਿਰ ਅਸੀਂ ਵਿਵਹਾਰਕ ਸਤਾ ਵਿੱਚ ਆ, ਵਿਵਹਾਰਕ ਸਤਾ ਜਾਗਰਤ ਵਿੱਚ ਵਰਤਦੀ ਆ। ਪ੍ਰਤੀਭਾਸਕ ਸਤਾ ਸੁਪਨਾ ਜਦੋਂ ਅਸੀਂ ਸੌਂ ਜਾਂਦੇ ਉਦੋਂ ਵਰਤਦੀ ਆ। ਪਰਮਾਰਥ ਸਤਾ ਜਿਹੜੀ ਆ, ਇਹ ਰੱਬ ਦੇ ਪਿਆਰਿਆਂ ਨੂੰ, ਬ੍ਰਹਮ ਗਿਆਨੀਆਂ ਨੂੰ ਇਹ ਪ੍ਰਾਪਤ ਹੋ ਜਾਂਦੀ ਆ। ਪਰਮਾਰਥ ਸੱਤਾ ਦੇ ਵਿੱਚ ਆ ਕੇ ਨਾ ਵਿਵਹਾਰਕ ਸੱਤਾ ਰਹਿੰਦੀ ਆ ਔਰ ਨਾ ਪ੍ਰਤੀਭਾਸਕ ਇਹਨੂੰ ਕਹਿੰਦੇ ਆ, ਉਹ ਸੱਤਾ ਰਹਿੰਦੀ ਆ। ਸੰਸਾਰੀ ਪਦਾਰਥਾਂ ਦੇ ਪ੍ਰਤੀ ਕਿਸੇ ਤਰ੍ਹਾਂ ਦਾ ਧਿਆਨ, ਕਿਸੇ ਤਰ੍ਹਾਂ ਦਾ ਖਿਆਲ, ਕਿਸੇ ਤਰ੍ਹਾਂ ਦੀ ਕਸ਼ਿਸ਼, ਕਿਸੇ ਤਰ੍ਹਾਂ ਦੀ ਖਿੱਚ, ਉਹ ਬ੍ਰਹਮ ਗਿਆਨੀਆਂ ਦੀ ਰਹਿੰਦੀ ਨਹੀਂ। ਉਹਨਾਂ ਨੂੰ ਸੰਸਾਰ ਦੇ ਪਦਾਰਥਾਂ ਦੀ ਤਾਂ ਯਾਦ ਹੀ ਨਹੀਂ, ਕਿਉਂਕਿ ਜੇ ਸੰਸਾਰ ਦੇ ਪਦਾਰਥਾਂ ਦੀ ਯਾਦ ਆ ਤੇ ਨਿਰੰਕਾਰੀ ਨਹੀਂ ਹੋ ਸਕਦੇ, ਜੇ ਨਿਰੰਕਾਰੀ ਆ ਤੇ ਸੰਸਾਰੀ ਨਹੀਂ ਹੋ ਸਕਦੇ। ਹੁਣ ਤੁਹਾਡੇ ਮਨ ਵਿੱਚ ਸਵਾਲ ਆਵੇਗਾ, ਫਿਰ ਉਹ ਤਾਂ ਕਾਰ ਵਿਹਾਰ ਵੀ ਕਰਦੇ ਆ। ਕਾਰ ਵਿਹਾਰ ਉਹਨਾਂ ਦੇ ਹੁੰਦੇ ਆ। ਬ੍ਰਹਮ ਗਿਆਨੀ ਵੀ ਕਾਰ ਵਿਹਾਰ ਕਰਦੇ ਆ, ਤਤ ਬੇਤੇ ਵੀ ਕਰਦੇ ਆ, ਗੁਰਮੁਖ ਪਿਆਰੇ ਵੀ ਕਰਦੇ ਆ, ਗੁਰੂ ਸਾਹਿਬ ਵੀ ਕਰਦੇ ਆ। ਪਰ ਉਹ ਕਾਰ ਵਿਹਾਰ ਜਾਣੀ ਸੰਸਾਰ ਦੇ ਪਦਾਰਥਾਂ ਦੇ ਪ੍ਰਤੀ ਤਿਲ ਮਾਤਰ ਰੰਚਕ ਜਿੰਨਾ ਵੀ ਉਹਨਾਂ ਦਾ ਅੰਦਰੋਂ ਕੋਈ ਲਗਾਓ ਨਹੀਂ ਹੁੰਦਾ, ਲੋਕਾਂ ਦੇ ਦਿਖਾਵੇ ਲਈ ਸੰਸਾਰੀ ਕਾਰ ਵਿਹਾਰ ਕਰਦੇ ਨੇ। ਰਾਜੇ ਜਨਕ ਨੇ ਵੀ ਕੀਤਾ, ਆਪਾਂ ਨੂੰ ਪਤਾ ਹੀ ਆ। ਕਿੰਨੀ ਵਾਰ ਤੁਸੀਂ ਇਹ ਵਿਚਾਰ ਸੁਣੀ ਹੋਣੀ ਆ। ਇੱਕ ਮਹਾਤਮਾ, ਮਹਿਲਾ ਨੂੰ ਅੱਗ ਲੱਗ ਗਈ। ਮਹਾਤਮਾ ਕਹਿੰਦਾ ਮੇਰੀ ਧੋਤੀ ਰਹਿ ਗਈ। ਰਾਜਾ ਜਨਕ ਕਹਿਣ ਲੱਗਿਆ ਵੀ ਤੇਰਾ ਮਨ ਵਿੱਚੋਂ ਅਜੇ ਧੋਤੀ ਦਾ ਖਿਆਲ ਨਹੀਂ ਗਿਆ। ਸਾਡੇ ਮਹਿਲਾ ਨੂੰ ਅੱਗ ਲੱਗ ਗਈ, ਅਸੀਂ ਪਰਵਾਹ ਨਹੀਂ ਕੀਤੀ। ਜਿਹੜਾ ਉਹ ਪੀਰ ਸੀਗਾ, ਸਾਧੂ ਸੀ, ਸੰਤ ਸੀ, ਉਹ ਫਿਰ ਚਰਨਾਂ 'ਚ ਡਿੱਗ ਪਿਆ। ਪਤਾ ਲੱਗ ਗਿਆ ਨਾ। ਇਹਨੂੰ ਕਹਿੰਦੇ ਆ ਸੰਸਾਰ ਵਿੱਚ ਵਰਤਦਿਆਂ ਵੀ ਨਿਰੰਕਾਰ ਦੀ ਯਾਦ ਹੈ। ਅਸੀਂ ਸੰਸਾਰ ਵਿੱਚ ਵਰਤਦੇ ਸੰਸਾਰ ਦੇ ਹੀ ਹੋ ਕੇ ਰਹਿ ਗਏ ਹਾਂ, ਨਿਰੰਕਾਰ ਦੇ ਨਹੀਂ। ਪਦਾਰਥਾਂ ਦੇ ਪ੍ਰਤੀ ਖਿੱਚ ਨਹੀਂ, ਪਦਾਰਥਾਂ ਦੇ ਪ੍ਰਤੀ ਕਸ਼ਿਸ਼ ਨਹੀਂ। ਬਾਕੀ ਉਹ ਤੇ ਗੁਰੂ ਨਾਨਕ ਦੇ ਮਹਾਰਾਜ ਸਨ। ਭੁੱਖ ਪਿਆਸ ਉਹਨਾਂ ਨੂੰ ਕਿੱਦਾਂ ਲੱਗ ਸਕਦੀ ਆ? ਸਰੀਰ ਦੇ ਨਿਰਵਾਹ ਦੇ ਲਈ ਜ਼ਰੂਰੀ ਹੈ। ਸਰੀਰ ਨਹੀਂ ਚੱਲੇਗਾ ਭੁੱਖ ਤੋਂ ਬਿਨਾਂ, ਪਿਆਸ ਤੋਂ ਬਿਨਾਂ ਸਰੀਰ ਕਿਵੇਂ ਚੱਲੇਗਾ? ਕਿਉਂਕਿ ਗ੍ਰੰਥਾਂ ਨੇ, ਸ਼ਾਸਤਰਾਂ ਨੇ ਵੀ ਮੰਨਿਆ ਕਿ ਕੋਈ ਵੀ ਮਹਾਤਮਾ, ਕੋਈ ਵੀ ਗੁਰੂ, ਕੋਈ ਵੀ ਪੀਰ ਸ੍ਰਿਸ਼ਟੀ ਤੇ ਆਇਆ, ਦੁਨੀਆ ਤੇ ਆਇਆ, ਤੇ ਉਹ ਵੀ ਮਾਇਆ ਦਾ, ਉਹਨੂੰ ਵੀ ਮਾਇਆ ਦੀ ਲੋੜ ਪਈ। ਮਾਇਆ ਕਿਹੜੀ? ਪ੍ਰਤੱਖ ਮਾਇਆ ਇਹ ਨਹੀਂ ਗੀ। ਸਤੋ ਗੁਣ ਸ਼ੁੱਧ ਮਾਇਆ ਕਰਕੇ
ਉਹਨਾਂ ਨੂੰ ਸਰੀਰ ਧਾਰਨ ਕਰਨਾ ਪਿਆ, ਕਿਉਂਕਿ ਮਾਇਆ ਕਰਕੇ ਇਹ ਸ੍ਰਿਸ਼ਟੀ ਰਚੀ ਆ। ਸਰੀਰ ਮਾਇਆ ਦੀ ਰਚਤ ਹੈ, ਕਿਉਂਕਿ ਪੰਜਾਂ ਤੱਤਾਂ ਦੀ ਰਚਤ ਹੈ। ਸਥੂਲ ਸਰੀਰ ਹੈ, ਸੂਖਸ਼ਮ ਆ, ਇਹ ਪੰਜਾਂ ਤੱਤਾਂ ਦੀ ਰਚਤ ਹੈ। ਗੁਰੂ ਨਾਨਕ ਦੇਵ ਮਹਾਰਾਜ ਇਸ ਅਵਸਥਾ ਵਿੱਚ ਸਨ, ਭੁੱਖ ਪਿਆਸ ਦੀ ਲੋੜ ਨਹੀਂ। ਭਾਈ ਮਰਦਾਨੇ ਨੂੰ ਹੁਣ ਗੁਰੂ ਨਾਨਕ ਦੇਵ ਮਹਾਰਾਜ ਨੇ ਇੱਕ ਜੁਗਤੀ ਵਰਤੀ, ਕਿਉਂਕਿ ਕਿਰਿਆ ਦੇ ਪਿੱਛੇ ਕਾਰਨ ਹੈ। 2 ਦਿਨ ਬੀਤ ਗਏ, ਤੀਜਾ ਦਿਨ ਚੜਿਆ। ਭਾਈ ਮਰਦਾਨੇ ਨੇ ਹਜੂਰ ਦੇ ਚਰਨਾਂ ਤੇ ਬੇਨਤੀ ਕੀਤੀ, ਮਹਾਰਾਜ 2 ਦਿਨ ਹੋ ਗਏ, ਤੁਸੀਂ ਤੇ ਕੁਝ ਛਕਦੇ ਹੀ ਨਹੀਂ। ਮਹਾਰਾਜ ਮੈਨੂੰ ਤੇ ਭੁੱਖ ਲੱਗੀ ਆ, ਇਦਾਂ ਤਾਂ ਨਹੀਂ ਆਪਣਾ ਕੰਮ ਚੱਲਣਾ। ਕਵੀ ਸੰਤੋਖ ਸਿੰਘ ਨੇ ਬੜੇ ਪਿਆਰ ਵਾਲੇ ਪ੍ਰੇਮਾ ਭਾਵ ਵਾਲੇ ਬਚਨ ਲਿਖੇ ਆ। ਇਹਨੂੰ ਪ੍ਰੇਮਾ ਭਾਵ ਕਹਿੰਦੇ ਨੇ। ਪ੍ਰੇਮਾ ਭਾਵ ਤੋਂ ਅਰਥ ਆ ਗੁਰੂ ਨਾਨਕ ਦੇਵ ਮਹਾਰਾਜ ਦਾ ਭਾਈ ਮਰਦਾਨੇ ਨਾਲ ਅਥਾਹ ਪਿਆਰ ਪ੍ਰੇਮ ਸੀ। ਗੁਰੂ ਨਾਨਕ ਦੇਵ ਮਹਾਰਾਜ ਭਾਈ ਮਰਦਾਨੇ ਨਾਲ ਖੁਸ਼ੀ ਵੀ ਕਰਦੇ ਸਨ। ਮਹਾਰਾਜ ਨੇ ਇਤਿਹਾਸ ਇਸ ਗੱਲ ਦੇ ਬਾਰੇ ਪੂਰਾ ਚਾਨਣ ਪਾਵੇਗਾ, ਆਪਾਂ ਅੱਗੇ ਵਿਚਾਰਾਂਗੇ। ਬਹੁਤ ਥਾਵਾਂ ਤੇ ਮਹਾਰਾਜ ਨੇ ਭਾਈ ਮਰਦਾਨੇ ਨੂੰ ਵੈਸੇ ਹੀ ਖੁਸ਼ੀਆਂ ਦੇ ਵਿੱਚ ਕਹਿ ਦੇਣਾ, ਮਰਦਾਨਿਆ ਕਿਵੇਂ ਹੁਣ ਤੈਨੂੰ ਭੁੱਖ ਨਹੀਂ ਲੱਗੀ? ਕੌਡੇ ਕੋਲੇ ਜਾਣਾ, ਸੱਜਣ ਕੋਲੇ ਜਾਣਾ, ਕਾਰੂ ਕੋਲੇ ਜਾਣਾ, ਕਿਉਂਕਿ ਉਹ ਲੋਕ ਇਦਾਂ ਦੇ ਸੀ। ਉਹਨਾਂ ਨੇ ਭਾਈ ਮਰਦਾਨੇ ਨੂੰ ਫੜ ਲੈਣਾ ਤੇ ਫਿਰ ਬਾਅਦ ਵਿੱਚ ਗੁਰੂ ਨਾਨਕ ਨੇ ਲਾਜ ਪੱਤ ਰੱਖਣੀ। ਮਹਾਰਾਜ ਨੇ ਬਾਅਦ ਵਿੱਚ ਪੁੱਛਣਾ, ਮਰਦਾਨਿਆਂ ਭੁੱਖ ਨਹੀਂ ਲੱਗੀ? ਫਿਰ ਭਾਈ ਮਰਦਾਨੇ ਨੇ ਕਹਿਣਾ, ਮਹਾਰਾਜ ਤੁਸੀਂ ਸਭ ਕੁਝ ਜਾਣਦੇ ਹੋ। ਸੋ ਭਾਈ ਮਰਦਾਨੇ ਨਾਲ ਅਥਾਹ ਪਿਆਰ ਸੀ। ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਨੂੰ ਭਾਈ ਮਰਦਾਨਾ ਕਹਿਣ ਲੱਗਾ, ਮਹਾਰਾਜ ਭੁੱਖ ਬਹੁਤ ਲੱਗੀ ਆ, 2 ਦਿਨ ਹੋ ਗਏ ਆਪਾਂ ਸੁਲਤਾਨਪੁਰ ਤੋਂ ਬਾਹਰ ਬੈਠੇ ਆ, ਅੱਜ ਤੀਜਾ ਦਿਨ ਹੋ ਗਿਆ, ਤੁਸੀਂ ਤੇ ਭੁੱਖ ਪਿਆਸ ਤੋਂ ਬਿਨਾਂ, ਪਦਾਰਥਾਂ ਤੋਂ ਬਿਨਾਂ ਇਹ ਸਮਾਂ ਕੱਢ ਰਹੇ ਹੋ, ਪਰ ਮਹਾਰਾਜ ਮੇਰੇ ਤੋਂ ਨਹੀਂ ਨਿਕਲਦਾ। ਮਹਾਰਾਜ ਕਹਿੰਦੇ, ਚੰਗਾ ਫਿਰ ਤੂੰ ਕੀ ਕਰਨਾ ਚਾਹਣਾ ਹੁਣ? ਕਹਿੰਦਾ, ਮਹਾਰਾਜ ਮੈਨੂੰ ਆਗਿਆ ਦੇਵੋ, ਮੈਂ ਤੇ ਚੱਲੇ। ਸਿੱਧੀ ਗੱਲ ਹੈ। ਮਹਾਰਾਜ ਥੋੜੇ ਜਿਹੇ ਮੁਸਕਰਾਏ। ਮਰਦਾਨਿਆ ਕਿੱਥੇ ਜਾਵੇਂਗਾ? ਮਹਾਰਾਜ ਮੈਂ ਕਿੱਥੇ ਜਾਣਾ ਹੁਣ? ਮੁੱਲਾ ਮਸੀਤ ਤਾਂ ਹੀ ਦੌੜ। ਮੈਂ ਰਾਏ ਭੋਈ ਤਲਵੰਡੀ ਆਪਣੇ ਨਗਰ ਜਾਵਾਂਗਾ, ਆਪਣੇ ਪਰਿਵਾਰ ਬੱਚਿਆਂ ਵਿੱਚ ਜਾਵਾਂਗਾ, ਮੈਨੂੰ ਆਗਿਆ ਦਿਓ। ਮਹਾਰਾਜ ਕਹਿੰਦੇ, ਚੰਗਾ ਭਲਾ ਰਬਾਬ ਲੈ ਜਾ। ਮਹਾਰਾਜ ਰਬਾਬ ਮੈਂ ਕੀ ਕਰਾਉਣੀ ਆ? ਹਜੂਰ ਕਹਿਣ ਲੱਗੇ, ਜਾਣ ਲੱਗੇ ਸਾਡੀ ਭੈਣ ਬੇਬੇ ਨਾਨਕੀ ਨੂੰ ਰਬਾਬ ਦੇ ਦੀ। ਕਹਿੰਦਾ 7 ਵਚਨ, ਕਿਉਂਕਿ ਮਹਾਰਾਜ ਸੁਲਤਾਨਪੁਰ ਤੋਂ ਬਾਰ-ਬਾਰ ਬੈਠੇ ਆ ਉਜਾੜ ਦੀ ਜਗ੍ਹਾ 'ਚ। ਭਾਈ ਬਾਲੇ ਨੇ ਨੇਤਰ ਬੰਦ ਕਰ ਲਏ। ਗੁਰੂ ਨਾਨਕ ਦੇਵ ਮਹਾਰਾਜ ਵੀ ਸਮਾਧੀ ਲੀਨ ਹੋ ਗਏ। ਭਾਈ ਮਰਦਾਨੇ ਨੇ ਹਜੂਰ ਦੇ ਚਰਨਾਂ ਤੇ ਨਕਮਸਤਕ ਹੋ ਕੇ ਮੱਥਾ ਟੇਕ ਕੇ ਤੁਰ ਪਿਆ। ਉੱਥੋਂ ਸੁਲਤਾਨਪੁਰ ਆਇਆ, ਬੇਬੇ ਨਾਨਕੀ ਨੂੰ ਮਿਲਿਆ, ਸਤ ਕਰਤਾਰ ਦੀ ਧੁਨ ਉਚਾਰੀ। ਮਰਦਾਨਿਆ ਤੂੰ ਆ ਗਿਆ? ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਕਿੱਥੇ ਆ? ਭਾਈ ਮਰਦਾਨਾ ਕਹਿਣ ਲੱਗਾ, ਬੇਬੇ ਨਾਨਕੀ ਮੈਂ ਕੀ ਕਰਾਂ? ਭੈਣ 3 ਦਿਨ ਹੋ ਗਏ, ਉਹ ਤੇ ਨਾ ਕੁਝ ਖਾਂਦੇ ਆ ਨਾ ਕੁਝ ਖਵਾਉਂਦੇ ਆ। ਅੱਛਾ। ਭਾਈ ਮਰਦਾਨਾ ਕਹਿਣ ਲੱਗਾ, ਬੇਬੇ ਨਾਨਕੀ ਜੀ ਨੂੰ ਕਹਿੰਦਾ, ਮੇਰਾ ਇਦਾਂ ਕਿਵੇਂ ਚੱਲੂਗਾ ਨਿਰਬਾਹ? ਮੇਰਾ ਤੇ ਚੱਲਣਾ ਨਹੀਂਗਾ। ਮੈਨੂੰ ਤੇ ਭੁੱਖ ਪਿਆਸ ਲੱਗਦੀ ਆ, ਪਦਾਰਥ ਛਕਣ ਨੂੰ ਮਨ ਕਰਦਾ, ਢਿੱਡ ਮੰਗਦਾ, ਸਰੀਰ ਮੰਗਦਾ। ਜੇ ਹੁਣ ਢਿੱਡ ਵਿੱਚ ਰੋਟੀ ਨਾ ਗਈ ਤੇ ਮੈਂ ਬੋਲਾਂਗਾ ਕਿੱਦਾਂ? ਆਮ ਤੌਰ ਤੇ ਵੀ ਕਹਿ ਦਿੰਦੇ ਨਾ, ਇਹ ਸੰਸਾਰੀ ਇੱਕ ਰੀਤੀ ਆ, ਕਹਾਵਤ ਵੀ ਆ ਵੀ ਪਹਿਲਾਂ ਪੇਟ ਪੂਜਾ ਫਿਰ ਕਾਮ ਦੂਜਾ। ਇਹ ਗੱਲ ਪੱਕੀ ਆ। ਜਿਸ ਬੰਦੇ ਨੇ ਪੜ੍ਹਨਾ, ਜਿਸ ਬੰਦੇ ਨੇ ਕੋਈ ਕਾਰਜ ਕਰਨਾ, ਜਿਸ ਬੰਦੇ ਨੇ ਕੋਈ ਕੰਮ ਵਿਹਾਰ ਕਰਨਾ, ਉਹਨੂੰ ਤਾਂ ਪਦਾਰਥ ਦੀ ਲੋੜ ਹੈ। ਜਿਹੜੇ ਪੜ੍ਹਦੇ ਆ ਉਹਨਾਂ ਨੂੰ ਨੀਂਦ ਦੀ ਵੀ ਲੋੜ ਹੈ, ਪਦਾਰਥ ਛਕਣ ਦੀ ਵੀ ਲੋੜ ਹੈ, ਕਿਉਂਕਿ ਜਿਹੜਾ ਮਨ ਆ ਨਾ, ਮਨ ਵੀ ਛਕਦਾ ਹੈ। ਮਨ ਬੁੱਧੀ ਚਿੱਤ ਸੂਖਸ਼ਮ ਸਰੀਰ ਦੇ ਵਿੱਚ ਆਉਂਦੇ ਆ।
ਜਿੱਥੇ ਸਾਡਾ ਸਥੂਲ ਸਰੀਰ ਛਕਦਾ ਹੈ, ਜੋ ਕੁਝ ਆਪਾਂ ਛਕਦੇ ਹਾਂ ਪਦਾਰਥ ਸਥੂਲ ਸਰੀਰ ਦੇ ਲਈ ਛਕੇ ਜਾਂਦੇ ਆ। ਸਥੂਲ ਵਿੱਚ ਆ ਮੋਟਾ ਸਾਰਾ ਸਰੀਰ ਜਿਹੜਾ ਦ੍ਰਿਸ਼ਟਮਾਨ ਆ ਇਹ ਆ ਜਾਂਦਾ, ਇਹ ਤੇ ਛਕਦਾ ਹੀ ਛਕਦਾ। ਜੇ ਨਿਰਵਾਹ ਦੇ ਲਈ ਨਾ ਛਕਾਂਗੇ ਕਮਜ਼ੋਰ ਹੋ ਜਾਂਦਾ। ਪਰ ਯਾਦ ਰੱਖਿਓ, ਜੇ ਆਪਾਂ ਪਦਾਰਥ ਨਾ ਛਕੀਏ ਮਨ ਵੀ ਥੱਕ ਜਾਂਦਾ। ਕਦੇ ਵਿਚਾਰ ਕਰਕੇ ਦੇਖ ਲਿਓ, ਚੇ ਚੜਨ ਲੱਗ ਪੈਂਦੀ ਆ, ਮਨ ਖਿੱਚ ਜਾਂਦਾ, ਬੁਰਾ ਜਿਹਾ ਲੱਗਣ ਲੱਗ ਪੈਂਦਾ, ਸਿਰ ਦੁਖਣ ਲੱਗ ਪੈਂਦਾ। ਦਾਸ ਤੇ ਨਿਸ਼ਚੇ ਨਾਲ ਇਹ ਗੱਲ ਕਹਿਣਾ, ਗੁਰੂ ਨਾਨਕ ਦੀ ਕਿਰਪਾ ਨਾਲ ਦਾਸ ਪੜ੍ਹਦਾ ਹੋਵੇ ਨਾ, ਪਦਾਰਥ ਕੁਝ ਨਾ ਛਕਿਆ ਜਾਵੇ ਤੇ ਮੈਨੂੰ ਮੇਰਾ ਸਿਰ ਦੁਖਣ ਲੱਗ ਪੈਂਦਾ, ਫਿਰ ਪਦਾਰਥ ਛਕਣਾ ਪੈਂਦਾ, ਫਿਰ ਬਾਅਦ ਵਿੱਚ ਪੜ੍ਹਿਆ ਜਾਂਦਾ। ਮਨ ਵੀ ਛਕਦਾ, ਆਪਾਂ ਲੰਮੀ ਵਿਚਾਰ ਵਿੱਚ ਨਾ ਜਾਈਏ, ਕਿਉਂਕਿ ਮਨ ਬੁੱਧੀ ਵੀ ਪੰਜਾਂ ਤੱਤਾਂ ਤੋਂ ਹੋਏ ਆ, ਇਹ ਹਕੀਕਤ ਆ। ਹੁਣ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਉੱਥੇ ਬਾਰ-ਬਾਰ ਆ ਤੇ ਇੱਧਰ ਭਾਈ ਮਰਦਾਨਾ ਜੀ ਬੇਬੇ ਨਾਨਕੀ ਕੋਲੇ ਆ ਗਏ। ਭੈਣ ਮੈਂ ਕੀ ਕਰਾਂ, ਉਹ ਤੇ ਕੁਝ ਛਕਦੇ ਨਹੀਂ। ਕਹਿੰਦੇ ਅੱਛਾ ਮੈਂ ਤੇ ਚੱਲਿਆ ਨਗਰੀ ਨੂੰ, ਤੁਸੀਂ ਦੱਸੋ ਕੋਈ ਸੁਨੇਹਾ ਦੇਣਾ। ਬੇਬੇ ਨਾਨਕੀ ਭਾਈਆ ਜੈ ਰਾਮ ਜੀ ਕਹਿਣ ਲੱਗੇ, ਦੇਖ ਮਰਦਾਨਿਆ, ਤੂੰ ਗੁਰੂ ਨਾਨਕ ਦੇਵ ਮਹਾਰਾਜ ਦਾ ਪਿਆਰਾ, ਤੂੰ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰੇਮੀ ਆ, ਤੈਨੂੰ ਗੁਰੂ ਨਾਨਕ ਦੇਵ ਮਹਾਰਾਜ ਬਹੁਤ ਪਿਆਰ ਕਰਦੇ ਆ, ਤੂੰ ਨਾ ਜਾ। ਕਹਿਣ ਲੱਗਾ ਮੈਂ ਜਾਵਾਂ ਕਿਉਂ ਨਾ, ਮੈਂ ਤੇ ਕੁਝ ਛਕਣਾ, ਭੁੱਖ ਲੱਗੀ ਆ। ਚੰਗਾ ਇਦਾਂ ਕਰਿਆ ਕਰ, ਤੂੰ ਕੀ ਕਰਾਂ ਭੈਣ, ਤੂੰ ਇੱਥੋਂ ਛਕ ਜਾ ਕਰ, ਸੁਬਾਹ ਸ਼ਾਮ ਪ੍ਰਸ਼ਾਦਾ ਛਕ ਜਾ ਕਰ, ਤੇ ਬਾਕੀ ਸਮਾਂ ਜਿਹੜਾ ਹੈਗਾ ਰਾਤ ਨੂੰ ਸਾਡੇ ਕੋਲੇ ਆ ਜਾ ਕਰ, ਇੱਥੇ ਰਹਿ ਲਿਆ ਕਰ, ਪੂਰਾ ਦਿਨ ਤੂੰ ਗੁਰੂ ਨਾਨਕ ਦੇਵ ਮਹਾਰਾਜ ਦਾ ਸੰਗੀ ਬਣ ਕੇ ਰਵੀਂ। ਕਹਿਣ ਲੱਗਾ ਸਤ ਬਚਨ। ਇਤਿਹਾਸ ਦੱਸਦਾ ਵੀ ਮੱਲੋ ਜੋਰੀ ਬੇਬੇ ਨਾਨਕੀ ਨੇ 20 ਰੁਪਏ ਦਿੱਤੇ ਭਾਈ ਮਰਦਾਨਾ ਨੂੰ। ਭਾਈ ਮਰਦਾਨਾ ਚੰਗੀ ਤਰ੍ਹਾਂ ਗੱਪਾ ਪਾਣੀ ਛਕ ਕੇ ਪ੍ਰਸ਼ਾਦਿਆਂ ਨਾਲ ਐਨ ਫੁੱਲ ਹੋ ਕੇ ਹਜੂਰ ਵੱਲ ਫਿਰ ਤੁਰ ਪਿਆ। ਮਹਾਰਾਜ ਬੈਠੇ ਆ, ਭਾਈ ਬਾਲੇ ਨੇ ਤੱਕ ਲਿਆ। ਭਾਈ ਬਾਲਾ ਕਹਿਣ ਲੱਗਾ ਮਹਾਰਾਜ ਲੱਗਦਾ ਭਾਈ ਮਰਦਾਨਾ ਆ ਰਿਹਾ। ਸਤਿਗੁਰੂ ਤੇ ਅੰਤਰਜਾਮੀ ਸੀ। ਮਹਾਰਾਜ ਕਹਿਣ ਲੱਗੇ ਵੀ ਸਾਡੇ ਤੋਂ ਬਿਨਾਂ ਇਹਨੇ ਜਾਣਾ ਕਿੱਥੇ ਆ, ਇਹਦੇ ਤੱਕ ਸਾਨੂੰ ਬਹੁਤ ਕਾਰਜ ਹੈ। ਬਹੁਤ ਪਿਆਰ ਸੀ ਭਾਈ ਬਾਲੇ ਤੇ ਭਾਈ ਮਰਦਾਨੇ ਨਾਲ। ਸੱਜੀ ਤੇ ਖੱਬੀ ਬਾਹ ਸਮਝੋ ਭਾਈ ਬਾਲਾ ਤੇ ਭਾਈ ਮਰਦਾਨਾ। ਆ ਗਿਆ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਮਹਾਰਾਜ ਕਹਿੰਦੇ ਮਰਦਾਨਿਆ ਆ ਗਿਆ। ਮਹਾਰਾਜ ਤੁਹਾਡੀ ਭੈਣ ਬੇਬੇ ਨਾਨਕੀ ਨੇ ਮੈਨੂੰ ਹੁਕਮ ਲਾਇਆ ਵੀ ਜਿੰਨਾ ਚਿਰ ਗੁਰੂ ਨਾਨਕ ਇੱਥੇ ਆ ਵੀ ਇੱਥੋਂ ਲੰਗਰ ਪਾਣੀ ਛਕ ਜਿਆ ਕਰੋ। ਬਾਕੀ ਉਹਨਾਂ ਨੇ ਆ 20 ਰੁਪਏ ਦਿੱਤੇ। ਮਹਾਰਾਜ ਕਹਿਣ ਲੱਗੇ ਮਰਦਾਨਿਆ ਤੂੰ 20 ਰੁਪਏ ਨਹੀਂ ਲੈਣੇ ਸੀ। ਮਹਾਰਾਜ ਮੈਂ ਥੋੜੀ ਲੈਂਦਾ ਸੀ, ਬੇਬੇ ਨਾਨਕੀ ਜੀ ਨੇ ਮੈਨੂੰ ਮੱਲੋ ਜੋਰੀ ਭੈਣ ਨੇ ਦੇ ਦਿੱਤੇ। ਕਹਿੰਦੇ ਦੇਖੋ ਆਪਣਾ ਵੀ ਨਿਰਵਾਹ ਕਰਦੇ ਆ। ਫਿਰ ਸਾਡਾ ਪੁੱਤਰ, ਕਿਉਂਕਿ ਜ਼ਿਆਦਾ ਸਮਾਂ ਬਾਬਾ ਸ਼੍ਰੀ ਚੰਦ ਬੇਬੇ ਨਾਨਕੀ ਔਰ ਬਾਬਾ ਜੈ ਰਾਮ ਜੀ ਕੋਲ ਰਹੇ ਆ। ਸਾਡਾ ਪੁੱਤਰ ਬਾਬਾ ਸ਼੍ਰੀ ਚੰਦ, ਉਹਨਾਂ ਦਾ ਵੀ ਖਰਚਾ ਸਾਰਾ ਉਹ ਕਰਦੇ ਆ। ਭਾਈ ਮਰਦਾਨਾ ਕਹਿੰਦਾ ਮਹਾਰਾਜ ਮੈਂ ਨਹੀਂ ਲਏ ਸੀ। ਚਲੋ ਕੋਈ ਨਹੀਂ। 2 4 5 7 ਦਿਨ ਮਹਾਰਾਜ ਫਿਰ ਉੱਥੇ ਰਹੇ। ਭਾਈ ਮਰਦਾਨਾ ਇਦਾਂ ਕਰਿਆ ਕਰੇ, ਸੁਬਾਹ ਲੰਗਰ ਛਕ ਕੇ ਆ ਜਾਇਆ ਕਰੇ, ਪੂਰਾ ਦਿਨ ਮਹਾਰਾਜ ਕੋਲੇ, ਸ਼ਾਮ ਨੂੰ ਫਿਰ ਚੱਲ ਜਿਆ ਕਰੇ, ਲੰਗਰ ਪਾਣੀ ਛਕ ਕੇ ਰਾਤ ਕੱਟ ਕੇ ਬੇਬੇ ਨਾਨਕੀ ਬਾਬਾ ਜੈ ਰਾਮ ਦੇ ਗ੍ਰਹਿ ਵਿਖੇ ਤੇ ਸੁਬਾਹ ਫਿਰ ਗੁਰੂ ਨਾਨਕ ਦੇਵ ਮਹਾਰਾਜ ਦੇ ਜਾ ਦਰਸ਼ਨ ਕਰੇ। 5 7 ਦਿਨ ਬੀਤੇ। ਆਉਂ ਗੁਰੂ ਨਾਨਕ ਦੇਵ ਮਹਾਰਾਜ ਤੋਂ ਉੱਠੇ। ਮਰਦਾਨਿਆਂ ਨੂੰ ਸਮਾਂ ਆ ਗਿਆ। ਮਹਾਰਾਜ ਕੀ ਸਮਾਂ? ਜੋ ਅਕਾਲ ਦਾ ਹੁਕਮ ਹੈ, ਪਰਮਾਤਮਾ ਦਾ ਹੁਕਮ ਹੈ, ਵਾਹਿਗੁਰੂ ਦਾ ਹੁਕਮ ਹੈ, ਪਰਮੇਸ਼ਰ ਦਾ ਹੁਕਮ ਹੈ ਕਿ ਕਲਯੁਗੀ ਜੀਵ ਜਿਹੜੇ ਆ ਨਾ ਤੜਫ ਰਹੇ ਆ। 4 ਚਪੇਰੇ ਪਾਪ ਪਸਰਿਆ ਹੋਇਆ ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ। ਤਪਦੀ ਹੋਈ ਲੁਕਾਈ ਵਿਕਾਰਾਂ ਦੇ ਵਿੱਚ, ਤੜਫ ਰਹੀ ਲੁਕਾਈ ਬੁਰੇ ਕਰਮਾਂ ਦੇ ਵਿੱਚ। ਇਹਨਾਂ ਕਲਯੁਗੀ ਜੀਵਾਂ ਦਾ ਉਧਾਰ ਕਰਨ ਦਾ ਸਮਾਂ ਆ ਗਿਆ। ਚਲੋ ਹੁਣ ਆਪਾਂ ਤਿਆਰੀ ਕਰੀਏ। ਭਾਈ ਮਰਦਾਨਾ ਕਹਿੰਦਾ 7 ਬਚਨ। ਭਾਈ ਬਾਲਾ ਕਹਿਣ ਲੱਗਾ ਮਹਾਰਾਜ 7 ਬਚਨ। ਮਹਾਰਾਜ ਉਸ ਉਜਾੜ ਦੇ ਵਿੱਚ ਜਿੱਥੇ ਬੈਠੇ ਸੀ
ਜਿੱਥੇ ਬਹਿ ਕੇ ਮਹਾਰਾਜ ਦੁਨੀਆ ਦਾ ਉਧਾਰ ਕਰਦੇ ਸੀ, ਉੱਥੋਂ ਸਤਿਗੁਰੂ ਉੱਠੇ ਤੇ ਬੇਬੇ ਨਾਨਕੀ ਦੇ ਗ੍ਰਹਿ ਵਿਖੇ ਆ ਗਏ। ਆ ਮਿਲੇ, ਬੇਬੇ ਨਾਨਕੀ ਨੂੰ ਚਾਹ ਚੜਿਆ, ਆ ਵੀਰਾ। ਉੱਥੇ ਰਹੇ ਇੱਕ ਦੋ ਦਿਨ। ਇੱਕ ਦੋ ਦਿਨ ਬਾਅਦ ਮਹਾਰਾਜ ਕਹਿਣ ਲੱਗੇ ਵੀ ਹੁਣ ਅਸੀਂ ਜੀਵਾਂ ਦਾ ਉਧਾਰ ਕਰਨਾ ਹੈ। ਬੇਬੇ ਨਾਨਕੀ ਕਹਿਣ ਲੱਗੀ, ਵੀਰ ਜੀ ਠੀਕ ਆ, ਤੁਸੀਂ ਦੁਨਿਆਵੀ ਤੌਰ ਤੇ ਤੁਸੀਂ ਮੇਰੇ ਛੋਟੇ ਭਰਾ ਜੇ, ਪਰ ਮੈਂ ਤੁਹਾਨੂੰ ਗੁਰੂ ਨਾਨਕ ਜੀ ਨਿਰੰਕਾਰ ਅੱਲਾ ਖੁਦਾ ਪਰਮਾਤਮਾ ਦਾ ਸਰੂਪ ਮੰਨਦੀ ਆ। ਗੁਰੂ ਨਾਨਕ ਦੇਵ ਮਹਾਰਾਜ ਨੂੰ ਬੜਾ ਪਿਆਰ ਦਿੱਤਾ ਬੇਬੇ ਨਾਨਕੀ ਨੇ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਭੈਣੇ ਤੇਰੇ ਮਨ ਦੀ ਜੋ ਮਨਸ਼ਾ ਉਹ ਦੱਸ। ਵੀਰਾ ਜਦੋਂ ਮੈਂ ਤੈਨੂੰ ਯਾਦ ਕਰਾਂ ਨਾ, ਬਸ ਦਰਸ਼ਨ ਦੇ ਦੀ, ਕਿਉਂਕਿ ਸਭ ਕੁਝ ਦਰਸ਼ਨ 'ਚ ਹੀ ਆ। ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 16 ਅੱਖਰ ਮੁਕਤੇ ਆਉਂਦੇ ਆ। ਜਦੋਂ ਸਾਡੇ ਸਤਿਕਾਰਯੋਗ ਹੈੱਡ ਗ੍ਰੰਥੀ ਸਾਹਿਬਾਨ ਵਿਦਵਾਨ ਲੋਕ ਜਦੋਂ ਗ੍ਰੰਥੀ ਸਿੰਘਾਂ ਦੀ ਉਹ ਪ੍ਰੀਖਿਆ ਲੈਂਦੇ ਆ ਨਾ, ਭਾਵ ਪੇਪਰ ਲੈਂਦੇ ਆ, ਤੇ ਉਹਦੇ ਵਿੱਚ ਪੁੱਛਿਆ ਜਾਂਦਾ ਆਮ ਤੌਰ ਤੇ ਵੀ 16 ਅੱਖਰ ਕਿੱਥੇ ਮੁਕਤੇ ਆਉਂਦੇ ਆ। ਹੋਰ ਵੀ ਬਹੁਤ ਕੁਝ ਪੁੱਛਿਆ ਜਾਂਦਾ, ਪਰ ਇਹ ਆਮ ਤੌਰ ਤੇ ਪੁੱਛਦੇ ਆ। ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਜਿਨ੍ਹਾਂ ਨੂੰ ਦਰਸ਼ਨ ਦੀ ਤਾਂਘ ਹੋ ਗਈ, ਉਹਨੂੰ ਹੋਰ ਕੀ ਚਾਹੀਦਾ। ਉਹ ਵੀ ਗੁਰੂ ਨਾਨਕ ਦੇ ਦਰਸ਼ਨ। ਮਹਾਂਪੁਰਖ ਬਾਬਾ ਆਨੰਦ ਸਿੰਘ ਕਹਿੰਦੇ ਸੀ, ਗੁਰੂ ਨਾਨਕ ਦੇ ਦਰਸ਼ਨ ਹੋ ਜਾਣ ਬਸ, ਬ੍ਰਹਮੰਡ ਸਭ ਕੁਝ ਵਿੱਚ ਹੀ ਆ ਗਿਆ। ਧਨ ਦੌਲਤ ਮਾਇਆ ਇਹ ਤਾਂ ਥਰੜੀਆਂ ਗੱਲਾਂ, ਇਹ ਤਾਂ ਨਾਸ਼ਵੰਤ ਹੈ। ਬੀਬੇ ਨਾਨਕੀ ਕਹਿਣ ਲੱਗੀ, ਵੀਰ ਜਦੋਂ ਮੇਰਾ ਮਨ ਕਰੇ ਨਾ ਗੁਰੂ ਨਾਨਕ ਮੈਂ ਯਾਦ ਕਰਾਂ। ਮਹਾਰਾਜ ਕਹਿਣ ਲੱਗੇ, ਭੈਣ ਤੂੰ ਜਦੋਂ ਵੀ ਯਾਦ ਕਰੇਂਗੇ, ਅਸੀਂ ਜਿੱਥੇ ਮਰਜੀ ਹੋਈਏ, ਮਨ ਬਿਰਤੀ ਚਿੱਤ ਇਕਾਗਰ ਕਰਕੇ ਤੁਸੀਂ ਯਾਦ ਕਰੋਗੇ, ਅਸੀਂ ਤੁਹਾਡੇ ਸਨਮੁਖ। ਅੱਜ ਵੀ ਆ, ਅੱਜ ਵੀ ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਪੀ। ਇਹ ਨਹੀਂ ਵੀ ਕਿਤੇ ਗਏ ਆ। ਰੱਬ ਦੇ ਪਿਆਰੇ ਅੱਜ ਵੀ ਸਰਗੁਣ ਰੂਪ ਦੇ ਵਿੱਚ, ਕਿਉਂਕਿ ਨਿਰਗੁਣ ਸਰਗੁਣ ਚੋਂ ਆ ਰਿਹਾ। ਕਈ ਵਾਰ ਪੁੱਛ ਲੈਂਦੇ ਆ, ਕਹਿੰਦੇ ਐਂ ਦਰਸ਼ਨ ਕਿਵੇਂ ਹੋ ਜਾਂਦੇ? ਨਾ ਭਾਈ, ਇਹ ਨਿਰਗੁਣ ਸਰਗੁਣ ਚੋਂ ਹੀ ਆ ਰਿਹਾ। ਕਿੱਥੋਂ ਆ ਰਿਹਾ ਸਭ ਕੁਝ? ਕਦੇ ਵਿਚਾਰ ਕੀਤੀ ਆ? ਥੋੜਾ ਜਿਹਾ ਗਹਿਰਾਈ ਨਾਲ ਸੋਚ ਲਿਆ ਕਰੋ, ਬਸ ਆਪੇ ਹੀ ਹਰੇਕ ਸਵਾਲ ਦਾ ਜਵਾਬ ਤੁਹਾਨੂੰ ਮਿਲ ਸਕਦਾ। ਛੇਤੀ ਤਰਕ ਵਾਲੀ ਬੁੱਧੀ ਨਾ ਲੈ ਕੇ ਆਇਆ ਕਰੋ। ਆ ਜੋ ਕੁਝ ਆ ਰਿਹਾ, ਜਿੰਨਾ ਇਹ ਬ੍ਰਹਿਮੰਡ ਆ, ਜਿੰਨੀ ਇਹ ਧਰਤੀ ਆ ਜਿੰਨਾ ਕੁਝ ਆਕਾਸ਼ ਤਾਰੇ ਆਪਾਂ ਨੂੰ ਦਿਸਦੇ ਆ, ਇਹਨੂੰ ਕੌਣ ਬਣਾ ਰਿਹਾ ਭਾਈ? ਇਹਦੇ ਪਿੱਛੇ ਕੌਣ ਹੈ? ਕਿਉਂਕਿ ਇਹ ਤੇ ਨਾਸ਼ਵੰਤ ਆ। ਗੁਰਬਾਣੀ ਵਿੱਚ ਥਾਂ ਥਾਂ ਤੇ ਕਿਹਾ ਵੀ ਨਾਸ਼ਵੰਤ। ਜੋ ਚੀਜ਼ ਨਾਸ਼ਵੰਤ ਹੋਵੇ ਨਾ, ਯਾਦ ਰੱਖਿਓ, ਜਿਹੜੀ ਨਾਸ਼ਵੰਤ ਹੋਵੇ ਉਹ ਕਿਸੇ ਦਾ ਸਹਾਰਾ ਨਹੀਂ ਹੋ ਸਕਦੀ, ਕਿਸੇ ਦਾ ਆਸਰਾ ਨਹੀਂ ਹੋ ਸਕਦੀ, ਕਿਸੇ ਦਾ ਅਧਿਸ਼ਠਾਨ ਨਹੀਂ ਹੋ ਸਕਦੀ। ਨਾਸ਼ਵੰਤ ਕਿਤੋਂ ਆ ਰਹੀ ਹੈ? ਕਿੱਥੋਂ ਆ ਰਹੀ ਹੈ? ਨਿਰੰਕਾਰ ਚੋਂ ਹੀ ਆ ਰਹੀ ਹੈ, ਨਿਰਗੁਣ ਚੋਂ ਹੀ ਆ ਰਹੀ ਹੈ। ਜਿਹੜਾ ਨਿਰਗੁਣ ਇੱਕ ਪਲ ਦੇ ਵਿੱਚ ਕੀ ਕੁਝ ਪੈਦਾ ਕਰੀ ਜਾਂਦਾ, ਇੱਕ ਪਲ ਵਿੱਚ। ਤੇ ਜਿਨ੍ਹਾਂ ਦੇ ਅੰਦਰ ਖਿੱਚ ਹੋਵੇ, ਪ੍ਰੇਮ ਹੋਵੇ ਨਿਰੰਕਾਰ ਦੇ ਪ੍ਰਤੀ, ਸਰਗੁਣ ਰੂਪ ਦੇ ਵਿੱਚ, ਅੱਜ ਵੀ ਦਰਸ਼ਨ ਦੇ ਦਿੰਦਾ। ਉਹ ਸ਼ਿਵਦੱਤ ਪੰਡਤ ਨੂੰ ਦਿੱਤੇ ਆ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਕਹਿੰਦਾ ਸੀ ਰਾਮ ਅਵਤਾਰ ਦੇ ਵਿੱਚ ਆ ਕੇ ਦਰਸ਼ਨ ਦੇ ਨਾ। ਮਹਾਰਾਜ ਨੇ ਕਿੱਥੇ? ਹੁਣ ਆਪਾਂ ਕਿੱਡਾ ਵੱਡਾ ਇਤਿਹਾਸ ਹੈ ਬਾਬੇ ਬਕਾਲੇ ਦਾ, ਮੱਖਣ ਸ਼ਾਹ ਲੁਬਾਣੇ ਦਾ ਮੋਢਾ ਲਾ ਕੇ ਜਹਾਜ਼ ਕਿੱਥੇ ਜਾ ਕੇ ਕੱਢ ਰਹੇ ਆ, ਦੇਖੋ। ਇਹ ਤੇ 100% ਆ ਵੀ ਸਰਗੁਣ ਰੂਪ ਵਿੱਚ ਗਏ। ਪ੍ਰੇਮੀ ਨਹੀਂ ਬਣਿਆ ਮੈਂ, ਅਸਲ 'ਚ ਗਲਤੀ ਮੇਰੀ ਆ। ਮੈਂ ਉੱਥੋਂ ਤੱਕ ਪਹੁੰਚਿਆ ਨਹੀਂ। ਮੈਂ ਬੜੇ ਸੁਣਦਾ, ਕਾਮਰੇਡੀ ਵੀ ਸੁਣੀ ਜਾਂਦਾ ਹੁੰਦਾ। ਇਹ ਕਿਵੇਂ ਹੋ ਸਕਦਾ ਜੀ? ਆਹ ਕਿਵੇਂ? ਉਹ ਭਲਿਓ ਇੰਨਾ ਹੀ ਸੋਚ ਲਓ ਵੀ ਆਹ ਕਿਵੇਂ ਹੋਇਆ। ਇੰਨਾ ਹੀ ਸੋਚ ਲਓ ਵੀ ਜਿਵੇਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਬਿਨ ਥੰਮਾ ਗਗਨ ਰਹਾਇਆ। ਬਿਨਾਂ ਥੰਮ ਤੋਂ ਆ ਧਰਤੀਆਂ ਉੱਡੀਆਂ ਫਿਰਦੀਆਂ ਆਕਾਸ਼ ਵਿੱਚ।
ਆ ਪਾਣੀ 70% 30% ਧਰਤੀ ਆ, ਉਹਨੂੰ ਬੰਨ ਕੇ ਰੱਖਿਆ ਹੋਇਆ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲਾ ਹੈ ਲੱਖ ਦਰਿਆਓ। ਆ ਸਾਡੇ ਸਰੀਰ ਤੁਰੇ ਫਿਰਦੇ ਆ, ਪੰਛੀ ਉੱਡੇ ਫਿਰਦੇ ਆ। ਇਹਨਾਂ ਥੋੜੀ ਜਿਹੀ ਗਹਿਰਾਈ ਨਾਲ ਸੋਚਿਆ ਕਰੋ ਵੀ ਕਿਹੜੀ ਚੇਤਨ ਸ਼ਕਤੀ ਆ। ਇੱਕਦਮ ਆਪਾਂ ਡਿੱਗ ਪੈਨੇ, ਇੱਕਦਮ ਪੰਛੀ ਡਿੱਗ ਪੈਂਦੇ ਆ। ਕੌਣ ਹੈ? ਉਹ ਅਧਿਸ਼ਠਾਨ ਆਤਮਾ ਵਿਆਪਕ ਬ੍ਰਹਮ, ਜਿਹਦੇ ਸਹਾਰੇ ਸਭ ਕੁਝ ਚੱਲਦਾ। ਜਿਹੜੇ ਕਹਿੰਦੇ ਇਦਾਂ ਕਿਵੇਂ ਹੋ ਜੂਗਾ, ਆ ਵੀ ਤਾਂ ਸਾਰਾ ਕੁਝ ਇਦਾਂ ਹੀ ਹੋਇਆ, ਹੋਰ ਕਿਦਾਂ ਹੋਇਆ? ਮੈਨੂੰ ਕਿਸੇ ਨੇ ਪੁੱਛਿਆ ਵੀ ਇਦਾਂ ਕਿਵੇਂ ਹੋ ਗਿਆ, ਮੈਂ ਕਿਵੇਂ? ਕਹਿੰਦਾ ਥੰਮ ਪਾੜ ਪ੍ਰਗਟਿਆ ਨਰਸਿੰਘ ਰੂਪ ਅਵਤਾਰਾ। ਇਹ ਪੱਥਰ ਵਿੱਚੋਂ ਕਿਵੇਂ ਪ੍ਰਗਟ ਹੋ ਗਿਆ? ਮੈਂ ਕਿਹਾ ਜਿਵੇਂ ਤੂੰ ਮਾਂ ਦੀ ਗਰਭ ਵਿੱਚੋਂ ਹੋ ਗਿਆ, ਤੂੰ ਵੀ ਤੇ ਹੋਇਆ ਹੀ ਆ। ਫਿਰ ਕਹਿੰਦਾ ਜੀ ਇਹ ਸੰਸਾਰੀ ਨਿਯਮ, ਤੇ ਸੰਸਾਰੀ ਨਿਯਮ ਬਣਾਇਆ ਕਿਹਨੇ? ਮੈਂ ਕਿਹਾ ਤੂੰ ਬਣਾਇਆ, ਤੇਰੇ ਪਿਓ ਨੇ ਬਣਾਇਆ, ਤੇਰੇ ਪੜਦਾਦੇ ਨੇ ਬਣਾਇਆ, ਜਾਂ ਕਿਸੇ ਵਿਗਿਆਨੀ ਨੇ ਬਣਾ ਦਿੱਤਾ। ਸਾਇੰਸ ਦੀ ਖੋਜ ਬਹੁਤ ਹੈ, ਪਰ ਸਾਇੰਸ ਕਹਿੰਦੀ ਆ ਰੱਬ ਨਹੀਂ, ਮੈਂ ਕਹਿੰਦਾ ਵੀ ਗਿਆਨ ਕਹਿੰਦਾ ਰੱਬ ਹੀ ਹੈ ਸਭ ਕੁਝ। ਇਹ ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਇਹ ਕਿਹਨੇ ਬਣਾ ਦਿੱਤਾ? ਤੂੰ ਵੀ ਤੇ ਹੋਇਆ ਹੀ ਆ, ਨਿੱਕੀ ਜੀ ਪਾਣੀ ਦੀ ਇੱਕ ਬੂੰਦ ਤੋਂ ਹੋ ਗਿਆ। ਲੈ ਫਿਰ ਚੁੱਪ, ਥੋੜਾ ਜਿਹਾ ਗਹਿਰਾਈ ਨਾਲ ਸੋਚ ਲਿਆ ਕਰੋ। ਨਿਰੰਕਾਰ ਕਰਤਾ, ਕੁਝ ਵੀ ਕਰ ਸਕਦਾ। ਹਾਂ ਉਹ ਨਿਯਮ ਨੂੰ ਵਿਗਾੜਦਾ ਨਹੀਂ, ਪਰ ਜਿੱਥੇ ਰੱਬ ਦੇ ਪਿਆਰੇ ਆ ਨਾ, ਭਗਤ ਨਾਮਦੇਵ ਦੇ ਸਮੇਂ ਦੋਹਰਾ ਵੀ ਘੁਮਾ ਦਿੱਤਾ। ਭਗਤ ਰਵਿਦਾਸ ਨੇ ਚੇਤੇ ਕੀਤਾ, ਮੂਰਤੀਆਂ ਵੀ ਤੁਰਨ ਲਾਤੀਆਂ। ਕੋਈ ਯਾਦ ਤੇ ਕਰੇ। ਭਗਤ ਧੰਨੇ ਨੇ ਯਾਦ ਕੀਤਾ, ਤੁਹਾਨੂੰ ਪਤਾ ਹੀ ਆ ਵੀ ਗਊਆਂ ਵੀ ਚਾਰਤੀਆਂ, ਨਾਮਦੇਵ ਦੀ ਛੱਪੜੀ ਵੀ ਬਣਾਤੀ। ਹੁਣ ਮੇਰੀ ਉਹ ਅਵਸਥਾ ਨਹੀਂ, ਤੇ ਮੈਂ ਉਹਨੂੰ ਕਟਾਸ਼ ਚ ਨਹੀਂ ਲੈ ਸਕਦਾ ਵੀ ਮੈਂ ਕਹਿ ਦੇਵਾਂ ਵੀ ਨਹੀਂ। ਭੈਣ ਬੇਬੇ ਨਾਨਕੀ ਕਹਿਣ ਲੱਗੀ, ਵੀਰਾ ਮਹਾਰਾਜ ਕਹਿਣ ਲੱਗੇ, ਜਦੋਂ ਤੂੰ ਭੈਣੇ ਯਾਦ ਕਰੇਂਗੀ ਮੈਂ ਇੱਥੇ। ਨਿਰੰਕਾਰ ਹੈ, ਕਿਉਂਕਿ ਮਾਰਗ ਸੁਰਤ ਦਾ ਵੀ ਇੱਕ ਮਾਰਗ ਹੈ, ਮੰਨੈ ਸਗਲ ਭਵਨ ਕੀ ਸੁਧ। ਇਤਿਹਾਸ ਬਹੁਤ ਲੰਮਾ ਹੋ ਜਾਣਾ, ਮੈਂ ਸੰਖੇਪ ਵਿੱਚ ਹੀ ਜਾਵਾਂ, ਕਿਉਂਕਿ ਆਪਾਂ ਗੁਰੂ ਨਾਨਕ ਦੇ ਇਤਿਹਾਸ ਵਿੱਚ ਹੀ ਰਹਿਣਾ। ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਥੋੜਾ ਸਮਾਂ ਉੱਥੇ ਬੇਬੇ ਨਾਨਕੀ ਕੋਲੇ ਰਹੇ। ਜਿਹੜੇ 20 ਰੁਪਏ ਦਿੱਤੇ ਸੀ ਭਾਈ ਮਰਦਾਨੇ ਨੂੰ, ਬੇਬੇ ਨਾਨਕੀ ਨੇ ਮਹਾਰਾਜ ਨੇ ਵਾਪਸ ਕਰਵਾ ਦਿੱਤੇ। ਫਿਰ ਜਿਵੇਂ ਭਾਈ ਗੁਰਦਾਸ ਨੇ ਲਿਖਿਆ ਨਾ, ਬਾਬੇ ਡਿੱਠੇ ਪ੍ਰਿਥਵੀ ਨਵਖੰਡ ਜਿੱਥੇ ਤੱਕ ਆਈ, ਕਿਉਂਕਿ ਮਹਾਰਾਜ ਨੇ ਉਹਨੇ ਇਹ ਲੋਕਾਈ ਨੂੰ ਸੁੱਧਨ ਨਿਕਲਣਾ ਸੀਗਾ। ਸਭ ਤੋਂ ਪਹਿਲਾਂ ਸੁਲਤਾਨਪੁਰ ਦੀ ਧਰਤੀ ਤੋਂ ਭਾਈ ਮਰਦਾਨੇ ਔਰ ਭਾਈ ਬਾਲੇ ਦੇ ਸਮੇਤ ਗੁਰੂ ਨਾਨਕ ਦੇਵ ਮਹਾਰਾਜ ਏਮਨਾਬਾਦ ਦੀ ਧਰਤੀ ਵੱਲ ਜਾ ਰਹੇ ਆ। ਦੇਖੋ ਪ੍ਰੇਮ ਦੀ ਖਿੱਚ ਆ, ਕਿਉਂਕਿ ਪ੍ਰੇਮੀ ਰਹਿ ਰਿਹਾ ਉੱਥੇ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਆ ਨਾ, ਸਾਚ ਕਹੋ ਸੁਣ ਲਿਓ ਸਭੈ ਜਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਭਾਈ ਲਾਲੋ ਮੈਂ ਕਈ ਵਾਰ ਤਰਖਾਣ ਵੀਰਾਂ ਨੂੰ ਬੇਨਤੀ ਕਰਦਾ ਹਾਂ ਵੀ ਉਹ ਬਾਬਾ ਵਿਸ਼ਵਕਰਮਾ ਦਾ ਦਿਨ ਮਨਾਉਂਦੇ ਆ, ਮਨਾਉਣ। ਕਿਸੇ ਦੀ ਭਾਵਨਾ ਨਾਲ ਨਹੀਂ ਇਦਾਂ ਖਿਲਵਾੜ ਕਰਨਾ ਚਾਹੀਦਾ। ਕਿਉਂ ਮਨਾਉਂਦੇ ਆ ਫਲਾਨਾ ਤਿਉਂਕਾ, ਚਲੋ ਉਹਨਾਂ ਦੀ ਇੱਛਾ, ਭਾਈ ਮਨਾ ਲੈਣ। ਪਰ ਭਾਈ ਲਾਲੋ ਦਾ ਦਿਨ 100% ਕਿਸੇ ਦਿਨ ਦਾਸ ਕਥਾ ਦੇ ਵਿੱਚ ਸਾਂਝਾ ਕਰੇਗਾ। ਇਤਿਹਾਸ ਦੇ ਮੁਤਾਬਕ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ, ਔਰ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਜਾਂ ਕਹਿ ਲਵੋ ਜੱਸਾ ਸਿੰਘ ਰਾਮਗੜੀਆ, ਇਹ ਤਰਖਾਣ ਵੀਰ, ਇਹਨਾਂ ਦੀ ਸਿੱਖ ਧਰਮ ਨੂੰ ਬਹੁਤ ਵੱਡੀ ਦੇਣ ਆ। ਸਿੱਖ ਧਰਮ ਦੇ ਵਿੱਚ ਰਹਿ ਕੇ ਇਹਨਾਂ ਨੇ ਬੜੇ ਵੱਡੇ ਮਹਾਪਰਉਪਕਾਰ ਕੀਤੇ ਆ। ਦਾਸ ਇਤਿਹਾਸ ਵਿਚਾਰ ਰਿਹਾ ਸੀਗਾ। 10ਵੇਂ ਪਾਤਸ਼ਾਹ ਦੇ ਨਾਲ ਰਹੇ, 6ਵੇਂ ਪਾਤਸ਼ਾਹ ਨਾਲ ਰਹੇ, 5ਵੇਂ ਪਾਤਸ਼ਾਹ ਦੇ ਨਾਲ ਰਹੇ, 4ਥੇ ਪਾਤਸ਼ਾਹ ਦੇ ਨਾਲ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜਿਸ ਵੇਲੇ ਪ੍ਰਚਾਰ ਦੀ ਫੇਰੀ ਤੇ ਨਿਕਲ ਰਹੇ ਆ, ਸੁਲਤਾਨਪੁਰ ਦੀ ਧਰਤੀ ਤੋਂ ਚੱਲੇ ਆ, ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਏਮਨਾਬਾਦ ਦੀ ਧਰਤੀ ਪਹੁੰਚੇ। ਇਤਿਹਾਸ ਦੱਸਦਾ ਹੈ ਵੀ ਸੁਲਤਾਨਪੁਰ ਤੋਂ ਏਮਨਾਬਾਦ ਦੀ ਧਰਤੀ ਤੇ ਆਉਂਦਿਆਂ 17 ਦਿਨ ਮਹਾਰਾਜ ਦੇ ਲੱਗੇ। 17 ਦਿਨਾਂ ਵਿੱਚ ਪਹੁੰਚੇ ਉੱਥੇ।
ਆ ਗਏ ਇਮਨਾਬਾਦ ਦੀ ਧਰਤੀ ਤੇ। ਭਾਈ ਲਾਲੋ ਮਹਾਰਾਜ ਨੇ ਆ ਬੂਹਾ ਖੜਕਾਇਆ, ਬੂਹਾ ਖੜਕਾਇਆ, ਬੂਹਾ ਖੋਲਿਆ। ਭਾਈ ਲਾਲੋ ਨੇ ਦੇਖਿਆ, ਹੁਣ ਗੁਰੂ ਨਾਨਕ ਦੇਵ ਮਹਾਰਾਜ ਦਾ ਚਿਹਰਾ ਨਾਮ ਬਾਣੀ ਦੇ ਪ੍ਰਤਾਪ ਦੇ ਵਿੱਚ ਗਦ-ਗਦ ਕਰਦਾ ਸੀ। ਖੁਦ ਨਿਰੰਕਾਰ ਸਰੂਪ ਸੀ ਨਾ, ਨੇਤਰਾਂ ਦੇ ਵਿੱਚੋਂ ਪ੍ਰਕਾਸ਼ ਨਾਮ ਬਾਣੀ ਦਾ, ਮੱਥੇ ਦੇ ਵਿੱਚ ਨਾਮ ਬਾਣੀ ਦਾ ਪ੍ਰਕਾਸ਼ ਡੁੱਲਦਾ ਸੀਗਾ। ਤੇ ਆਪਾਂ ਨੂੰ ਭਲੀ ਪ੍ਰਕਾਰ ਪਤਾ ਹੀ ਹੈ ਗੁਰਮੁਖ ਪਿਆਰਿਓ, ਜਿਹੜਾ ਨਾਮ ਬਾਣੀ ਬੰਦਗੀ ਕਰਦਾ ਨਾ, ਉਹਦੇ ਨੇਤਰਾਂ ਵਿੱਚ ਨੇਤਰ ਨਹੀਂ ਪੈਂਦੇ, ਉਹਦੇ ਵੱਲ ਝਾਕਿਆ ਨਹੀਂ ਜਾਂਦਾ। ਇਹ ਪ੍ਰਤਾਪ ਹੁੰਦਾ ਹੈ, ਕਿਉਂਕਿ ਇਹ ਵਿਦਵਾਨਾਂ ਨੂੰ ਪੜ੍ਹਿਆ ਦਾਸ ਨੇ, ਇੱਕ ਊਰਜਾ ਹੈ ਜਿਹੜੀ ਇਕੱਠੀ ਹੋ ਜਾਂਦੀ ਹੈ ਸਾਡੇ ਸਰੀਰ ਦੇ ਵਿੱਚ, ਫਿਰ ਉਹ ਨੇਤਰਾਂ ਦੇ ਰਾਹੀਂ, ਮੱਥੇ ਦੇ ਰਾਹੀਂ ਉਹ ਡੁਲਕਣ ਲੱਗ ਪੈਂਦੀ ਹੈ। ਨੇਤਰਾਂ ਦਾ ਪ੍ਰਤਾਪ ਵੱਧ ਜਾਂਦਾ ਹੈ, ਮੱਥੇ ਦਾ ਪ੍ਰਤਾਪ ਵੱਧ ਜਾਂਦਾ ਹੈ। ਬੰਦਗੀਆਂ ਵਾਲੀਆਂ ਜਿਹੜੀਆਂ ਰੂਹਾਂ ਹੁੰਦੀਆਂ ਨਾ, ਇਹੀ ਕਾਰਨ ਹੁੰਦਾ ਹੈ। ਦਾਸ ਨੇ ਇੱਥੋਂ ਤੱਕ ਵੀ ਵਿਚਾਰਿਆ ਵੀ ਅੱਗੇ ਜਿਹੜੇ ਤਤਵਿਤੇ ਮਹਾਂਪੁਰਖ ਹੁੰਦੇ ਸੀ ਵੀ ਉਹ ਇਦਾਂ ਆਏ ਹੱਥ ਕਾਹਤੋਂ ਕਰਦੇ ਸੀ, ਕਿਉਂਕਿ ਹੱਥ ਦੇ ਰਾਹੀਂ ਇਹ ਤਲੀ ਦੇ ਵਿੱਚੋਂ ਉਹ ਨਾਮ ਬਾਣੀ ਦਾ ਜਿਹੜਾ ਪ੍ਰਤਾਪ ਆ ਉਹ ਨਿਕਲ ਕੇ ਤੇ ਗਾਂ ਆਪਣੇ ਪਿਆਰੇ ਦੇ ਉੱਪਰ ਉਹ ਬਖਸ਼ਿਸ਼, ਉਹ ਰਹਿਮਤ ਉਹ ਵਰਦੀ ਸੀਗੀ। ਹੁਣ ਗੁਰੂ ਨਾਨਕ ਦੇਵ ਮਹਾਰਾਜ ਜਿਸ ਵੇਲੇ ਭਾਈ ਲਾਲੋ ਦੇ ਗ੍ਰਹਿ ਵਿਖੇ ਪਹੁੰਚੇ, ਕੁੰਡਾ ਖੜਕਾਇਆ, ਭਾਈ ਲਾਲੋ ਨੇ ਕੁੰਡਾ ਖੋਲਿਆ, ਮਹਾਰਾਜ ਦੇ ਦਰਸ਼ਨ ਕੀਤੇ, ਗਦਗਦ ਹੋ ਗਿਆ, ਦਰਸ਼ਨ ਕਰਕੇ ਗਦਗਦ ਹੋ ਗਿਆ, ਕਿਉਂਕਿ ਭਾਈ ਲਾਲੋ ਦਾ ਸੁਭਾਅ ਸਾਧੂਆਂ ਵਾਲਾ ਸੀ। ਕੋਈ ਸੰਤ ਮਹਾਪੁਰਸ਼ ਤਤਵਿਤਾ ਗੁਰਮੁਖ ਪਿਆਰਾ ਕੋਈ ਵੀ ਆਉਂਦਾ ਉਹਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਘਰ ਲੈ ਕੇ ਜਾਂਦੇ, ਪ੍ਰਸ਼ਾਦਾ ਪਾਣੀ ਛਕਾਉਂਦੇ। ਇਹ ਵਿਰਲੇ ਹੀ ਹੁੰਦੇ ਆ ਭਾਈ, ਨੇ ਨਾਸਤਕ ਬਿਰਤੀ ਵਾਲੇ ਥੋੜੇ ਆ। ਮੈਂ ਦੇਖੀ ਜਾਂਦਾ ਸੀਗਾ ਸੋਸ਼ਲ ਮੀਡੀਆ ਦੇ ਉੱਪਰ, ਤੁਸੀਂ ਵੀ ਦੇਖਦੇ ਹੀ ਆ, ਤੁਹਾਨੂੰ ਹੀ ਪਤਾ, ਲੱਖਾਂ ਰੁਪਈਆ ਅਸੀਂ ਬਰਬਾਦ ਕਰ ਦਿੰਨੇ ਆ ਗਾਉਣ ਵਾਲਿਆਂ ਦੇ ਉੱਪਰੋਂ। ਐਡੇ ਐਡੇ ਨੋਟ ਡਾਲਰ ਵੀ ਐ ਫਿਰ ਜੀਭ ਦਾ ਥੁੱਕ ਲਾ ਕੇ ਤੇ ਐ ਸੁੱਟਦੇ ਆ ਜਿਵੇਂ ਮੀਂਹ ਨਹੀਂ ਵਰਦਾ ਹੁੰਦਾ। ਦੇਖ ਕੇ ਹੈਰਾਨ ਹੁੰਨਾ ਵੀ ਕਲਯੁਗ ਦਾ ਜ਼ੋਰ ਬੜਾ, ਕਲਯੁਗ ਦੀ ਤੱਤੀ ਹਵਾ ਬੜੀ ਆ। ਧਰਮ ਦੇ ਕਰਮ ਦੇ ਲਈ, ਪੁੰਨ ਕਰਮ ਦੇ ਲਈ ਪੈਸਾ ਕਿਸੇ ਤੋਂ ਮੰਗ ਲਓ, ਦੰਦਲਾਂ ਪੈ ਜਾਂਦੀਆਂ ਉਸੇ ਵੇਲੇ। ਨਾ ਧਰਮ ਦੇ ਕਰਮ ਦੇ ਲਈ ਕਿਸੇ ਦਾ ਮਨ ਕਰਦਾ। ਇਹ ਵਿਰਲੇ ਹੁੰਦੇ ਆ ਰੱਬ ਦੇ ਪਿਆਰੇ, ਜਿਹੜੇ ਰੱਬ ਦੇ ਪਿਆਰੇ ਨੂੰ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ। ਇਹ ਨਗਰਾਂ ਵਿੱਚ ਆਪਾਂ ਨੂੰ ਗੁਰਮੁਖ ਪਿਆਰੇ ਐਸੇ ਮਿਲ ਜਾਂਦੇ ਆ, ਐਸਾ ਨਹੀਂ ਕਿ ਨਹੀਂ ਮਿਲਦੇ, ਅੱਜ ਵੀ ਹੈ। ਜਿਨ੍ਹਾਂ ਦੀ ਬਿਰਤੀ ਹੁੰਦੀ ਆ, ਕੋਈ ਰੱਬ ਦਾ ਪਿਆਰਾ, ਕੋਈ ਬੰਦਗੀ ਵਾਲੀ ਰੂਹ ਆਵੇ ਤੇ ਉਹਦੇ ਨਾਲ ਬੈਠ ਕੇ ਕੋਈ ਗੁਰਮਤਿ ਵਿਚਾਰ, ਕੋਈ ਰੱਬ ਦੇ ਨਾਮ ਦੀ ਗੱਲ, ਇਹ ਦੋ ਘੜੀਆਂ ਕੋਈ ਸਤ ਸੰਗਤ ਹੋ ਜਾਵੇ। ਭਾਈ ਬਾਲੇ ਨੇ ਤੱਕਿਆ ਗੁਰੂ ਨਾਨਕ ਨਿਰੰਕਾਰੀ ਨੂੰ, ਬਸ ਗਦਗਦ ਚਿਹਰਾ ਹੋ ਗਿਆ। ਪ੍ਰੇਮ ਦੇ ਵਿੱਚ ਇੰਨਾ ਭਿੱਜ ਗਿਆ, ਪ੍ਰੇਮ ਦੇ ਵਿੱਚ ਇੰਨਾ ਭਿੱਜ ਗਿਆ, ਸੁੱਧ ਬੁੱਧ ਹੀ ਨਾ ਰਹੀ। ਮਹਾਰਾਜ ਕਹਿਣ ਲੱਗੇ, ਲਾਲੋ ਹੁਣ ਇੱਥੇ ਅੱਗੇ ਘਰੇ ਵੀ ਬੁਲਾਵੇਂਗਾ ਕਿ ਨਹੀਂ? ਕਹਿੰਦਾ ਮਹਾਰਾਜ ਮਹਾਂਪੁਰਸ਼ੋ ਤਤ ਬੇਤਿਓ ਗਲਤੀ ਹੋ ਗਈ, ਆਓ। ਜੀ ਆਇਆਂ ਨੂੰ ਚਾਹ ਚੜ ਗਿਆ, ਸਾਰੇ ਪਰਿਵਾਰ ਨੂੰ ਚਾਹ ਚੜ ਗਿਆ। ਭੱਜੇ ਫਿਰਨ ਵੀ ਰੱਬ ਦਾ ਪਿਆਰਾ, ਰੱਬ ਦੇ ਸੇਵਕ ਆਏ ਆ। ਨਿਰੰਕਾਰੀ ਜੋਤ ਸੀ ਗੁਰੂ ਨਾਨਕ ਦੇਵ ਮਹਾਰਾਜ ਨੂੰ। ਮਹਾਰਾਜ ਭਾਈ ਲਾਲੋ ਨੇ ਪੁੱਛਿਆ, ਮਹਾਰਾਜ ਕਿਰਪਾ ਕਰੋ, ਆਪਣਾ ਨਾਮ ਦੱਸੋ। ਮਹਾਰਾਜ ਕਹਿਣ ਲੱਗੇ, ਭਾਈ ਲਾਲੋ ਤੇਰਾ ਤੇ ਮੇਰਾ ਪਿਛਲੇ ਜਨਮਾਂ ਦਾ ਪਿਆਰ ਹੈ। ਪਿਛਲੇ ਜਨਮਾਂ ਦਾ ਅਰਥ ਹੈ ਕਿਉਂਕਿ ਭਾਈ ਲਾਲੋ ਦੀ ਬੰਦਗੀ ਸੀ, ਗੁਰੂ ਨਾਨਕ ਦੇ ਜਨਮ ਵਿੱਚ ਆਉਂਦੇ ਹੀ ਨਹੀਂ। ਭਾਈ ਲਾਲੋ ਦੇ ਜਨਮ ਮੰਨੇ ਹੋਣਗੇ, ਕਿਉਂਕਿ ਬਹੁਤ ਜਨਮ ਵਿਚਰੇ ਤੇ ਮਾਧੋ ਇਹੋ ਜਨਮ ਤੁਮਾਰੇ ਲੇਖੇ। ਆਪਾਂ ਵੀ ਤੇ ਨਿਰੰਕਾਰ ਵੱਲ ਹੀ ਜਾ ਰਹੇ ਆ, ਕੋਈ ਅੱਗੇ ਆ ਕੋਈ ਪਿੱਛੇ ਆ। ਇੱਕ ਦਿਨ ਸਭ ਨੇ ਉਹਦੇ ਵਿੱਚ ਅਭੇਦ ਹੋ ਜਾਣਾ, ਜਿਵੇਂ 999 ਨਦੀਆਂ ਨਿਕਲ ਕੇ ਤੇ ਫਿਰ ਉਹ ਆ ਜਾ ਕੇ ਸਮੁੰਦਰ ਵਿੱਚ ਹੀ ਮਿਲਦੀਆਂ। ਉਹ ਪਾਣੀ ਮਿਲਦਾ ਸਮੁੰਦਰ ਵਿੱਚ ਹੀ ਆ, ਸਭ ਨੇ ਮਿਲਣਾ ਉਹਦੇ ਵਿੱਚ ਹੀ, ਕੋਈ ਅੱਗੇ ਆ ਕੋਈ ਪਿੱਛੇ, ਮਿਲਣਾ ਜ਼ਰੂਰ। ਇਹ ਯਾਤਰਾ ਸੰਸਾਰ ਦੀ ਹਾਂ ਲੰਮੀ ਬੜੀ ਆ। ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਵੇ, ਵਾਸ਼ਨਾ ਕਰਕੇ ਬੰਨਿਆ ਹੋਇਆ ਬੰਦਾ। ਮਹਾਰਾਜ ਕਹਿਣ ਲੱਗੇ ਵੀ ਤੂੰ ਸਾਡੇ ਪਿਛਲੇ ਜਨਮਾਂ ਦਾ ਭਗਤ ਆ,
ਹਜੂਰ ਦੇ ਚਰਨਾਂ ਤੇ ਨਕਮਸਤਕ ਹੋਇਆ, ਮੱਥਾ ਟੇਕਿਆ। ਮਹਾਰਾਜ ਤੁਹਾਡਾ ਨਾਮ? ਭਾਈ ਮਰਦਾਨਾ ਕਹਿਣ ਲੱਗਾ ਨਾਨਕ। ਨਾਨਕ। ਇੱਥੇ ਮੈਂ ਇੱਕ ਬੇਨਤੀ ਕਰ ਦੇਵਾਂ, ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਇਤਿਹਾਸ ਮੁਤਾਬਕ ਮੈਂ ਬੇਨਤੀ ਕਰਦਾ। ਜੋ ਦਾਸ ਨੇ ਪੜ੍ਹਿਆ ਗੁਰੂ ਦੀ ਕਿਰਪਾ ਨਾਲ, ਇਸ ਸਮੇਂ ਭਾਈ ਮਰਦਾਨਾ ਹੀ ਨਾਲ ਸੀ, ਕਿਉਂਕਿ ਭਾਈ ਬਾਲਾ ਇੱਕ ਵਾਰੀ ਸੁਲਤਾਨਪੁਰ ਤੋਂ ਹੀ ਰਾਏ ਭੋਜ ਦੀ ਤਲਵੰਡੀ ਮਹਾਰਾਜ ਤੋਂ ਆਗਿਆ ਲੈ ਲਈ, ਮਹਾਰਾਜ ਜੇ ਹੁਕਮ ਹੋਵੇ ਮੈਂ ਪਰਿਵਾਰ ਵੱਲ ਜਾਵਾਂ। ਮਹਾਰਾਜ ਕਹਿੰਦੇ ਚੰਗਾ ਤੂੰ ਜਾਇਆ। ਇਹ ਭਾਈ ਮਰਦਾਨਾ ਫਿਰ ਇਧਰੋਂ ਏਮਨਾਬਾਦ ਸੀਗਾ, ਮਹਾਰਾਜ ਦੇ ਨਾਲ ਗਿਆ ਇੱਕ ਵਾਰੀ। ਭਾਈ ਮਰਦਾਨਾ ਕਹਿਣ ਲੱਗਾ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਦਾ ਨਾਮ ਆ ਨਾਨਕ ਨਿਰੰਕਾਰੀ। ਜਦੋਂ ਇਹ ਗੱਲ ਸੁਣੀ ਨਾ, ਭਾਈ ਲਾਲੋ ਕਹਿਣ ਲੱਗਾ, ਕਹਿੰਦਾ ਨਾਨਕ ਤਪੀਆ? ਕਹਿੰਦੇ ਹਾਂ। ਕਹਿੰਦਾ ਮੈਂ ਤੇ ਬਹੁਤ ਉਪਮਾ ਸੁਣੀ ਆ, ਬਹੁਤ ਵਡਿਆਈ ਸੁਣੀ ਆ, ਸੁਲਤਾਨਪੁਰ ਦੇ ਵਿੱਚ ਬੇਅੰਤ ਕੌਤਕ ਕੀਤੇ। ਕਹਿੰਦੇ ਹਾਂ। ਮਹਾਰਾਜ ਧੰਨ ਭਾਗ, ਧੰਨ ਭਾਗ, ਧੰਨ ਭਾਗ। ਸੇਵਾ ਕੀਤੀ ਪਰਿਵਾਰ ਨਾਲ ਰੱਜ ਕੇ ਜਿੰਨੀ ਵੀ ਹੋ ਸਕੀ, ਬਚਨ ਬਲਾਸ ਹੋਏ। ਮਹਾਰਾਜ ਕਹਿਣ ਲੱਗੇ, ਕਹਿੰਦੇ ਲਾਲੋ ਕਾਰਜ ਕੀ ਕਰਦਾ? ਮਹਾਰਾਜ ਸਾਡੇ ਮਿਸਤਰੀਆਂ ਕੋਲੇ ਕਿਹੜਾ ਕਾਰਜ ਹੁੰਦਾ, ਕੋਈ ਕੰਮ ਆ, ਲੱਕੜ ਘੜਦਾ। ਮਹਾਰਾਜ ਕਹਿੰਦੇ ਲੱਕੜੀ ਘੜਦਾ ਕਿ ਮਨ ਵੀ ਘੜਿਆ? ਬਸ ਇੱਥੇ ਹੀ ਐਸਾ ਤੀਰ ਐਸਾ ਬਾਣ ਮਹਾਰਾਜ ਨੇ ਖਿੱਚ ਕੇ ਮਾਰਿਆ, ਹਜੂਰ ਦੇ ਚਰਨਾਂ 'ਚ ਡਿੱਗਿਆ। ਕਹਿੰਦਾ ਮਹਾਰਾਜ ਹਜੇ ਤਾਂ ਲੱਕੜ ਹੀ ਘੜਦਾ, ਪਰ ਮਨ ਘੜਨ ਦੀ ਜੁਗਤੀ, ਮਨ ਘੜਨ ਦਾ ਤਰੀਕਾ, ਮਨ ਘੜਨ ਦਾ ਢੰਗ ਇਹ ਤੁਸੀਂ ਰਹਿਮਤ ਕਰਕੇ ਬਖਸ਼ ਦੇਵੋ, ਤੇ ਮੈਂ ਮਨ ਘੜਨ ਦੀ ਜਿਹੜੀ ਜੁਗਤੀ ਤੁਹਾਡੇ ਤੋਂ ਸਿੱਖ ਕੇ ਮਨ ਘੜ ਲਵਾਂ, ਕਿਉਂਕਿ ਮਨ ਘੜਨਾ ਬੜਾ ਔਖਾ। ਘੜੀਐ ਸੁਰਤ ਮਤ ਮਨ ਬੁੱਧ ਸਾਰੇ ਘੜਦੇ ਆਪਾਂ। ਕਾਰ ਵਿਹਾਰ ਸੰਸਾਰ ਦੇ ਸਾਰੇ ਘੜੀ ਜਾਂਦੇ, ਇੱਥੇ ਜਿੰਨੇ ਵੀ ਆ, ਮੈਂ ਵੀ ਆ, ਤੁਸੀਂ ਵੀ, ਆਪੋ ਆਪਣੇ ਕਾਰਾਂ ਵਿਹਾਰਾਂ ਦੇ ਵਿੱਚ ਘੜੀ ਚੱਲੋ। ਇਹ ਨਹੀਂ ਗੱਲ ਕਿ ਨਹੀਂ ਘੜਨਾ, ਪਰ ਇਹਦੇ ਨਾਲ ਨਾਲ ਕਦੇ ਮਨ ਨੂੰ ਘੜਿਆ। ਮਨ ਨੂੰ ਘੜਨ ਦੇ ਲਈ ਨਾਮ, ਬੰਦਗੀ, ਵਿਵੇਕ, ਗਿਆਨ, ਸੇਵਾ, ਸਿਮਰਨ, ਜਪ, ਤਪ, ਗਿਆਨ, ਬਾਣੀ, ਫਿਰ ਮਨ ਘੜਿਆ ਜਾਣਾ। ਏਦਾਂ ਥੋੜੀ ਕਿਤੇ ਮਨ ਨੂੰ ਘੜਨਾ ਬੜਾ ਔਖਾ ਜੇ। ਮਹਾਰਾਜ ਰਹਿਮਤ ਕਰੋ। ਮਹਾਰਾਜ ਕਹਿਣ ਲੱਗੇ ਕੋਈ ਨਹੀਂ ਭਾਈ ਲਾਲੋ, ਤੇਰਾ ਮਨ ਨਿਰੰਕਾਰ ਨੇ ਕਿਰਪਾ ਕਰਨੀ ਹੈ, ਤੇਰੇ ਚਿੱਤ ਵਿੱਚ ਸਤ ਕਰਤਾਰ, ਜਿਹੜਾ ਸੱਚਾ ਕਰਤਾਰ ਆ ਨਾ, ਉਹ ਸਦਾ ਹੀ ਵਸੇ। ਬਸ ਆ ਬਚਨ ਕਹਿਣ ਦੀ ਦੇਰ ਸੀ, ਸਦਾ ਹੀ ਵਸੇ। ਹਜੂਰ ਦੇ ਚਰਨਾਂ ਤੇ ਮਹਾਰਾਜ ਸ਼ਾਮਾਂ ਦਾ ਸਮਾਂ ਹੋਇਆ, ਸ਼ਾਮਾਂ ਦਾ ਸਮਾਂ ਹੋਇਆ। ਮਹਾਰਾਜ ਕਹਿਣ ਲੱਗੇ ਚਲੋ ਭਾਈ ਲੰਗਰ ਪਾਣੀ ਕੀ ਤਿਆਰ ਕੀਤਾ? ਭਾਈ ਮਰਦਾਨਾ ਕਹਿੰਦਾ ਮਹਾਰਾਜ ਬਾਜਰੇ ਦੀ ਰੋਟੀ ਆ, ਸਰੋਂ ਦਾ ਸਾਗ ਆ। ਮਹਾਰਾਜ ਕਹਿੰਦੇ ਕਿਆ ਬਾਤ ਆ। ਹਜੂਰ ਚੌਂਤਰੇ ਜਾ ਕੇ ਬੈਠ ਕੇ, ਅੱਛਾ ਇਹ ਗੱਲ ਯਾਦ ਰੱਖਿਓ, ਜਿਹਦੇ ਨਾਲ ਅਥਾਹ ਪ੍ਰੇਮ ਹੋਵੇ ਨਾ, ਅਥਾਹ ਪਿਆਰ ਹੋਵੇ, ਜਿੱਥੇ ਪ੍ਰੇਮ ਦੇ ਵਿੱਚ, ਪਿਆਰ ਦੇ ਵਿੱਚ ਕੋਈ ਬੰਧਨ ਨਾ ਹੋਵੇ। ਜਿਵੇਂ ਆਪਾਂ ਰਿਸ਼ਤੇਦਾਰਾਂ ਨਾਲ ਪਿਆਰ ਕਰਦੇ ਹਾਂ, ਆਪਦੇ ਹੁਣ ਜਿੱਥੇ ਸਾਡੀ ਧੀ ਵਿਆਹੀ ਆ, ਜਿੱਥੇ ਸਾਡਾ ਪੁੱਤ ਵਿਆਹਿਆ, ਅਸੀਂ ਚੌਂਤਰੇ ਵਿੱਚ ਜਾ ਕੇ ਬਹਿ ਜਾਂਦੇ। ਆਮ ਆਪਾਂ ਕਿਸੇ ਬੰਦੇ ਨੂੰ ਨਹੀਂ ਬਹਿਣ ਦਿੰਦੇ। ਹਾਂ ਇਹ ਲੁਕਾਈ ਦੀ ਇੱਕ ਮਰਜ਼ਾਦਾ, ਇਹ ਮਰਜ਼ਾਦਾ ਹੀ ਆ। ਬੈਠਕ ਕਿਉਂ ਪਾਈ ਜਾਂਦੀ ਸੀ ਅੱਗੇ? ਬੈਠਕ ਦਾ ਅਰਥ ਹੁੰਦਾ ਬੈਠਣਾ, ਕਿ ਭਾਈ ਉਪਰਾ ਬੰਦਾ ਆਇਆ ਉਹ ਬਾਰ-ਬਾਰ ਬੈਠੇ, ਬਾਰ-ਬਾਰ ਜਾਵੇ। ਪਰ ਆਪਦਾ ਹੁੰਦਾ ਨੂੰ ਕਹਿੰਦੇ ਵੀ ਆ ਜਾ ਭਾਈ ਤੂੰ ਅੱਗੇ। ਗੁਰੂ ਨਾਨਕ ਦੇਵ ਮਹਾਰਾਜ ਦੇ ਭਾਈ ਲਾਲੋ ਜੀ ਆਪਦੇ ਸੀ, ਤੇ ਗੁਰੂ ਨਾਨਕ ਦਾ ਵੀ ਭਾਈ ਲਾਲੋ ਸੀ। ਮਹਾਰਾਜ ਚੌਂਤਰੇ ਤੇ ਚੱਲ ਗਏ, ਉੱਥੇ ਬੈਠ ਕੇ ਜਦੋਂ ਬਾਜਰੇ ਦੀ ਰੋਟੀ ਤੇ ਸਾਗ ਆਇਆ ਨਾ, ਇਤਿਹਾਸ ਦੱਸਦਾ ਕਹਿੰਦੇ ਭਾਈ ਮਰਦਾਨਾ ਥੋੜਾ ਜਿਹਾ ਉਸ ਵੇਲੇ ਚੁੱਪ ਜੇ ਹੋ ਗਏ। ਮਹਾਰਾਜ ਕਹਿਣ ਲੱਗੇ ਮਰਦਾਨਿਆ ਚੁੱਪ ਕਿਉਂ ਹੋਇਆ? ਮਹਾਰਾਜ ਰੁੱਖੀ ਰੋਟੀ। ਮਹਾਰਾਜ ਕਹਿਣ ਲੱਗੇ ਰੁੱਖੀ ਨਹੀਂ, 10 ਨੌਹਾਂ ਦੀ ਕਿਰਤ ਆ, ਇਹ ਕਿਰਤ ਦੀ ਰੋਟੀ ਆ। ਭਾਈ ਗੁਰਦਾਸ ਨੇ ਲਿਖਿਆ ਨਾ, ਕਿਰਤ ਵਿਰਤ ਕਰ ਧਰਮ ਦੀ, ਧਰਮ ਦੀ ਕਿਰਤ ਵਿਰਤ ਕਰਨੀ, ਇਹ 10 ਨੌਹਾਂ ਦੀ ਕਿਰਤ ਆ। ਕਹਿੰਦਾ ਮਹਾਰਾਜ 7 ਬਚਨ। ਹਜੂਰ ਕਹਿੰਦੇ ਇੱਕ ਵਾਰੀ ਗਰਾਸ ਮੁੱਖ ਵਿੱਚ ਪਾ, ਗਰਾਸ ਤੋੜੀ ਜਾਣੀ, ਬੁਰਕੀ ਤੋੜੀ, ਤੋੜ ਕੇ ਜਿਸ ਵੇਲੇ ਭਾਈ ਮਰਦਾਨੇ ਨੇ ਆਪਣੇ ਮੁੱਖ ਵਿੱਚ ਭਾਈ ਆਪਣਾ ਬੁਰਕੀ ਪਾਈ ਨਾ, ਤੇ ਭਾਈ ਮਰਦਾਨਾ ਬਸ ਨੇਤਰ ਬੰਦ ਹੋ ਗਏ, ਅਸਚਰਜ ਹੋ ਗਿਆ, ਚਿਹਰਾ ਖਿੜ ਗਿਆ।
ਮਹਾਰਾਜ ਕਹਿੰਦੇ ਕੀ ਹੋਇਆ ਮਰਦਾਨਾ? ਕਹਿੰਦਾ ਮਹਾਰਾਜ ਪਦਾਰਥ ਅੱਜ ਤੋਂ ਪਹਿਲਾਂ ਬੜੇ ਛਕੇ। ਅਸੀਂ ਮਰਾਸੀ ਹੁੰਨੇ ਆ, ਘਰਾਂ ਦੇ ਵਿੱਚ ਵੀ ਜਾ ਕੇ ਛਕੇ, ਹੋਰ ਵੀ ਲੰਗਰ ਪਾਣੀ ਬਹੁਤ ਛਕਿਆ, ਬੜੇ ਪਦਾਰਥ ਛਕੇ, ਪਰ ਜਿਹੜਾ ਆ ਬੁਰਕੀ ਦੇ ਵਿੱਚ ਆਨੰਦ ਆਇਆ ਨਾ ਅੰਮ੍ਰਿਤ ਵਰਗਾ, ਮੈਂ ਅੱਜ ਤੱਕ ਆਨੰਦ ਨਹੀਂ ਦੇਖਿਆ। ਮਹਾਰਾਜ ਕਹਿਣ ਲੱਗੇ ਦੇਖ ਮਰਦਾਨਿਆ, ਇਹ ਲਾਲੋ ਦੀ ਰੋਟੀ ਜਿਹੜੀ ਆ ਨਾ, ਬਾਜਰੇ ਦੀ ਰੋਟੀ ਆ, ਕੋਧਰੇ ਦੀ ਰੋਟੀ ਆ, ਇਹਦੇ ਵਿੱਚ ਦਸਾਂ ਨੌਹਾਂ ਦੀ ਕਿਰਤ ਆ। ਆਹਾ, ਇਹ ਪੱਕੀ ਗੱਲ ਆ। ਥੋੜਾ ਜਿਹਾ ਵਿਚਾਰ ਲਓ, ਇੱਥੇ ਮੈਂ ਸੰਖੇਪ ਦੇ ਵਿੱਚ ਕਹਿ ਕੇ ਜਾਵਾਂ। ਹਰਾਮ ਦੀ ਰੋਟੀ, ਹਰਾਮ ਦਾ ਅਰਥ ਹੈ, ਤੁਹਾਨੂੰ ਲੱਗ ਰਿਹਾ ਹੋਣਾ ਵੀ ਹਰਾਮ ਦੀ ਰੋਟੀ ਵਿੱਚ ਸਵਾਦ ਆ, ਬਿਲਕੁਲ ਗਲਤ। ਠੱਗੀਆਂ ਮਾਰੀਆਂ, ਛਲ ਕਪਟ ਕੀਤਾ, ਧੋਖਾ ਕੀਤਾ, ਉਸ ਰੋਟੀ ਦੇ ਵਿੱਚ ਸਵਾਦ ਨਹੀਂ। ਰੋਟੀ ਦਾ ਅਰਥ ਕੀ ਹੈ? ਤੁਸੀਂ ਕੀ ਕਹਿੰਦੇ ਆ ਵੀ ਰੋਟੀ, ਰੋਟੀ ਬਈ ਮੀਟ ਵਾਲੀ ਰੋਟੀ, ਜਾਂ ਆਪਾਂ ਕਵਾਂਗੇ ਵੀ ਹੋਰ ਜਿਹੜੇ ਆ ਕਿੰਨੇ ਪਦਾਰਥ ਸਾਡੇ VIP ਲੋਕ ਖਾਂਦੇ ਆ ਵੀ ਇਹ ਸਵਾਦ ਲੈਂਦੇ ਆ? ਕਦੇ ਥੋੜਾ ਜਿਹਾ ਗਹਿਰਾਈ ਨਾਲ ਵਿਚਾਰ ਲਿਆ ਕਰੋ। ਇਹ ਤੇ ਚਲਾ ਚਲਾ ਮਾਰਦੇ ਰੋਟੀਆਂ ਜੋ ਦੁਖੀ ਹੋ ਜਾਂਦੇ ਆ। ਦੁਖੀ ਮਨ ਵਿੱਚ ਛਲ ਹੈ, ਮਨ ਵਿੱਚ ਕਪਟ ਹੈ, ਕਿਸੇ ਨਾਲ ਬੁਰੀ ਵਿਚਾਰ, ਕਿਸੇ ਨਾਲ ਧੋਖਾ ਕੀਤਾ, ਕੋਈ ਆਹ ਕੇਸ ਪੈ ਗਿਆ, ਕੋਈ ਉਹ ਪੈ ਗਿਆ, ਆਮਨੀ ਤੌਰ ਤੇ ਕਹਿ ਦਿੰਦੇ ਵੀ ਕਹਿੰਦੇ ਰੋਟੀ ਕਿੱਥੇ ਚੰਗੀ ਲੱਗਦੀ ਆ। ਦੁਖੀ ਇਨਸਾਨ ਕਹਿੰਦਾ ਇਹ ਚਾਹੇ ਕਿੱਡਾ ਵੀ VIP ਹੋਵੇ। ਹੁਣ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਦਲੀਲ ਦੇ ਦਿੰਨਾ, ਆ ਵੋਟਾਂ ਆ ਰਹੀਆਂ ਅੱਗੇ 2022 ਵਿੱਚ ਇਲੈਕਸ਼ਨ ਆ ਰਹੇ ਆ, ਜਿਹੜਾ ਜਿੱਤ ਜੂਗਾ ਉਹ ਮੈਨੂੰ ਰੋਟੀ ਬੜੀ ਸਵਾਦ ਲੱਗੀ, ਜਿਹੜਾ ਹਾਰ ਜੂਗਾ ਚਲਾ ਕੇ ਮਾਰੂ, ਹੁਣ ਰੋਟੀ ਕਿੱਥੇ ਚੰਗੀ ਲੱਗਦੀ। ਪਰ ਜਿਹੜਾ ਦਸਾਂ ਨੌਹਾਂ ਦੀ ਕਿਰਤ ਕਰਕੇ ਰੱਬ ਦੀ ਬੰਦਗੀ ਕਰਦਾ, ਜਾਨੀ ਜਿਹਦੇ ਅੰਦਰ ਛਲ ਕਪਟ ਹੀ ਨਹੀਂ, ਮੋਟੀ ਜੀ ਗੱਲ, ਜਿਹੜੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਮੈਲੀ ਵਿਚਾਰ ਨਹੀਂ, ਉਹਨੇ ਦਸਾਂ ਨੌਹਾਂ ਦੀ ਕਿਰਤ ਕਰਨੀ ਆ, ਆਪਣੀ ਰੋਟੀ ਖਾ ਕੇ ਆਰਾਮ ਨਾਲ ਸੌਂ ਜਾਣਾ, ਆਨੰਦ ਹੀ ਆਨੰਦ ਹੈ। ਛੋਟੀ ਜੀ ਵਿਚਾਰ ਹੈ, ਇਹ ਸਮਝਣ ਵਾਲੀ ਗੱਲ ਹੈ। ਬੁਰਾ ਕਰਮ ਕੀਤਾ, ਭੈੜਾ ਕਰਮ ਕੀਤਾ, ਕਿਉਂਕਿ ਜਿੱਡਾ ਮਰਜੀ ਮੈਂ ਤੇ ਆਪਣੀਆਂ ਅੱਖਾਂ ਦੇ ਨਾਲ, ਚਲੋ ਮੇਰੀ ਬਹੁਤੀ ਉਮਰ ਨਹੀਂ ਹੋਈ, ਬੜੀ ਦੁਨੀਆ ਦੇਖ ਲਈ ਜਿਹੜੇ ਬੁਰੇ ਕਰਮ ਕਰਦੀ, ਬੁਰੇ ਤੋਂ ਅਰਥ ਲੁੱਟ ਖਸੁੱਟ ਕਰਦੀ ਆ, 2 ਨੰਬਰ ਦਾ ਕੰਮ ਕਰਦੇ ਆ ਜਿਹੜੇ। ਇੱਕ ਦਿਨ ਜਿਵੇਂ ਕਹਿੰਦੇ ਕੂੜ ਨਖੁੱਟਾ ਨਾਨਕ ਔੜਕ ਸੱਚ ਰਹੀ, ਇੱਕ ਦਿਨ ਫਿਰ ਕੀ ਆ, ਜਿਹੜਾ ਝੂਠ ਆ ਉਹ ਚੁੱਕਿਆ ਜਾਂਦਾ, ਸੱਚ ਸਾਹਮਣੇ ਆ ਜਾਂਦਾ। ਕੁਝ ਸਮਾਂ ਤੇ ਉਹ ਰੋਟੀ ਨੇ ਸਵਾਦ ਦਿੱਤਾ, ਪਰ ਬਾਅਦ ਵਿੱਚ ਦੁੱਖ ਕਿੰਨਾ ਝੱਲਣਾ ਪੈਂਦਾ, ਕਿੰਨਾ ਬੰਦਾ ਦੁਖੀ ਹੁੰਦਾ। ਭਾਈ ਲਾਲੋ ਦੀ ਰੋਟੀ ਦੇ ਵਿੱਚ ਰਸ ਸੀਗਾ, ਅੰਮ੍ਰਿਤ ਵਰਗਾ ਰਸ ਭਾਈ ਮਰਦਾਨੇ ਨੇ ਲਿਆ, ਲੰਗਰ ਪਾਣੀ ਛਕਿਆ, ਸਤ ਸੰਗਤ ਹੋਈ। ਫਿਰ ਅਗਲਾ ਦਿਨ ਚੜਿਆ, ਭਾਈ ਮਰਦਾਨੇ ਨੇ ਮਹਾਰਾਜ ਤੋਂ ਆਗਿਆ ਲੈ ਲਈ, ਮਹਾਰਾਜ ਜੇ ਆਗਿਆ ਹੋਵੇ ਅਸੀਂ ਨਗਰੀ ਜਾ ਆਈਏ। ਮਹਾਰਾਜ ਮੈਂ ਸੁਲਤਾਨਪੁਰ, ਵਾਹਿਗੁਰੂ ਰਾਏ ਭੋਜ ਦੀ ਤਲਵੰਡੀ। ਮਹਾਰਾਜ ਕਹਿੰਦੇ ਚਲਾ ਜਾ ਮਰਦਾਨਿਆ, ਕੋਈ ਨਹੀਂ ਅਸੀਂ ਇੱਥੇ ਰਹਿੰਦੇ ਹਾਂ। ਭਾਈ ਮਰਦਾਨਾ ਰਾਏ ਭੋਜ ਦੀ ਤਲਵੰਡੀ ਵੱਲ ਕੂਚ ਕਰ ਗਿਆ ਏਮਨਾਬਾਦ ਤੋਂ। ਇਤਿਹਾਸ ਦੇ ਮੁਤਾਬਕ ਹੁਣ ਗੁਰੂ ਨਾਨਕ ਦੇ ਮਹਾਰਾਜ ਇਕੱਲੇ ਰਹੇ ਭਾਈ ਲਾਲੋ ਕੋਲ, ਥੋੜੇ ਦਿਨ ਬਤੀਤ ਹੋਏ। ਇੱਥੇ ਰਹਿੰਦਾ ਸੀ ਮਲਕ ਭਾਗੋ, ਇਹ ਪਠਾਣਾ ਦਾ ਇੱਕ ਬਹੁਤ ਵੱਡਾ ਵਜ਼ੀਰ ਕਹਿ ਲਵੋ, ਚੌਧਰੀ ਕਹਿ ਲਵੋ। ਹੰਕਾਰ ਬਹੁਤ ਸੀ ਇਹਦੇ ਅੰਦਰ, ਔਰ ਇਹਨੇ ਆ ਹੁਣ ਉਹੀ ਸਾਖੀ ਆ ਜਾਣੀ ਅਗਲੀ। ਇਹਨੇ ਵੱਲ ਛਲ ਕਪਟ ਧੋਖਾ ਕਰਕੇ, ਬੇਈਮਾਨੀ ਕਰਕੇ, ਗਰੀਬਾਂ ਦਾ ਖੂਨ ਚੂਸ ਕੇ ਤੇ ਬਹੁਤ ਜ਼ਿਆਦਾ ਕਹਿਰ ਪਾਪ ਵਰਤਾ ਕੇ ਆਪਣਾ ਰਾਜ ਪਾ ਖੜਾ ਕੀਤਾ ਸੀ। ਇਹਨੇ ਬ੍ਰਹਮ ਭੋਜ ਕੀਤਾ। ਬ੍ਰਹਮ ਭੋਜ, ਬ੍ਰਹਮ ਭੋਜ ਦਾ ਅਰਥ ਹੁੰਦਾ ਵੀ ਕੋਈ ਵੀ ਰੋਟੀ ਵੱਲੋਂ ਨਗਰ ਵਿੱਚੋਂ ਕੋਈ ਰਹੇ ਨਾ, ਹਰੇਕ ਨੂੰ ਸੱਦਾ। ਬ੍ਰਹਮ ਭੋਜ। ਮੈਂ ਇੱਕ ਬੇਨਤੀ ਕਰ ਦਿੰਦਾ, ਮਾਫੀ ਚਾਹਣਾ, ਛਲ ਕਪਟ ਕਰਕੇ, ਧੋਖਾ ਕਰਕੇ, ਕਿਸੇ ਗਰੀਬ ਦਾ ਗਲ ਵੱਢ ਕੇ, ਬੁਰਾ ਕਰਮ ਕਰਕੇ, ਕਿਸੇ ਦਾ ਦਿਲ ਦਿਖਾ ਕੇ, ਇਹ ਮੇਰੀ ਬੇਨਤੀ ਆ। ਸਿਧਾਂਤ ਮੁਤਾਬਕ ਕੀਤੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਦਾ, ਕਰਵਾਏ ਹੋਏ ਸ੍ਰੀ ਅਖੰਡ ਪਾਠ ਸਾਹਿਬ ਦਾ ਕੋਈ ਬਹੁਤਾ ਲਾਭ ਨਹੀਂਗਾ, ਕੋਈ ਬਹੁਤਾ ਫਾਇਦਾ ਨਹੀਂ। ਹਾਂ, ਲੋਕਾਂ ਦੇ ਵਿੱਚ ਬੱਲੇ ਬੱਲੇ ਜ਼ਰੂਰ ਹੋ ਜੂਗੀ, ਲੋਕ ਵਡਿਆਈ ਹੋ ਸਕਦੀ ਆ। ਲੋਕ ਵਡਿਆਈ ਵੀ ਕਿ ਲੋਕ ਵੀ ਕਹਿਣਗੇ ਵੀ ਠੱਗੀਆਂ ਮਾਰਦਾ, ਬੁਰਾ ਹਾਲ ਹੈ, ਤੇ ਹੁਣ ਇਹ ਅਖੰਡ ਪਾਠ ਕਰਵਾਉਣ ਲੱਗਿਆ। ਹੁਣ ਕਹਿੰਦਾ ਵੀ ਮੈਂ ਬ੍ਰਹਮ ਭੋਜ ਕਰ ਦੇਵਾਂ। ਇਹਨੇ ਬ੍ਰਹਮ ਭੋਜ ਕਰਕੇ ਨਿਉਂਦਾ ਦਿੱਤਾ। ਜਿੰਨੇ ਉੱਥੋਂ ਦੇ ਪੰਡਤ ਸਨ, ਬ੍ਰਾਹਮਣ ਸਨ, ਪਹਿਲਾਂ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ। ਤੇ ਮਹਾਰਾਜ ਇਤਿਹਾਸ ਦੱਸਦਾ, ਗੁਰੂ ਨਾਨਕ ਦੇਵ ਮਹਾਰਾਜ ਏਮਨਾਬਾਦ ਦੀ ਧਰਤੀ ਤੇ ਸਨ ਜਦੋਂ
ਹਜੂਰ ਦਿਨੇ ਹਜੂਰ ਉੱਥੋਂ ਨਿਕਲ ਕੇ ਨਾ ਭਾਈ ਲਾਲੋ ਦੇ ਘਰੋਂ ਤੇ ਬਾਰ-ਬਾਰ ਕਿਤੇ ਚੰਗੀ ਰਮਣੀਕ ਜਗ੍ਹਾ ਵੇਖ ਕੇ, ਕਿਉਂਕਿ ਕੁਦਰਤ ਕਵਨ ਕਾਹਾ ਵਿਚਾਰ ਵਾਰਿਆ ਨਾ ਜਾਵਾ, ਏਕ ਵਾਰ ਜੁਦ ਭਾਵੈ ਸਾਈ ਭਲੀ ਕਾਰ। ਕੁਦਰਤ ਕਰਕੇ ਵਸਿਆ ਸੋਏ। ਕੁਦਰਤ ਨਾਲ ਅਥਾਹ ਪਿਆਰ ਪ੍ਰੇਮ ਸੰਤਾਂ ਮਹਾਤਮਾ ਰੱਬ ਦੇ ਪਿਆਰਿਆਂ ਦਾ ਹੁੰਦਾ। ਕੁਦਰਤੀ ਹਵਾ ਲੈਣੀ, ਕੁਦਰਤੀ ਜਗ੍ਹਾ ਤੇ ਜਾ ਕੇ ਗੁਰੂ ਨਾਨਕ ਦੇਵ ਮਹਾਰਾਜ ਨੇ ਪੂਰਾ ਦਿਨ ਉੱਥੇ ਬਤੀਤ ਕਰਨਾ। ਜਿਹੜੇ ਰੱਬ ਦੇ ਪਿਆਰੇ ਸੀ, ਪ੍ਰੇਮੀ ਸੀ, ਭਾਈ ਲਾਲੋ ਦੇ ਅੱਗੇ ਸੰਗੀ ਸੀ, ਉਹ ਸੰਗਤ ਵੀਰਾਂ ਘੱਤ ਕੇ ਗੁਰੂ ਨਾਨਕ ਦੇਵ ਮਹਾਰਾਜ ਕੋਲੇ ਆਉਂਦੀ। ਇਹਨੇ ਬ੍ਰਹਮ ਭੋਜ ਕੀਤਾ। ਮਲਕ ਭਾਗੋ ਨੇ ਸਭ ਸੱਦੇ, ਨਿਆਉਂਦੇ ਦਿੱਤੇ, ਰਿਸ਼ਤੇਦਾਰ ਸੰਬੰਧੀ ਭਾਈਚਾਰਾ ਸਭ ਆਏ। ਇੱਕ ਬ੍ਰਾਹਮਣ ਸੀਗਾ, ਉਹ ਬ੍ਰਾਹਮਣ ਗੁਰੂ ਨਾਨਕ ਦੇਵ ਮਹਾਰਾਜ ਨੂੰ ਮਿਲਿਆ, ਕਹਿਣ ਲੱਗਾ ਮਹਾਰਾਜ ਤੁਸੀਂ ਨਹੀਂ ਜਾਣਾ? ਮਹਾਰਾਜ ਕਹਿੰਦੇ ਨਾ ਭਾਈ ਅਸੀਂ ਨਹੀਂ ਜਾਂਦੇ। ਮਹਾਰਾਜ ਕਿਉਂ? ਮਹਾਰਾਜ ਕਹਿਣ ਲੱਗੇ ਮਲਕ ਭਾਗੋ ਕੋਲ ਜਾ ਕੇ ਕੀ ਕਰਨਾ? ਉਹ ਤੇ ਛਲੀਆ ਕਪਟੀਆ ਧੋਖੇਬਾਜ਼ ਆ, ਗਰੀਬਾਂ ਦੇ ਗਲ ਵੱਢ ਕੇ ਬਥੇਰਾ ਧਨ ਜੋੜਿਆ, ਉਹਦੀ ਰੋਟੀ ਅਸੀਂ ਨਹੀਂ ਖਾਣੀ, ਅਸੀਂ ਤਾਂ ਭਾਈ ਲਾਲੋ ਦੀ ਰੋਟੀ ਨਾਲ ਹੀ ਤ੍ਰਿਪਤ ਹੋ ਜਾਂਦੇ ਆ। ਆਹਾ ਕਿੰਨਾ ਪਿਆਰ ਆ। ਮਹਾਰਾਜ ਕਹਿੰਦੇ ਅਸੀਂ ਤ੍ਰਿਪਤ ਹੁੰਨੇ ਆ ਭਾਈ ਲਾਲੋ ਦੀ ਰੋਟੀ ਨਾਲ। ਹੁਣ ਜਿਹੜਾ ਉਹ ਬਾਹਮਣ ਸੀ ਨਾ, ਉਹਨੇ ਜਾ ਚੁਗਲੀ ਕੀਤੀ, ਕਹਿਣ ਲੱਗਾ ਮਲਕ ਭਾਗੋ ਜੀ। ਉਹ ਕਹਿੰਦਾ ਹਾਂ ਪੁੱਛ ਬ੍ਰਾਹਮਣਾ। ਕਹਿਣ ਲੱਗਾ ਵੀ ਇੱਕ ਨਾਨਕ ਤਪੀਆ ਹੈ। ਹਾਂ ਮਲਕ ਭਾਗੋ ਕਹਿੰਦਾ ਸੁਣਿਆ ਤੇ ਮੈਂ ਵੀ ਆ, ਪਰ ਮੈਂ ਮਿਲਿਆ ਨਹੀਂ। ਤੁਸੀਂ ਮਲਕ ਭਾਗੋ ਜੀ ਬ੍ਰਹਮ ਭੋਜ ਕੀਤਾ ਪਰ ਉਹ ਨਹੀਂ ਆਇਆ, ਬਾਕੀ ਸਭ ਆਏ। ਜੇ ਮੈਂ ਉਹਨੂੰ ਕਿਹਾ ਵੀ ਤੁਸੀਂ ਜਾਣਾ ਨਹੀਂ, ਉਹ ਅੱਗੋਂ ਕਹਿਣ ਲੱਗਾ ਵੀ ਉੱਥੇ ਕੀ ਕਰਨ ਜਾਣਾ, ਉੱਥੇ ਕਪਟੀ ਆ, ਉੱਥੇ ਛਲੀਆ ਗਰੀਬਾਂ ਦੇ ਗਲ ਵੜਦਾ। ਇਹ ਗੱਲ ਸੁਣੀ ਨਾ ਤੇ ਨੇਤਰ ਲਾਲ ਹੋ ਗਏ ਉਹਦੇ। ਕਹਿਣ ਲੱਗਾ ਆਹ ਗੱਲ ਆ? ਕਹਿੰਦਾ ਹਾਂ ਇਹ ਗੱਲ ਕਹੀ ਆ। ਕਹਿੰਦਾ ਜਾਓ ਬੁਲਾਓ। ਮਹਾਰਾਜ ਕੋਲੇ ਗਿਆ। ਮਹਾਰਾਜ ਮੌਜ ਦੇ ਮਾਲਕ ਸੀ। ਉਹ ਬ੍ਰਾਹਮਣ ਕਹਿਣ ਲੱਗਾ ਜੀ ਤੁਹਾਨੂੰ ਮਲਕ ਭਾਗੋ ਨੇ ਸੱਦਿਆ। ਮਹਾਰਾਜ ਕਹਿਣ ਲੱਗੇ ਅਸੀਂ ਮੌਜ ਦੇ ਮਾਲਕ ਹਾਂ ਭਾਈ, ਪ੍ਰਵਾਹ ਨਾ ਹੀ ਕਿਸੇ ਕੇਰੀ ਬਾਝ ਸੱਚਾ ਨਾ ਹੀ। ਸਾਨੂੰ ਕਿਸੇ ਦੀ ਪ੍ਰਵਾਹ ਥੋੜੀ, ਕਿਉਂਕਿ ਰੱਬ ਦੇ ਪਿਆਰੇ ਕਿਸੇ ਦੇ ਅਧੀਨ ਨਹੀਂ ਹੁੰਦੇ, ਸੁਤੰਤਰ ਹੁੰਦੇ ਆ, ਆਜ਼ਾਦ ਹੁੰਦੇ ਆ, ਆਜ਼ਾਦ ਪੂਰੇ ਆਜ਼ਾਦ। ਕਿਸੇ ਰਾਜੇ ਦੀ ਪ੍ਰਵਾਹ ਨਹੀਂ, ਕਿਸੇ ਮੰਤਰੀ ਦੀ ਪ੍ਰਵਾਹ ਨਹੀਂ, ਕਿਸੇ ਲੋਕ ਦੀ ਲੱਜਿਆ ਦੀ ਪ੍ਰਵਾਹ ਨਹੀਂ। ਉਹ ਆਨੰਦ ਚ ਹੁੰਦੇ ਆਪਣੇ। ਤੇ ਗੁਰੂ ਨਾਨਕ ਤੇ ਫਿਰ ਸਾਰਿਆਂ ਦਾ ਆਸਰਾ, ਨਾਥ ਹੈ ਮਾਲਕ। ਉਹ ਆ ਕੇ ਬ੍ਰਾਹਮਣ ਕਹਿਣ ਲੱਗਾ ਜੀ, ਉਹ ਕਹਿੰਦਾ ਮੈਂ ਨਹੀਂ ਆਉਣਾ। ਕਹਿੰਦਾ ਏਦਾਂ ਕਰੋ ਫਿਰ 4 ਬੰਦੇ ਲੈ ਜਾਓ। ਮਹਾਰਾਜ ਨੂੰ ਚੁੱਕਣ ਲਈ ਗਏ। ਮਹਾਰਾਜ ਕਹਿੰਦੇ ਅੱਛਾ ਉਹਨਾਂ ਨੂੰ ਸਿੱਖਿਆ ਦੇਣੀ ਪੈਣੀ ਆ। ਮਹਾਰਾਜ ਕਹਿੰਦੇ ਕੋਈ ਨਹੀਂ, ਹੁਣ ਚੁੱਕੋ ਨਾ ਸਾਨੂੰ, ਅਸੀਂ ਆਪ ਹੀ ਆ ਜਾਂਦੇ। ਤੁਰ ਪਏ ਨਾਲ ਭਾਈ ਲਾਲੋ। ਉਸ ਸਮੇਂ ਭਾਈ ਮਰਦਾਨਾ ਤੇ ਭਾਈ ਬਾਲਾ ਨਹੀਂ ਸੀ, ਜੋ ਇਤਿਹਾਸ ਵਿੱਚ ਆਇਆ, ਜੋ ਦਾਸ ਨੇ ਪੜ੍ਹਿਆ। ਇਹ ਨਹੀਂ ਕਿ ਮੈਂ ਇੱਥੇ ਮੋਹਰ ਲਾ ਦੇਵਾਂ, ਕਿਉਂਕਿ ਇਤਿਹਾਸਕਾਰ ਗੁਰੂ ਨਾਨਕ ਦਾ ਅਥਾਹ ਡੂੰਘਾ ਗਹਿਰਾ ਇਤਿਹਾਸ ਹੈ। ਹੋ ਵੀ ਸਕਦੇ ਆ, ਹੋ ਸਕਦੇ। ਮੈਂ ਤਾਂ ਕਿਹਾ ਕਿਉਂਕਿ ਕਵੀ ਸੰਤੋਖ ਸਿੰਘ ਦਾ ਇਹ ਇਤਿਹਾਸ ਜ਼ਿਕਰ ਆਇਆ ਕਿ ਉਸ ਸਮੇਂ ਭਾਈ ਬਾਲਾ ਤੇ ਮਰਦਾਨਾ ਜੀ ਇੱਧਰ ਰਾਏ ਭੋਜ ਦੀ ਤਲਵੰਡੀ ਪਹੁੰਚ ਗਈ ਸੀ। ਗੁਰੂ ਨਾਨਕ ਦੇਵ ਮਹਾਰਾਜ ਗਏ, ਭਾਈ ਲਾਲੋ ਨਾਲ ਆ। ਇਹਨੇ ਕੋਈ ਸਤਿਕਾਰ ਨਹੀਂ ਕੀਤਾ ਮਹਾਰਾਜ ਦਾ, ਕੋਈ ਸਤ ਕਰਤਾਰ ਨਹੀਂ, ਕਿਉਂਕਿ ਹੰਕਾਰੀ ਬੰਦਾ ਕਹਿੰਦੇ ਧੌਣ ਵਿੱਚ ਕਿੱਲਾ ਹੁੰਦਾ, ਉਹ ਕਿੱਥੇ ਸਿਰ ਝੁਕਾਉਂਦਾ। ਮਹਾਰਾਜ ਖੜੋਤੇ ਆ। ਕਹਿਣ ਲੱਗਾ ਉਹ ਸਾਧਾ ਆਈ ਬੋਲਿਆ ਹੁਣ, ਉਹ ਸੰਤਾ ਵੱਡਾ ਬਣਿਆ ਤੂੰ, ਰੱਬ ਦਾ ਪੁਜਾਰੀ, ਰੱਬ ਦੀ ਬੰਦਗੀ ਕਰਨ ਵਾਲਾ, ਤੈਨੂੰ ਪਤਾ ਨਹੀਂ ਮੈਂ ਬ੍ਰਹਮ ਭੋਜ ਕੀਤਾ, ਸਭ ਆਏ ਆ, ਤੂੰ ਕਿਉਂ ਨਹੀਂ ਆਇਆ? ਮਹਾਰਾਜ ਕਹਿਣ ਲੱਗੇ ਜਿਹੜਾ ਬ੍ਰਹਮ ਭੋਜ ਤੂੰ ਕੀਤਾ ਨਾ, ਇਹ ਲੋਕ ਦਿਖਾਵਾ। ਫਿਰ ਅੱਖਾਂ ਨੇਤਰ ਲਾਲ ਕਰ ਲਏ। ਕਹਿਣ ਲੱਗਾ ਹੈ? ਮਹਾਰਾਜ ਕਹਿਣ ਲੱਗੇ ਤੇਰੀ ਰੋਟੀ ਦੇ ਵਿੱਚ ਖੂਨ ਆ, ਅਸੀਂ ਖੂਨ ਨਹੀਂ ਪੀਂਦੇ, ਦੁੱਧ ਛਕਦੇ ਆ। ਕਹਿੰਦਾ ਇਹ ਕਿਵੇਂ ਹੋ ਸਕਦਾ? ਮਹਾਰਾਜ ਕਹਿਣ ਲੱਗੇ ਜਮਾਲਾ। ਧੰਨ ਨਿਰੰਕਾਰੀ ਗੁਰੂ ਨਾਨਕ ਕਹਿਣ ਲੱਗੇ ਜਮਾਲਾ। ਫਿਰ ਕਹਿੰਦਾ ਜਮਾਵਾ ਕਿੱਦਾਂ? ਮਹਾਰਾਜ ਕਹਿੰਦੇ ਲਿਆ ਆਪਣਾ ਫੁਲਕਾ। ਇਤਿਹਾਸ ਦੱਸਦਾ ਕਹਿੰਦੇ ਵਧੀਆ ਰੜਿਆ ਜਾ ਐਨ, ਜਿਹਨੂੰ ਕਹਿ ਲਓ ਆਪਾਂ ਪੂਰੀ ਕਹਿ ਲਓ। ਅੱਜ ਤੁਹਾਡਾ ਨਾਨ ਕਹਿ ਦਿੰਦੇ ਆ ਵੀ ਐ ਘਿਓ ਨਾਲ ਚੋਪੜਿਆ ਪੂਰਾ ਵਧੀਆ ਲੈ ਕੇ ਆਇਆ, ਐ ਘਿਓ ਹੀ ਘਿਓ ਵਿੱਚੋਂ। ਕਹਿੰਦਾ ਦੇਖ ਮੇਰਾ ਫੁਲਕਾ। ਮਹਾਰਾਜ ਕਹਿਣ ਲੱਗੇ ਜਾ ਲਾਲੋ ਤੂੰ ਵੀ ਲੈ ਕੇ ਆ। ਫਿਰ ਭਾਈ ਲਾਲੋ ਨੇ ਥੋੜੀ ਜੀ ਸ਼ਰਮ ਮੰਨੀ, ਨੇਤਰ ਨੀਵੇਂ ਕੀਤੇ, ਲੁਕਾਈ ਹੱਸਦੀ, ਕਿਉਂਕਿ ਲੁਕਾਈ ਤੇ ਤਮਾਸ਼ਾ ਦੇਖਦੀ ਆ ਭਾਈ। ਲੁਕਾਈ ਕਹਿਣ ਲੱਗੇ ਕਿੱਥੇ ਮਲਕ ਭਾਗੋ ਤੇ ਕਿੱਥੇ ਲਾਲੋ, ਜਿਵੇਂ ਕਹਿੰਦੇ ਕਿੱਥੇ ਰਾਮ ਰਾਮ ਕਿੱਥੇ ਟੈਂ ਟੈਂ, ਕਿੱਥੇ ਮਲਕ ਭਾਗੋ ਦੀ ਰੋਟੀ ਤੇ ਕਿੱਥੇ ਇਹ ਲਾਲੋ ਗਰੀਬ ਜਮਾ।
महाराज कहते जा लालो, कहना महाराज लुकाई दुनिया की कहेगी, मेरे को तो हुण कोई रात की बेही रोटी होनी। महाराज कहते जा लैके आ महाराज, क्योंकि लोक दिखावा भी मजाक बन जाता ना। महाराज कहते निरंकार अकाल तेरी रखिया करेगा, तेरी पत रखेगा। सत वचन महाराज लैके आया, बाजरे की रुखी रोटी, जिन्होंने कोदरे की रोटी भी कह देंगे आ, लैके आया हजूर कोले महाराज नूं दे दित्ती। इतिहास दसदा लुकाई सारी हस पी, मलक भागो भी हसिया, कहन लगा भी आ रोटी, कहन लगा मेरे देख, नौकरां नूं कहंदा लियाओ ओए 36 प्रकार का भोजन आ गया, कहंदा ओ वेख उधर तूं मैं रुखी जी खाना। सारी लुकाई देख रही है, कहन लगे देख बेइज्जती कराउणी सी लालो ने अपनी, चंगी भली इज्जत पत रखी सी। एक महात्मा जा आया उहदे पिछे लग के आ रुखी जी रोटी लिया के, क्योंकि रोटी वो चीज़ आ जिहड़ी साडी इज्जत ढकदी आ, पत ढकदी आ। देखो गुरु नानक देव महाराज ने नेत्र कीते बंद, सज्जे हथ विच भाई लालो दी रोटी। सज्जे च क्यों भाई? क्योंकि सज्जा सत्कारयोग हुंदा, खब्बा भी हथ, हथ तो इक्को ही आ, पर आपां कहने आ कोई वड्डा छोटा, अपने तो वड्डा नूं कहने आ भाई सज्जे बह जा तू। सज्जा पक्ष भाई मरदाना महाराज दा सज्जा संगी सीगा। सत्कार ते भाई बाले दा भी उन्ना सी, पर आप आम तौर पर दुनियावी तौर पर देखते हैं भी जिहड़ा वड्डा हुंदा उहनूं सराणे वाले पासे सज्जे पासे बाउणे आ। महापुरख बाबा ठाकुर सिंह बाणी पढ़ते जदों ਸਿੰਘ ਨੂੰ ਕਹਿਣ ਦੇ ਭਾਈ थोड़ा ਜਿਹਾ ਅੱਗੇ ਚੱਲੋ ਤੇ ਸੱਜੇ ਪਾਸੇ ਚੱਲੋ, ਇਹ ਸਤਿਕਾਰ ਸੀ। ਸੱਜੇ ਹੱਥ ਵਿੱਚ ਰੋਟੀ ਲਈ ਬਾਜਰੇ ਦੀ ਤੇ ਖੱਬੇ ਹੱਥ ਵਿੱਚ ਲਿਆ ਮਲਕ ਭਾਗੋ ਦਾ ਪੂੜਾ। ਸਾਰੇ ਹੱਸਦੇ ਆ, ਕਹਿੰਦੇ ਹੁਣ ਦੇਖੋ ਜਦੋਂ ਮਹਾਰਾਜ ਨੇ ਨਿਰੰਕਾਰ ਸਤ ਕਰਤਾਰ ਨੂੰ ਚੇਤੇ ਕਰਕੇ ਦੋਵੇਂ ਮੁੱਠੀਆਂ ਕੁੱਟੀਆਂ ਨਾ, ਤੇ ਜਿਹੜੀ ਤੇ ਮੁੱਠੀ ਭਾਈ ਲਾਲੋ ਵਾਲੀ ਸੀ ਉਹਦੇ ਵਿੱਚੋਂ ਦੁੱਧ ਦੀ ਧਾਰ ਨਿਕਲੀ, ਇਉਂ ਚੱਲੀ ਜਿਵੇਂ ਝਰਨਾ ਫੁੱਟਿਆ ਹੋਵੇ ਦੁੱਧ ਦਾ। ਤੇ ਜਿਹੜੀ ਮਲਕ ਭਾਗੋ ਵਾਲੀ ਸੀ ਉਹਦੇ ਚ ਖੂਨ ਹੀ ਖੂਨ। ਆਹਾ ਨੇਤਰ ਤਾਂ ਦੀ ਤਾਂ, ਜ਼ੁਬਾਨ ਖੁੜ ਗਈ, ਕੰਬਣ ਲੱਗ ਗਿਆ ਮਲਕ ਭਾਗੋ। ਭਾਈ ਲਾਲੋ ਕਹਿੰਦਾ ਧੰਨ ਨਿਰੰਕਾਰ, ਧੰਨ ਨਿਰੰਕਾਰ, ਧੰਨ ਨਿਰੰਕਾਰ, ਧੰਨ ਗੁਰੂ ਨਾਨਕ। ਤੈਨੂੰ ਤਾਈਓ ਕਿਹਾ ਜਾਂਦਾ ਵੀ ਤੂੰ ਗਰੀਬ ਨਵਾਜ ਹੈ, ਤਾਈਓ ਕਿਹਾ ਜਾਂਦਾ ਪਤਿਤ ਪਾਵਨ ਭਗਤ ਵਸ਼ਲ ਹੈ, ਭਗਤਾਂ ਦਾ ਪਿਆਰਾ ਤੂੰ, ਗਰੀਬਾਂ ਦੀ ਲਾਜ ਇੱਜ਼ਤ ਰੱਖਣ ਵਾਲਾ ਤੂੰ। ਚਰਨਾਂ ਵਿੱਚ ਡਿੱਗ ਪਿਆ ਭਾਈ ਲਾਲੋ। ਮਹਾਰਾਜ ਜਿਹੜੀ ਪੱਤ ਜਿਹੜੀ ਲਾਜ ਤੂੰ ਮੇਰੀ ਰੱਖੀ। ਮਲਕ ਭਾਗੋ ਕੰਬਿਆ, ਉੱਠਿਆ, ਥੜ ਥੜ ਸਰੀਰ ਕੰਬਣ ਲੱਗਿਆ, ਦੰਦਲਾਂ ਪੈ ਗਈਆਂ। ਮਹਾਰਾਜ ਕਹਿੰਦੇ ਦੇਖ ਲੈ ਮਲਕ ਭਾਗੋ ਚੋਂਦਾ ਕਿ ਨਹੀਂ ਖੂਨ। ਹੱਥ ਜੋੜ ਲਏ, ਲੁਕਾਈ ਵੀ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਤੇ ਡਿੱਗ ਪਈ, ਹੱਥ ਜੋੜ ਲਏ, ਗਲਤੀ ਹੋ ਗਈ। ਮਹਾਰਾਜ ਕਹਿਣ ਲੱਗੇ ਗਰੀਬਾਂ ਦੇ ਗਲ ਵੱਢ ਕੇ, ਛਲ ਕਪਟ ਕਰਕੇ, ਧੋਖਾ ਕਰਕੇ, ਠੱਗੀ ਮਾਰ ਕੇ ਜਿਹੜੀ ਇਹ ਤੂੰ ਕਮਾਉਣਾ ਨਾ, ਅੰਤ ਨਬੇੜਾ ਤੇਰੇ ਜੀ ਪਹਿਲੀਜੈ। ਜਿਵੇਂ ਗੁਰਬਾਣੀ ਦੇ ਬਚਨ ਆਪਾਂ ਪੜ੍ਹਦੇ ਹਾਂ, ਇਹ ਤੈਨੂੰ ਨਬੇੜਾ ਦੇਣਾ ਪੈਣਾ। ਮਹਾਰਾਜ ਮੇਰੇ ਤੇ ਕਰਮ ਵੱਡੇ ਆ, ਮੇਰੇ ਤੇ ਭਾਗ ਉੱਤਮ ਆ ਕਿ ਤੁਸੀਂ ਮੈਨੂੰ ਮਿਲ ਗਏ ਸਤਿਗੁਰੂ, ਮੇਰੇ ਤੇ ਰਹਿਮਤ ਕਰੋ। ਮਹਾਰਾਜ ਕਹਿਣ ਲੱਗੇ ਮਲਕ ਭਾਗੋ ਅੱਜ ਤੋਂ ਬਾਅਦ ਹੱਕ ਦੀ ਕਮਾਈ, ਹੱਕ ਦੀ ਕਮਾ ਕੇ ਰੋਟੀ ਖਾਵੇਂ, ਉਹਦਾ ਰਸ ਕੁਝ ਵੱਖਰਾ ਹੈ। ਹਜੂਰ ਨੇ ਉਦਾਰ ਕੀਤਾ, ਮਲਕ ਭਾਗੋ ਵੀ ਉੱਥੋਂ ਦੇ ਸੰਗੀ ਹਜੂਰ ਦੇ ਪ੍ਰੇਮੀ ਬਣ ਗਏ। ਭਾਈ ਲਾਲੋ ਨੂੰ ਮਹਾਰਾਜ ਨੇ ਕਿਹਾ, ਕਹਿਣ ਲੱਗੇ ਚੰਗਾ ਹੁਣ ਲਾਲੋ ਸਾਨੂੰ ਵੀ ਆਗਿਆ ਦੇ। ਭਾਈ ਲਾਲੋ ਨੇ ਬੇਨਤੀ ਕੀਤੀ, ਮਹਾਰਾਜ ਮੈਂ ਕੌਣ ਆਗਿਆ ਦੇਣ ਵਾਲਾ, ਤੁਸੀਂ ਤੇ ਬ੍ਰਹਿਮੰਡ ਦੇ ਮਾਲਕ ਆ, ਨੱਕ ਨੱਥ ਖਸਮ ਹੱਥ, ਜਿਵੇਂ ਗੁਰਬਾਣੀ ਦਾ ਬਚਨ ਆ। ਬ੍ਰਹਿਮੰਡ ਵੀ ਤੁਹਾਡੇ ਆਸਰੇ ਚੱਲਦਾ ਮਹਾਰਾਜ, ਮੈਂ ਨਹੀਂ ਆਗਿਆ ਦੇ ਸਕਦਾ, ਪਰ ਮੇਰੀ ਨਿਮਾਣੇ ਦੀ ਇੱਕ ਬੇਨਤੀ ਆ। ਹਾਂ ਲਾਲੋ 1 ਮਹੀਨਾ ਕਿਰਪਾ ਕਰਕੇ ਇੱਥੇ ਰਹੋ। ਮਹਾਰਾਜ ਹੱਸ ਪਏ, ਕਿਉਂਕਿ ਪ੍ਰੇਮ ਦੇ ਵਿੱਚ ਭੇਜਿਆ ਸੀ। ਮਹਾਰਾਜ 1 ਮਹੀਨਾ, ਕੁਝ ਦਿਨ ਮਹਾਰਾਜ ਉੱਥੇ ਰਹੇ। ਮਹਾਰਾਜ ਕਹਿੰਦੇ ਠੀਕ ਆ। ਇੱਧਰ ਮਹਾਰਾਜ ਏਮਨਾਬਾਦ ਦੀ ਧਰਤੀ ਤੇ ਬਖਸ਼ਿਸ਼ ਕਰ ਰਹੇ ਆ। ਉਧਰ ਜਦੋਂ ਹੁਣ ਭਾਈ ਬਾਲਾ ਤੇ ਭਾਈ ਮਰਦਾਨਾ ਰਾਏ ਭੋਜ ਦੀ ਤਲਵੰਡੀ ਪਹੁੰਚ ਗਏ। ਪਤਾ ਲੱਗਿਆ ਸਤਿਕਾਰਯੋਗ ਬਾਬਾ ਮਹਿਤਾ ਕਾਲੂ ਜੀ ਨੂੰ, ਬਾਬਾ ਮਹਿਤਾ ਕਲਿਆਣ ਦਾਸ ਜੀ ਨੂੰ ਕਿਹਾ ਵੀ ਤੂੰ ਥੋੜਾ ਜਿਹਾ ਵੱਡਾ ਸੀ ਉਮਰ ਵਿੱਚ ਕਰਕੇ, ਵੀ ਤੂੰ ਹੀ ਉਹਨੂੰ ਸਮਝਾਉਂਦਾ ਵੀ ਇੰਨਾ ਵਧੀਆ ਕੰਮਕਾਰ ਚੱਲਦਾ ਸੀ, ਕਿਉਂ ਸੁਲਤਾਨਪੁਰ ਤੋਂ ਨਿਕਲੇ। ਭਾਈ ਬਾਲਾ ਤੇ ਭਾਈ ਮਰਦਾਨਾ ਕਹਿਣ ਲੱਗੇ ਸਤਿਕਾਰਯੋਗ ਬਾਬਾ ਮਹਿਤਾ ਕਲਿਆਣ ਦਾਸ ਜੀ, ਉਹਨਾਂ ਨੂੰ ਤੂੰ ਨਾਨਕ ਪੁੱਤਰ ਹੀ ਸਮਝੇਗਾ।
ਪੁੱਤਰ ਨਾ ਸਮਝ। ਕਿਉਂ? ਮੇਰੇ ਪੁੱਤਰ ਆ। ਹਾਂ ਤੇਰੇ ਬਿੰਦੀ ਪੁੱਤਰ ਹੈ, ਪਰ ਉਹ ਨਿਰੰਕਾਰ ਦਾ ਰੂਪ ਹੈ, ਉਹ ਅਕਾਲ ਦਾ ਸਰੂਪ ਹੈ, ਪਰਮਾਤਮਾ ਦਾ ਰੂਪ ਹੈ। ਇਹ ਗੱਲ ਦਾ ਪਤਾ ਲੱਗਿਆ ਰਾਏ ਬਲਾਰ ਨੂੰ। ਰਾਏ ਬਲਾਰ ਵੀ ਭਾਈ ਮਰਦਾਨੇ ਨੂੰ ਮਿਲਿਆ, ਭਾਈ ਬਾਲੇ ਨੂੰ ਮਿਲਿਆ। ਕਿੱਥੇ ਆ ਮੇਰਾ ਨਾਨਕ? ਗੁਰੂ ਨਾਨਕ ਖੁਦਾ ਰੂਪ, ਅੱਲਾ ਰੂਪ। ਹੁਣ ਸਰੀਰ ਬਿਰਧ ਹੋ ਗਿਆ, ਮੇਰਾ ਮਨ ਕਰਦਾ ਮੈਂ ਦਰਸ਼ਨ ਕਰਾਂ। ਭਾਈ ਮਰਦਾਨੇ ਨੇ ਸਾਰੀ ਗੱਲ ਦੱਸੀ। ਏਮਨਾਬਾਦ ਦੀ ਧਰਤੀ ਤੇ ਭਾਈ ਲਾਲੋ ਦੇ ਗ੍ਰਹਿ ਵਿਖੇ ਆ, ਮੈਂ ਉੱਥੋਂ ਹੀ ਆਇਆ। ਕਹਿੰਦਾ ਮੇਰਾ ਸਰੀਰ ਬਜ਼ੁਰਗ ਆ, ਮੇਰੇ ਵੱਲੋਂ ਉਹਨਾਂ ਨੂੰ ਜਾ ਕੇ ਬੇਨਤੀ ਕਰ ਮਰਦਾਨਿਆ, ਮੈਨੂੰ ਆ ਕੇ ਦਰਸ਼ਨ ਦੇਣ। ਇਤਿਹਾਸ ਦੱਸਦਾ ਭਾਈ ਬਾਲਾ ਤੇ ਭਾਈ ਮਰਦਾਨਾ ਹੁਣ ਰਾਏ ਭੋਜ ਦੀ ਤਲਵੰਡੀ ਤੋਂ ਤੁਰ ਪਏ। ਰਾਏ ਭੋਜ ਦੀ ਤਲਵੰਡੀ ਤੋਂ ਤੁਰ ਪਏ ਨੇ ਏਮਨਾਬਾਦ ਵੱਲ। ਏਮਨਾਬਾਦ ਪਹੁੰਚੇ, ਗੁਰੂ ਨਾਨਕ ਦੇਵ ਮਹਾਰਾਜ ਦੇ ਕੋਲੇ ਬੇਅੰਤ ਸੰਗਤ। ਹੁਣ ਮਲਕ ਭਾਗੋ ਵੀ ਗੁਰੂ ਨਾਨਕ ਦੇ ਚਰਨਾਂ ਦਾ ਪ੍ਰੇਮੀ ਬਣਿਆ। ਭਾਈ ਲਾਲੋ ਤਾਂ ਸੀਗਾ। ਬੇਅੰਤ ਸੰਗਤ ਲੁਕਾਈ ਹਜੂਰ ਦੇ ਚਰਨਾਂ ਤੇ। ਆ ਜਦੋਂ ਭਾਈ ਬਾਲੇ ਨੇ ਤੇ ਭਾਈ ਮਰਦਾਨੇ ਨੇ ਮੱਥਾ ਟੇਕਿਆ, ਸਤ ਕਰਤਾਰ ਦੀ ਧੁਨ ਉਚਾਰੀ, ਹਜੂਰ ਦੇ ਚਰਨਾਂ ਤੇ ਆ ਕੇ ਸੀਸ ਨਾ ਚੁੱਕਿਆ। ਮਹਾਰਾਜ ਤੇਰੇ ਤੋਂ ਬਿਨਾਂ ਤਾਂ ਇਉਂ ਲੱਗਦਾ ਜਿਵੇਂ ਇੱਕ ਪਲ ਵੀ ਲੰਘਾਉਣਾ ਔਖਾ ਸੀਗਾ। ਮਹਾਰਾਜ ਕਹਿੰਦੇ ਕੋਈ ਨਹੀਂ ਭਾਈ ਮਰਦਾਨੇ, ਭਾਈ ਬਾਲੇ, ਕਾਰ ਵਿਹਾਰ ਵੀ ਆਪਾਂ ਕਰਨੇ ਆ ਘਰ ਦੇ ਆਦਿਕ। ਖੈਰ ਸੁਖ ਪੁੱਛੀ ਮਾਤਾ ਪਿਤਾ ਦੀ। ਹਾਂਜੀ ਸਾਰੇ ਠੀਕ ਆ? ਹਾਂ ਸਾਰੇ ਠੀਕ ਆ। ਭਾਈ ਮਰਦਾਨੇ ਨੇ ਬੇਨਤੀ ਕੀਤੀ, ਮਹਾਰਾਜਾ ਰਾਏ ਬੁਲਾਰ ਰਾਜਾ। ਮਹਾਰਾਜ ਕਹਿੰਦੇ ਹਾਂ ਭਾਈ, ਬੜਾ ਪ੍ਰੇਮੀ ਆ ਸਾਡੇ ਚਰਨਾਂ ਦਾ ਉਹ, ਮਹਾਰਾਜ ਤੁਹਾਨੂੰ ਯਾਦ ਕਰ ਰਿਹਾ। ਮਹਾਰਾਜ ਕਹਿੰਦੇ ਅੱਛਾ, ਫਿਰ ਜਾਣਾ ਬਣਦਾ ਹੈ। ਇਤਿਹਾਸ ਦੱਸਦਾ ਵੀ 1 ਮਹੀਨੇ ਦਾ ਵਾਅਦਾ ਕੀਤਾ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਲਾਲੋ ਦੇ ਨਾਲ। ਉਸ ਸਮੇਂ 25 ਦਿਨ ਬੀਤ ਗਏ ਸਨ। ਮਹਾਰਾਜ ਕਹਿੰਦੇ ਲਾਲੋ ਦੇਖ, ਸਾਡਾ ਉਹ ਪ੍ਰੇਮੀ ਹੈ ਜਿਵੇਂ ਤੂੰ ਸਾਡੇ ਚਰਨਾਂ ਦਾ ਪ੍ਰੇਮੀ ਆ। ਨਿਰੰਕਾਰ ਦੀ ਖੁਦਾ ਅੱਲਾ ਵਿਆਪਕ ਰਾਮ ਦੀ ਬੰਦਗੀ ਕਰਨ ਵਾਲਾ ਨਾ ਤੂੰ, ਇਵੇਂ ਉਹ ਵੀ ਰੱਬ ਦਾ ਪ੍ਰੇਮੀ ਆ। ਉਹਨੇ ਯਾਦ ਕੀਤਾ, ਉਮਰ ਵਡੇਰੀ ਹੋ ਗਈ ਆ, ਸਾਨੂੰ ਜਾਣਾ ਪੈਣਾ। ਭਾਈ ਬਾਲਾ ਕਹਿਣ ਲੱਗਾ ਮਹਾਰਾਜ ਜੀ ਕਿਰਪਾ ਕਰੋ, ਤੁਹਾਨੂੰ ਬੜੇ ਪ੍ਰੇਮ ਨਾਲ ਯਾਦ ਕਰਦਾ। ਭਾਈ ਲਾਲੋ ਨੇ ਬੇਨਤੀ ਕੀਤੀ, ਮਹਾਰਾਜ ਜੀ ਤੁਸੀਂ ਕਿਹਾ ਸੀ 1 ਮਹੀਨਾ। ਮਹਾਰਾਜ ਕਹਿੰਦੇ 5 ਦਿਨ ਬਾਕੀ ਰਹਿ ਗਏ ਆ, ਉਹ ਤੇਰੇ ਕੋਲੇ ਅਸੀਂ ਆਵਾਂਗੇ, 5 ਦਿਨ ਵੀ ਬਤੀਤ ਕਰਾਂਗੇ। ਭਾਈ ਲਾਲੋ ਨੇ, ਮਲਕ ਭਾਗੋ ਨੇ, ਸਮੂਹ ਸੰਗਤ ਨੇ ਹਜੂਰ ਦੇ ਚਰਨਾਂ ਤੇ ਨਕਮਸਤਕ ਹੋ ਕੇ ਮੱਥਾ ਟੇਕਿਆ। ਹਜੂਰ ਦੇ ਚਰਨਾਂ ਤੇ ਡੰਡੌਤ ਬੰਦਨਾ ਕੀਤੀ। ਪ੍ਰੇਮ ਦੇ ਵਿੱਚ ਮਾਨੋ ਕਿ ਭਿੱਜੇ ਹੋਏ ਸਨ। ਹਜੂਰ ਨੂੰ ਵਿਦਾ ਕੀਤਾ। ਹਜੂਰ ਉੱਥੋਂ ਚੱਲੇ। ਇੱਧਰ ਰਾਏ ਭੋਜ ਦੀ ਤਲਵੰਡੀ ਆ ਕੇ ਕਹਿੰਦੇ ਬਾਬਾ ਚੰਦਰ ਭਾਣ, ਬਾਬਾ ਬਾਲਾ ਜੀ, ਭਾਈ ਬਾਲਾ ਜੀ ਉਹਨਾਂ ਦੇ ਪਿਤਾ ਜੀ ਸਨ। ਬਾਬਾ ਚੰਦਰ ਭਾਣ ਦਾ ਖੂਹ ਸੀਗਾ ਬਾਹਰ, ਜਿਵੇਂ ਆਪਾਂ ਖੇਤਾਂ ਚ ਲਾ ਦਿੰਦੇ। ਜ਼ਿਆਦਾਤਰ ਮਹਾਰਾਜ ਉੱਥੇ ਹੀ ਆ ਕੇ ਬਹਿੰਦੇ ਸੀ। ਜਦੋਂ 20 ਰੁਪਈਏ ਦਾ ਲੰਗਰ ਛਕਾ ਕੇ ਆਏ ਆ, ਜਦੋਂ ਸਤਿਕਾਰਯੋਗ ਬਾਬਾ ਮਹਿਤਾ ਕਲਿਆਣ ਦਾਸ ਜੀ ਨੇ ਚਪੇੜ ਮਾਰੀ ਆ ਹਜੂਰ ਦੇ, ਉਦੋਂ ਵੀ ਬਾਰ-ਬਾਰ ਆ ਕੇ ਬੈਠੇ ਸੀ। ਮਹਾਰਾਜ ਉੱਥੇ ਆ ਕੇ ਬਹਿ ਗਏ। ਭਾਈ ਬਾਲੇ, ਭਾਈ ਮਰਦਾਨੇ ਨੇ ਬੇਨਤੀ ਕੀਤੀ, ਮਹਾਰਾਜ ਨਗਰੀ 'ਚ ਨਹੀਂ ਜਾਣਾ। ਮਹਾਰਾਜ ਕਹਿੰਦੇ ਨਹੀਂ, ਅਸੀਂ ਆਉਣੇ ਆ, ਤੁਸੀਂ ਜਾਓ। ਪਤਾ ਲੱਗਿਆ ਭਾਈ ਮਰਦਾਨਾ ਆਇਆ, ਭਾਈ ਬਾਲਾ। ਪਰਿਵਾਰ ਨੂੰ ਪਤਾ ਲੱਗਿਆ, ਕਹਿੰਦੇ ਕਿੱਥੇ ਆ? ਕਹਿੰਦੇ ਬਾਰ-ਬਾਰ ਬੈਠੇ ਆ ਖੂਹ ਦੇ ਉੱਪਰ। ਗੁਰੂ ਨਾਨਕ ਦੇਵ ਮਹਾਰਾਜ ਦੇ ਪਿਤਾ ਜੀ ਦੌੜੇ, ਮਗਰ ਮਾਤਾ ਜੀ ਦੌੜੇ, ਸਭ ਦੌੜ ਕੇ ਗਏ। ਜਿਨ੍ਹਾਂ ਨੂੰ ਪਤਾ ਲੱਗਿਆ ਹਜੂਰ ਉੱਥੇ ਬੈਠੇ ਆ। ਹਜੂਰ ਨੇ ਜਦੋਂ ਦੇਖਿਆ ਪਿਤਾ ਜੀ ਆ ਰਹੇ ਆ ਤੇ ਉੱਠ ਕੇ ਸਤਿਗੁਰਾਂ ਨੇ, ਇਹ ਦੁਨਿਆਵੀ ਰੀਤੀ, ਇਹ ਮਰਿਆਦਾ ਮੁੱਖ ਰੱਖਣੀ ਪੈਂਦੀ ਆ ਭਾਈ। ਇਤਿਹਾਸ ਦੱਸਦਾ ਗੁਰੂ ਸਾਹਿਬਾਨ, 10 ਗੁਰੂ ਸਾਹਿਬਾਨਾਂ ਦਾ ਇਤਿਹਾਸ ਤੁਸੀਂ ਵਿਚਾਰ ਲਓ। ਜਦੋਂ ਗੁਰੂ ਸਾਹਿਬਾਨਾਂ ਦੀਆਂ ਸਤਿਕਾਰਯੋਗ ਮਾਤਾਵਾਂ ਜਾਂ ਪਿਤਾ ਜੀ ਆਉਂਦੇ ਹੁੰਦੇ ਸਨ ਤੇ ਮਹਾਰਾਜ ਉੱਠ ਕੇ ਖਲੋ ਜਾਂਦੇ ਸੀ ਆਸਨਾਂ ਤੋਂ। ਇਹ ਸਤਿਕਾਰ ਹੈ। ਜਦੋਂ ਮਹਾਰਾਜ ਦੇ ਪਿਤਾ ਜੀ ਆਏ ਤੇ ਗੁਰੂ ਨਾਨਕ ਦੇਵ ਮਹਾਰਾਜ ਖੂਹ ਦੀ ਉਹ ਜਿੱਦਾਂ ਬੈਠੇ ਸਨ ਤੇ ਮਹਾਰਾਜ ਉੱਠੇ, ਪਿਤਾ ਜੀ ਨੂੰ ਤੱਕ ਕੇ ਉੱਠ ਕੇ ਤੇ ਪਿਤਾ ਜੀ ਦੇ ਪੈਰੀ ਹੱਥ ਲਾਏ। ਪਿਤਾ ਜੀ ਨੇ ਜੱਫੀ ਚ ਲਿਆ, ਪਿਆਰ ਸੀ, ਮੋਹ ਸੀ। ਮਾਤਾ ਜੀ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਮੁਖੜਾ ਚੁੰਮਿਆ, ਜੱਫੀ ਚ ਲਿਆ, ਪੁੱਤਰਾ ਇੰਨਾ ਸਮਾਂ ਵਿਛੋੜਾ। ਮਹਾਰਾਜ ਕਹਿਣ ਲੱਗੇ, ਦੇਖ ਮਾਂ, ਵਿਛੋੜਾ ਮੇਰਾ ਮਨ ਨਹੀਂ ਕਰਦਾ, ਪਰ ਪੁੱਤ ਮੈਨੂੰ ਪੁੱਛ ਕੇ ਦੇਖਣਾ,
ਮਾਂ ਮੈਂ ਤੇ ਇਸ ਦੁਨੀਆ ਦਾ ਉਧਾਰ ਕਰਨ ਲਈ ਆਇਆ, ਵਿਛੋੜਾ ਤੇ ਇੱਕ ਦਿਨ ਸਰੀਰ ਦਾ ਪੈ ਹੀ ਜਾਣਾ। ਇਦਾਂ ਦੇ ਪ੍ਰੇਮ ਭਾਵਨਾ ਵਾਲੇ ਬਚਨ ਹੋਏ। ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਫਿਰ ਪਿਤਾ ਜੀ ਨੇ ਕਿਹਾ, ਕਹਿੰਦੇ ਇਦਾਂ ਕਰ, ਹੁਣ ਤੂੰ ਕੁਝ ਘਰੇ ਕੰਮਕਾਰ ਕਰ ਲਾ। ਗੁਰੂ ਨਾਨਕ ਦੇਵ ਮਹਾਰਾਜ ਚੁੱਪ, ਕੁਝ ਨਹੀਂ ਬੋਲੇ। ਫਿਰ ਪਿਤਾ ਜੀ ਨੇ ਕਿਹਾ ਵੀ ਤੇਰਾ ਮਨ ਨਹੀਂ ਲੱਗਦਾ, ਇਦਾਂ ਕਰ ਵੀ ਤੂੰ ਖੇਤੀ ਕਰ ਲਾ। ਮਹਾਰਾਜ ਕਹਿੰਦੇ ਪਿਤਾ ਜੀ ਮੈਂ ਤੇ ਖੇਤੀ ਕਰਦਾ। ਸਤਿਕਾਰਯੋਗ ਬਾਬਾ ਮਹਿਤਾ ਕਲਿਆਣ ਦਾਸ ਜੀ ਬੜੇ ਹੈਰਾਨ ਹੋਏ, ਕਹਿਣ ਲੱਗੇ ਨਾ ਤੇਰੇ ਕੋਲੇ ਬਲਦ ਆ, ਨਾ ਤੇਰੇ ਕੋਲੇ ਹਾਲ ਆ, ਨਾ ਤੇਰੇ ਕੋਲੇ ਪੰਜਾਲੀ ਆ, ਨਾ ਤੇਰੇ ਕੋਲੇ ਖੇਤ ਆ, ਕਾਹਦੀ ਖੇਤੀ। ਫਿਰ ਮਹਾਰਾਜ ਨੇ ਮੈਂ ਸੰਖੇਪ ਵਿੱਚ ਹੀ ਬੇਨਤੀ ਕਰਾਂਗਾ। ਮਹਾਰਾਜ ਨੇ ਸ਼ਬਦ ਉਚਾਰਿਆ, ਮਨ ਹਾਲੀ ਕਰਸਾਣੀ ਕਰਨੀ ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਖੇਤੀ ਕਰਨੀ ਹੈ ਤੇ ਮਹਾਰਾਜ ਜੀ ਸਾਨੂੰ ਵੀ ਉਪਦੇਸ਼ ਦੇ ਰਹੇ ਆ। ਪਿਤਾ ਜੀ ਖੇਤੀ ਕਰਨੀ ਹੈ ਤੇ ਮਨ ਨੂੰ ਹਲ ਬਣਾ ਕੇ ਮਨ ਹਾਲੀ ਕਰਸਾਣੀ ਕਰਨੀ, ਕਰਸਾਣੀ ਹੋਵੇ ਜੋ ਕਹਿ ਦਿੱਤਾ ਤੇ ਉਹਦੇ ਉੱਪਰ ਪੂਰਾ ਪਹਿਰਾ ਦੇਣਾ। ਮਨ ਹਾਲੀ ਕਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ, ਸਰੀਰ ਨੂੰ ਤਨ ਸਮਝ ਕੇ ਸ਼ਰਮ ਰੂਪੀ ਪਾਣੀ ਦੇਣਾ। ਮਨ ਹਾਲੀ ਕਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਨਾਮ ਰੂਪੀ ਬੀਜ, ਸੰਤੋਖ ਸੁਹਾਗਾ ਸੰਤੋਖ ਰੂਪੀ ਸੁਹਾਗਾ ਤੇ ਰੱਖ ਗਰੀਬੀ ਵੇਸ, ਹਿਰਦੇ ਵਿੱਚ ਗਰੀਬੀ ਧਾਰਨ ਕਰਕੇ ਰੱਖਣੀ। ਪਿਤਾ ਜੀ ਫਿਰ ਚੁੱਪ ਹੋ ਗਏ। ਕਹਿੰਦੇ ਫਿਰ ਇਦਾਂ ਕਰ, ਤੂੰ ਖੇਤੀ ਨਹੀਂ ਕਰਨੀ ਤੇ ਫਿਰ ਕੋਈ ਦੁਕਾਨ ਕਰ ਲਾ। ਮਹਾਰਾਜ ਕਹਿੰਦਾ ਮੈਂ ਉਹ ਵੀ ਕਰਦਾ। ਇਹ ਬਹੁਤ ਪਿਆਰੀ ਵਿਆਖਿਆ ਹੈ ਇਸ ਸ਼ਬਦ ਦੀ। ਸਮਾਂ ਨਹੀਂ ਨਾ ਆਪਣੇ ਕੋਲੇ, ਕਿਉਂਕਿ 1 ਘੰਟਾ 1.5 ਘੰਟਾ ਵਿਆਖਿਆ ਕਰਨ ਤੇ ਲੱਗ ਜਾਣਾ। ਫਿਰ ਮਹਾਰਾਜ ਕਹਿਣ ਲੱਗੇ ਉਹ ਵੀ ਕਰਦਾ। ਪੁੱਤਰਾ ਉਹ ਕਿੱਦਾਂ ਕਰਦਾ? ਮਹਾਰਾਜ ਕਹਿੰਦੇ ਹਾਣ ਹਟ ਕਰ ਯਾਰ ਜਾ, ਸੱਚ ਨਾਮ ਕਰ ਵੱਥ, ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸਨੋਂ ਰੱਖ। ਫਿਰ ਤੂੰ ਇਦਾਂ ਕਰ, ਹੁਣ ਘੋੜਿਆਂ ਦਾ ਵਪਾਰ ਕਰ ਲਾ। ਮਹਾਰਾਜ ਕਹਿੰਦੇ ਉਹ ਵੀ ਕਰਦਾ। ਉਹ ਕਿਹੜਾ ਵਪਾਰ? ਸੁਣ ਸਾਸਤ ਸੌਦਾਗਰੀ 7 ਘੋੜੇ ਲੈ ਚੱਲ। ਨਾ ਤੂੰ ਘੋੜਿਆਂ ਦਾ ਵਪਾਰ, ਨਾ ਤੂੰ। ਕਹਿੰਦੇ ਇਦਾਂ ਕਰ ਨੌਕਰੀ ਕਰ ਲਾ। ਮਹਾਰਾਜ ਕਹਿੰਦੇ ਨੌਕਰੀ ਵੀ ਕਰਦਾ। ਲਾਏ ਚਿੱਤ ਕਰ ਚਾਕਰੀ, ਮਨ ਨਾਮ ਕਰ ਕੰਮ। ਚਿੱਤ ਜਿਹੜਾ ਜੋੜਿਆ ਨਿਰੰਕਾਰ ਨਾਲ, ਇਹ ਨੌਕਰੀ ਆ ਮੇਰੀ। ਮੈਂ ਜ਼ਿਆਦਾ ਵਿਸਥਾਰ ਵਿੱਚ ਵਿਆਖਿਆ ਨਹੀਂ ਕੀਤੀ ਕਿਉਂਕਿ ਇਤਿਹਾਸ ਆਪਣਾ ਚੱਲਦਾ ਹੈ। ਕਹਿੰਦੇ ਵੀ ਪਿਤਾ ਜੀ ਨੇ ਥੋੜੇ ਜਿਹੇ ਅਫਸੋਸ ਵਿੱਚ ਹੋ ਕੇ ਕਿਹਾ, ਕਹਿੰਦੇ ਸਾਨੂੰ ਨਹੀਂ ਸਮਝ ਲੱਗਦੀ, ਨਾ ਤੂੰ ਕੋਈ ਖੇਤੀ ਦਾ ਕੰਮ, ਨਾ ਤੂੰ ਕੋਈ ਉੱਥੇ ਪੈਸੇ ਬਚਾ ਕੇ ਲਿਆਇਆ। ਚੱਲ ਫਿਰ ਘਰੇ ਚੱਲ। ਮਹਾਰਾਜ ਘਰੇ ਆਏ, ਪ੍ਰਸ਼ਾਦਾ ਪਾਣੀ ਛਕਿਆ। ਰਾਏ ਬਲਾਰ ਨੂੰ ਪਤਾ ਲੱਗਿਆ, ਰਾਏ ਬਲਾਰ ਬਜ਼ੁਰਗ ਸੀ, ਸੁਨੇਹਾ ਭੇਜਿਆ। ਮਹਾਰਾਜ ਕਹਿੰਦੇ ਜ਼ਰੂਰ ਜਾਵਾਂਗੇ। ਹਜੂਰ ਗਏ। ਇਤਿਹਾਸ ਦੱਸਦਾ ਵੀ ਰਾਏ ਬਲਾਰ ਨੇ ਜਦੋਂ ਤੱਕਿਆ ਨਾ, ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕੀਤੇ, ਗਦ ਹੋ ਗਿਆ। ਹਜੂਰ ਉਸ ਵੇਲੇ ਮੁੱਛ ਪੁੱਟ ਸਨ। ਮਹਾਰਾਜ ਦੇ ਚਿਹਰੇ ਦਾ ਪ੍ਰਤਾਪ, ਅੱਲਾ ਖੁਦਾ ਦਾ ਸਰੂਪ, ਇਉਂ ਕਹੋ ਕਿ ਮੁਹੰਮਦ ਦਾ ਰੂਪ ਗੁਰੂ ਨਾਨਕ ਵਿੱਚੋਂ ਉਹਨੂੰ ਦਿਸਿਆ। ਕਿਉਂਕਿ ਯਾਦ ਹੈ, ਪਿਆਰ ਹੈ, ਪ੍ਰੇਮ ਹੈ। ਅੱਲਾ ਖੁਦਾ ਦਾ ਰੂਪ ਸਮਝ ਕੇ ਹਜੂਰ ਦੇ ਚਰਨਾਂ ਤੇ ਨਮਸਕਾਰ ਕਰਨ ਲੱਗਿਆ। ਮਹਾਰਾਜ ਕਹਿਣ ਲੱਗੇ ਨਾ ਰਾਏ ਬੁਲਾਰ, ਤੂੰ ਇੱਕ ਧਰਮੀ ਰਾਜਾ ਹੈ, ਉਮਰ ਵਿੱਚ ਵੀ ਬਹੁਤ ਵਡੇਰਾ ਸਾਡੇ ਤੋਂ। ਉਹ ਕਹਿਣ ਲੱਗਾ ਠੀਕ ਆ, ਮੈਂ ਧਰਮੀ ਰਾਜਾ, ਪਰ ਧਰਮੀ ਰਾਜਾ ਵੀ ਤੇਰੀ ਕਿਰਪਾ ਸਦਕਾ। ਠੀਕ ਆ ਮੈਂ ਉਮਰ ਵਿੱਚ ਵੱਡਾ, ਪਰ ਇਹ ਉਮਰ ਦੇਣ ਵਾਲਾ ਵੀ ਤੂੰ ਹੈ। ਤੂੰ ਦੁਨੀਆ ਦਾ ਨਾਥ ਹੈ, ਦੁਨੀਆ ਦਾ ਮਾਲਕ ਹੈ। ਮੇਰੇ ਤੇ ਕਿਰਪਾ ਕਰ, ਮੇਰੇ ਤੇ ਰਹਿਮਤ ਕਰ। ਕਹਿੰਦੇ ਫਿਰ ਵਿਚਾਰ ਹੋਈ। ਗੁਰੂ ਨਾਨਕ ਦੇਵ ਮਹਾਰਾਜ ਨੇ ਉੱਥੇ ਕਿਹਾ, ਰਾਏ ਬੁਲਾਰ ਨੂੰ ਬ੍ਰਹਮ ਗਿਆਨ ਦੇ ਬਚਨ ਸੁਣਾ ਕੇ, ਸਰੀਰ ਵੀ ਤੇਰਾ ਨਹੀਂ, ਇਹ ਪਰਿਵਾਰ ਵੀ ਤੇਰਾ ਨਹੀਂ, ਇਹ ਪੁੱਤਰ ਵੀ ਤੇਰੇ ਨਹੀਂ, ਇਹ ਧੰਦੇ ਵੀ ਤੇਰੇ ਨਹੀਂ, ਇਹ ਸੂਖਸ਼ਮ ਸਰੀਰ ਵੀ ਤੇਰਾ ਨਹੀਂ। ਇਦਾਂ ਦਾ ਬ੍ਰਹਮ ਗਿਆਨ ਦਾ ਜਿਵੇਂ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਉਪਦੇਸ਼ ਦੇਈ ਗਏ, ਬਸ ਲਿਵ ਲੱਗੀ। ਉਪਦੇਸ਼ ਲਿਆ ਰਾਏ ਬੁਲਾਰ ਨੇ। ਬਸ ਉਸ ਤੋਂ ਬਾਅਦ ਕਹਿਣ ਲੱਗੇ, ਰਾਏ ਬੁਲਾਰ ਦੀ ਅਵਸਥਾ ਇਸ ਤਰ੍ਹਾਂ ਦੀ ਬਣ ਗਈ, ਨਿਰੰਕਾਰ ਚਿੱਤ ਵਿੱਚ ਵਸ ਗਿਆ। ਸੰਸਾਰ ਤੇ ਰਹਿੰਦੇ ਹੋਏ ਵੀ ਸੰਸਾਰ ਤੋਂ ਵੱਖਰੇ ਪ੍ਰਤੀਤ ਹੁੰਦੇ। ਗੁਰੂ ਨਾਨਕ ਦੇਵ ਮਹਾਰਾਜ ਕੁਝ ਸਮਾਂ ਉੱਥੇ ਰਹੇ। ਕੁਝ ਸਮਾਂ ਰਾਏ ਭੋਏ ਦੀ ਤਲਵੰਡੀ। ਇੱਕ ਦਿਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਆਰਾਮ ਕਰੀ ਜਾਂਦੇ ਸੀ ਆਪਣੇ ਬਿੱਡਾਂ ਦੇ ਉੱਪਰ, ਆਪਣੇ ਆਸਣ ਉੱਪਰ ਕਹਿ ਲਵੋ। ਅੱਜ ਦੀ ਭਾਸ਼ਾ ਵਿੱਚ ਬਿੱਡ ਕਹਿੰਦੇ, ਉਦੋਂ ਮੰਜਾ ਕਹਿ ਲਵੋ, ਪਲੰਗ ਕਹਿ ਲਵੋ, ਆਸਣ ਕਹਿ ਲਵੋ। ਸਤਿਕਾਰਯੋਗ ਤੁਲਸੀ ਦਾਸੀ ਜਿਹੜੀ ਸੀ ਨਾ, ਇਹ ਕਾਰ ਵਿਹਾਰ ਕਰਦੀ ਸੀ ਘਰ ਵਿੱਚ। ਗੁਰੂ ਨਾਨਕ ਦੇਵ ਮਹਾਰਾਜ ਦਾ ਨਾ ਅੰਗੂਠਾ ਜਿਹੜਾ ਸੀ ਇੱਕ, ਉਹ ਨੰਗਾ ਸੀਗਾ। ਇਹਦੇ ਅੰਦਰ ਪ੍ਰੇਮ ਦੀ ਭਾਵਨਾ ਜਗੀ। ਇਹ ਆਈ ਹਜੂਰ ਦੇ ਚਰਨਾਂ ਤੇ ਨਮਸਕਾਰ ਕਰਕੇ ਪਹਿਲਾਂ ਮੱਥਾ ਟੇਕਿਆ, ਮੁੱਖ ਵਿੱਚ ਅੰਗੂਠਾ ਪਾ ਲਿਆ ਮਹਾਰਾਜ ਦਾ।
ਜਦੋਂ ਮੁੱਖ ਵਿੱਚ ਅੰਗੂਠਾ ਪਾਇਆ ਤ੍ਰੈ ਕਾਲਦਰਸ਼ੀ ਹੋ ਗਈ। ਗੁਰੂ ਨਾਨਕ ਦੇਵ ਮਹਾਰਾਜ ਮਨਸੁਖ ਦਾ ਡੁੱਬਦਾ ਹੋਇਆ ਜਹਾਜ਼ ਬੰਨੇ ਲਾ ਰਹੇ ਸੀ। ਜਦੋਂ ਨੇ ਸਾਰਾ ਕੁਝ ਦੇਖਿਆ, ਇੱਕਦਮ ਛਾਂ ਵੱਜੀ, ਸਭ ਕੁਝ ਦਿਖਾ ਦਿੱਤਾ। ਕਿਉਂਕਿ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। ਸਭ ਕੁਝ ਦਿਖਾ ਦਿੰਦੇ ਆ ਭਾਈ ਬ੍ਰਹਮ ਗਿਆਨੀ ਜਿਹੜੇ ਪੂਰੇ, ਉਹ ਵੀ ਦਿਖਾ ਦਿੰਦੇ ਆ। ਇਹ ਕੋਈ ਵੱਡੀ ਗੱਲ ਨਹੀਂ ਕਿ ਨਾਮ ਵਿੱਚ ਤਾਕਤ ਬਹੁਤ ਹੈ, ਨਾਮ ਵਿੱਚ ਪਾਵਰ ਬਹੁਤ ਹੈ। ਜੋ ਦੇਖਿਆ ਤੇ ਇੱਕਦਮ ਪਿੱਛੇ ਹੋਈ। ਮਹਾਰਾਜ ਨੇ ਨੇਤਰ ਖੋਲੇ। ਹਜੂਰ ਕਹਿਣ ਲੱਗੇ, ਤੁਲਸੀ ਏਦਾਂ ਨਹੀਂ ਕਰੀਦਾ, ਮਹਾਰਾਜ ਮੇਰੇ ਤੇ ਵੀ ਕਿਰਪਾ ਕਰੋ। ਹਜੂਰ ਨੇ ਕਿਹਾ, ਤੇਰੇ ਚਿੱਤ ਵਿੱਚ ਕਰਤਾਰ ਵਸੇ। ਇੱਧਰ ਮਹਾਰਾਜ ਕਿਰਪਾ ਕਰ ਰਿਹਾ ਰਾਏ ਭੋਏ ਦੀ ਤਲਵੰਡੀ ਵਿੱਚ। ਇੱਧਰ ਹੁਣ ਜਿਹੜਾ ਮਨਸੁਖ ਸੀ ਨਾ, ਮੈਂ ਤੁਹਾਡੇ ਨਾਲ ਪਹਿਲਾਂ ਇਤਿਹਾਸ ਸਾਂਝਾ ਕੀਤਾ। ਇਹ ਮਨਸੁਖ ਲਾਹੌਰ ਤੋਂ ਗਿਆ ਸੀ ਹਜੂਰ ਦੇ ਚਰਨਾਂ 'ਚ। ਵਪਾਰੀ ਸੀਗਾ, ਸੁਲਤਾਨਪੁਰ ਰਹਿ ਕੇ ਤੇ ਫਿਰ ਇਹ ਵਪਾਰ ਕਰਨ ਦੇ ਲਈ ਸੰਗਲਾ ਦੀਪ ਵੱਲ ਚਲ ਗਿਆ। ਤੇ ਮਹਾਰਾਜ ਨੇ ਇਹਨੂੰ ਸ਼ਬਦ ਲਿਖ ਕੇ ਦਿੱਤਾ ਸੀ, ਮੂਲ ਮੰਤਰ, ਵੀ ਤੂੰ ਅੰਮ੍ਰਿਤ ਵੇਲੇ ਉੱਠ ਕੇ ਮੂਲ ਮੰਤਰ ਦਾ ਜਾਪ ਕਰਨਾ, ਬੰਦਗੀ ਕਰਨੀ ਆ, ਸਿਮਰਨ ਕਰਨਾ। ਗੁਰੂ ਨਾਨਕ ਕਹਿਣ ਲੱਗੇ, ਤੇਰੇ ਲਈ ਸਭ ਕੁਝ ਮੂਲ ਮੰਤਰ ਹੀ ਹੈ। ਇਹ ਪਹੁੰਚਿਆ ਸੰਗਲਾ ਦੀਪ, ਟਾਪੂ ਤੇ ਸਮੁੰਦਰ ਦੇ ਕੰਢੇ ਤੇ। ਬਹੁਤ ਵੱਡਾ ਸ਼ਹਿਰ ਸੀਗਾ, ਬਹੁਤ ਵੱਡਾ ਟਾਪੂ ਸੀ। ਉੱਥੋਂ ਦਾ ਰਾਜਾ ਸੀਗਾ ਸ਼ਿਵਨਾਭ। ਇਤਿਹਾਸ ਵਿੱਚ ਜ਼ਿਕਰ ਆਉਂਦਾ, ਜਿਹੜਾ ਉਹ ਰਾਜਾ ਸ਼ਿਵਨਾਭ ਸੀ ਨਾ, ਉਹ ਕੀ ਕਰਦਾ ਸੀ? ਵਰਤ ਰੱਖਦਾ ਸੀਗਾ, ਪੱਥਰਾਂ ਦੀ ਪੂਜਾ ਕਰਦਾ ਸੀਗਾ, ਏਕਾਦਸ਼ੀ ਦਾ ਵਰਤ ਰੱਖਦਾ, ਹੋਰ ਬੜੇ ਕਰਮ ਕਾਂਡ ਕਰਦਾ। ਇੱਕ ਦਿਨ ਇਹਨੇ ਏਕਾਦਸ਼ੀ ਮਨਾਉਣੀ ਸੀਗੀ, ਸਾਰੇ ਸ਼ਹਿਰ ਦੇ ਵਿੱਚ ਨਿਉਂਦਾ ਦਿੱਤਾ ਕਿ ਅੱਜ ਭਾਈ ਪੱਥਰਾਂ ਦੀ ਪੂਜਾ ਕਰਨੀ ਆ, ਬ੍ਰਾਹਮਣ ਵੀ ਸੱਦੇ ਤੇ ਮੇਰਾ ਵਰਤ ਹੈ, ਸਾਰਿਆਂ ਨੇ ਆਉਣਾ। ਸਭ ਆਏ, ਪਰ ਜਿਹੜਾ ਇਹ ਮਨਸੁਖ ਸੀਗਾ, ਇਹਨੇ ਕੀ ਕਰਨਾ? ਅੰਮ੍ਰਿਤ ਵੇਲੇ ਉੱਠਣਾ, ਅੰਮ੍ਰਿਤ ਵੇਲੇ ਉੱਠ ਕੇ ਦਾਤਨ ਕੁਰਲਾ ਕਰਕੇ, ਇਸ਼ਨਾਨ ਪਾਣੀ ਕਰਕੇ, ਗੁਰੂ ਨਾਨਕ ਨੂੰ ਯਾਦ ਕਰਕੇ, ਚੌਂਕੜਾ ਮਾਰ ਕੇ ਮੂਲ ਮੰਤਰ ਦਾ ਅਭਿਆਸ ਕਰਨਾ। ਪਤਾ ਲੱਗ ਗਿਆ, ਕਿਉਂਕਿ ਲੋਕਾਂ ਨੇ ਦੱਸ ਦਿੱਤਾ ਵੀ ਇੱਥੇ ਇੱਕ ਵਪਾਰੀ ਆ, ਮਨਸੁਖ ਆ, ਬਹੁਤ ਵੱਡਾ ਵਪਾਰੀ ਆ। ਕਿਉਂਕਿ ਬਹੁਤ ਵੱਡਾ ਵਪਾਰੀ ਸੀਗਾ ਮਨਸੁਖ। ਉਹ ਨਹੀਂ ਆਇਆਗਾ, ਨਾ ਉਹਨੇ ਪੱਥਰ ਦੀ ਪੂਜਾ ਕੀਤੀ ਤੇ ਨਾ ਉਹਨੇ ਕੋਈ ਵਰਤ ਰੱਖਿਆ ਏਕਾਦਸ਼ੀ ਦਾ। ਪਤਾ ਨਹੀਂ ਉਹ ਅੰਮ੍ਰਿਤ ਵੇਲੇ ਉੱਠਦਾ ਹਰ ਰੋਜ਼। ਕਹਿਣ ਲੱਗੇ, ਅੱਛਾ, ਕਹਿੰਦੇ ਮੈਨੂੰ ਮਿਲਾਓ। ਸੱਦਿਆ ਮਨਸੁਖ ਨੂੰ ਰਾਜਾ ਸ਼ਿਵਨਾਭ ਨੇ। ਵਿਚਾਰ ਹੋਈ। ਰਾਜਾ ਸ਼ਿਵਨਾਭ ਕਹਿਣ ਲੱਗਾ, ਮੈਂ ਸੁਣਿਆ ਵੀ ਨਾ ਤੂੰ ਵਰਤ ਰੱਖਿਆ, ਨਾ ਤੂੰ ਪੱਥਰਾਂ ਦੀ ਪੂਜਾ ਕੀਤੀ। ਜਿਹੜਾ ਉਹ ਮਨਸੁਖ ਸੀ ਨਾ, ਕਹਿਣ ਲੱਗਾ ਵੀ ਪੱਥਰਾਂ ਦੀ ਪੂਜਾ ਕੀ ਕਰਨੀ ਹੈ? ਮੈਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਮੇਰੇ ਤੇ ਕਿਰਪਾ ਕੀਤੀ ਆ, ਮੂਲ ਮੰਤਰ ਦਾ ਸ਼ਬਦ ਦਿੱਤਾ, ਮੂਲ ਮੰਤਰ ਦੇ ਸ਼ਬਦ ਦੀ ਮੈਂ ਆਰਾਧਨਾ ਕਰਦਾ, ਜਾਪ ਕਰਦਾ, ਮੇਰੇ ਤੇ ਬਖਸ਼ਿਸ਼ ਆ ਗੁਰੂ ਨਾਨਕ। ਜਦੋਂ ਇਹ ਗੱਲ ਸੁਣੀ ਨਾ, ਰਾਜੇ ਸ਼ਿਵਨਾਭ ਨੇ ਕਹਿਣ ਲੱਗਾ ਵੀ ਉਹ ਗੁਰੂ ਨਾਨਕ ਹੈ ਕੌਣ ਆ? ਸਾਰੀ ਵਾਰਤਾ ਦੱਸੀ ਰਾਜੇ ਨੂੰ, ਸ਼ਿਵਨਾਭ ਨੂੰ। ਕਹਿਣ ਲੱਗੇ, ਉਹ ਗੁਰੂ ਨਾਨਕ ਨਿਰੰਕਾਰੀ ਹੈ, ਸਰਗੁਣ ਰੂਪ ਦੇ ਵਿੱਚ ਕਲਯੁਗੀ ਜੀਵਾਂ ਦਾ ਉद्धार ਕਰਨ ਆਏ ਆ, ਬ੍ਰਹਿਮੰਡ ਦੇ ਮਾਲਕ ਆ, ਦੀਨਾ ਬੰਧੂ ਆ। ਕਹਿੰਦਾ ਮੈਂ ਵੀ ਦਰਸ਼ਨ ਕਰ ਸਕਦਾ। ਇਹਦੇ ਮਨ ਅੰਦਰ ਪ੍ਰੇਮ ਜਾਗਿਆ। ਪ੍ਰੇਮ ਕੀ ਮਾਨੋ ਵੱਡੇ ਭਾਗ ਸੀ, ਮੈਂ ਵੀ ਦਰਸ਼ਨ ਕਰ ਸਕਦਾ। ਜਿਹੜਾ ਰਾਜਾ ਸੀ ਨਾ, ਜਦੋਂ ਇਹ ਗੱਲ ਰਾਜੇ ਨੇ ਕਹੀ, ਮਨਸੁਖ ਕਹਿਣ ਲੱਗਾ ਵੀ ਉਹ ਪ੍ਰੇਮ ਦੇ ਭੁੱਖੇ ਆ, ਪ੍ਰੇਮ ਦੇ ਵਸ ਆ ਕੇ ਜਿੱਥੇ ਮਰਜੀ ਕਿ ਉਹਨਾਂ ਨੂੰ ਯਾਦ ਕਰੇ, ਉਹ ਆਪ ਆ ਕੇ ਦਰਸ਼ਨ ਦਿੰਦੇ ਆ। ਕਹਿਣ ਲੱਗੇ, ਅੱਛਾ, ਕਹਿੰਦੇ ਉਹਨਾਂ ਦੀ ਕਿੱਦਾਂ ਦੀ ਮੂਰਤੀ ਹੈ, ਕਿੱਦਾਂ ਦਾ ਸਰੂਪ ਹੈ? ਰਾਜਾ ਮਨਸੁਖ ਨੇ ਦੱਸਿਆ, ਕਹਿੰਦੇ ਸਰਗੁਣ ਉਪਾਸਨਾ ਨੂੰ ਮੁੱਖ ਰੱਖ ਕੇ, ਨੇਤਰ ਬੰਦ ਕਰਕੇ ਰਾਜਾ ਸ਼ਿਵਨਾਭ ਗੁਰੂ ਨਾਨਕ ਨੂੰ ਧਿਆਉਣ ਲੱਗ ਪਿਆ। ਇੱਧਰ ਗੁਰੂ ਨਾਨਕ ਦੇਵ ਮਹਾਰਾਜ ਰਾਏ ਭੋਏ ਦੀ ਤਲਵੰਡੀ ਵਿੱਚ ਆ। ਮਹਾਰਾਜ ਨੇ ਕਿਹਾ, ਕਹਿੰਦੇ ਭਾਈ ਹੁਣ ਭਾਈ ਮਰਦਾਨੇ ਨੂੰ, ਭਾਈ ਬਾਲੇ ਨੂੰ ਕਿਹਾ ਵੀ ਆਪਾਂ ਹੁਣ ਜਾਣਾ, ਮਹਾਰਾਜ ਤੁਹਾਡਾ ਜੋ ਹੁਕਮ ਆ। ਦੇਖ ਮਰਦਾਨਿਆ, ਸਾਡਾ ਪ੍ਰੇਮੀ ਆ ਮਨਸੁਖ, ਤੇ ਮਨਸੁਖ ਨੇ ਨਾਮ ਬਾਣੀ ਦਾ ਉਪਦੇਸ਼ ਕਰਕੇ ਉੱਥੋਂ ਦੇ ਰਾਜੇ ਤੇ ਕਿਰਪਾ ਹੋਈ ਆ। ਉਹ ਬੰਦਗੀ ਵਿੱਚ ਜੁੜ ਗਿਆ। ਪੱਥਰ ਪੁਜਾਰੀ ਸੀਗਾ, ਉਹ ਛੱਡ ਦਿੱਤਾ, ਵਰਤ ਆਦਿਕ ਛੱਡ ਦਿੱਤੇ। ਸਾਨੂੰ ਉਹ ਯਾਦ ਕਰਦਾ, ਹੁਣ ਅਸੀਂ ਜਾਣਾ। ਭਾਈ ਮਰਦਾਨਾ ਕਹਿਣ ਲੱਗਾ, ਸਤ ਬਚਨ ਮਹਾਰਾਜ, ਜੋ ਤੁਹਾਡਾ ਹੁਕਮ ਹੈ, ਜੋ ਤੁਸੀਂ ਹੁਕਮ ਕਰੋਗੇ। ਇਧਰੋਂ ਗੁਰੂ ਨਾਨਕ ਦੇਵ ਮਹਾਰਾਜ ਰਾਏ ਭੋਏ ਦੀ ਤਲਵੰਡੀ ਤੋਂ ਤੁਰ ਪਏ। ਇਧਰ ਹੁਣ ਰਾਜਾ ਸ਼ਿਵਨਾਭ ਬੰਦਗੀ ਕਰਦਾ। ਕਹਿੰਦੇ ਰਾਜਾ ਸ਼ਿਵ ਰਾਮ ਦਾ ਮੰਤਰੀ ਸੀਗਾ, ਉਹਦਾ ਨਾਮ ਆਇਆ ਪਰਸਰਾਮ। ਇਤਿਹਾਸ ਵਿੱਚ ਪਰਸਰਾਮ ਨੂੰ ਰਾਜੇ ਸ਼ਿਵਨਾਭ ਨੇ ਕਿਹਾ ਵੀ ਕਈ ਹੁਣ ਨਕਲੀ ਵੀ ਆਉਣਗੇ, ਕਿਉਂਕਿ ਜਦੋਂ ਅਸਲ ਚੱਲਦੀ ਨਾ, ਉਦੋਂ ਨਕਲ ਪਹਿਲਾਂ ਹੀ ਬਣ ਕੇ ਆ ਜਾਂਦੇ ਆ। ਮੋਬਾਈਲ 'ਚ ਚੱਲੇ ਸੀ ਨਾ, ਚਾਈਨਾ ਮਾਈਡ 'ਚ ਕਿੰਨੇ ਆ ਗਏ ਸੀਗੇ। ਨਕਲ ਵੀ ਬਹੁਤ ਆਉਂਦੀ ਹੈ ਨਾ, ਬਾਜ਼ਾਰਾਂ ਵਿੱਚ ਆਉਂਦੀ ਹੈ।
ਉਹ ਰਾਜਾ ਸ਼ਿਵਨਾਭ ਕਹਿਣ ਲੱਗਾ, ਕਹਿੰਦਾ ਨਕਲੀ ਬਹੁਤ ਆਉਣਗੇ ਮੰਤਰੀ ਪਰਸਰਾਮ, ਪ੍ਰੀਖਿਆ ਕਰੀ। ਕਹਿੰਦਾ ਜੀ ਕਿੱਦਾਂ? ਕਹਿੰਦਾ 36 ਪ੍ਰਕਾਰ ਦੇ ਭੋਜਨ ਲਿਜਾ ਕੇ, ਉਸ ਤੋਂ ਬਾਅਦ ਸੁੰਦਰ ਲੜਕੀਆਂ ਲਿਜਾ ਕੇ, ਬਸ ਨਕਲੀ ਜਾਂਦੇ ਸੀਗੇ। ਜਿਉਂ-ਜਿਉਂ ਨਕਲੀ ਜਾਂਦੇ ਤਿਉਂ-ਤਿਉਂ ਝੜਦੇ ਜਾਂਦੇ। ਕੋਈ ਪ੍ਰਸ਼ਾਦੇ ਤੋਂ ਡਿੱਗ ਪੈਂਦਾ, ਕੋਈ ਰੂਪ ਦੇਖ ਕੇ ਡਿੱਗ ਪੈਂਦਾ, ਕੋਈ ਈਰਖਾਵਸ ਹੋ ਗਿਆ, ਕੋਈ ਨਿੰਦਿਆ ਕਰਨ ਲੱਗ ਗਿਆ ਵੀ ਸਾਡੀ ਇਦਾਂ, ਕੋਈ ਚੁਗਲੀ, ਕੋਈ ਕੁਛ। ਕਹਿਣ ਲੱਗੇ ਨਹੀਂ, ਹਜੇ ਨਹੀਂ। ਮਨਸੁਖ ਕਹਿਣ ਲੱਗਾ ਯਾਦ ਰੱਖੀ ਜ਼ਰੂਰ ਆਉਣਗੇ। ਇਧਰ ਹਜੂਰ ਚੱਲੇ ਉੱਥੋਂ ਰਾਏ ਭੋਜ ਦੀ ਤਲਵੰਡੀ ਤੋਂ ਚੱਲਦੇ ਚੱਲਦੇ ਮਹਾਰਾਜ ਫੇਰ ਆਏ ਆ ਲਾਲੋ ਦੇ ਘਰ। ਲਾਲੋ ਦਾ ਬੂਆ ਖੜਕਾਇਆ। ਮਹਾਰਾਜ ਕਹਿਣ ਲੱਗੇ ਲਾਲੋ ਤੈਨੂੰ ਕਿਹਾ ਸੀ ਨਾ। ਮਹਾਰਾਜ ਧੰਨ ਹੈ ਮਲਕ ਭਾਗੋ ਨੂੰ ਪਤਾ ਲੱਗਿਆ, ਹਜੂਰ ਦੇ ਚਰਨਾਂ ਤੇ ਆ ਕੇ ਨੱਕ ਮਸਤਕ ਹੋਇਆ। ਲਾਲੋ ਅਸੀਂ 5 ਦਿਨ ਜਿਹੜੇ ਰਹਿੰਦੇ ਸੀ ਨਾ ਬਾਕੀ, ਉਹ ਹੁਣ ਇੱਥੇ ਰਵਾਂਗੇ। 5 ਦਿਨ ਗੁਰੂ ਨਾਨਕ ਦੇ ਮਹਾਰਾਜ ਫਿਰ ਭਾਈ ਲਾਲੋ ਦੇ ਗ੍ਰਹਿ ਵਿਖੇ ਰਹੇ। ਮਹੀਨਾ ਪੂਰਾ, ਜਿਹੜੇ 25 ਦਿਨ ਪਹਿਲਾਂ ਰਹਿ ਕੇ ਗਏ ਸੀ, 5 ਦਿਨ ਬਾਅਦ ਵਿੱਚ ਮਹੀਨਾ ਪੂਰਾ ਕਰਕੇ ਗੁਰੂ ਨਾਨਕ ਦੇ ਮਹਾਰਾਜ ਹੁਣ ਏਮਨਾਬਾਦ ਤੋਂ ਚੱਲ ਪਏ ਆ ਸ਼ਿਵਨਾਭ ਰਾਜੇ ਨੂੰ ਦਰਸ਼ਨ ਦੇਣ ਦੇ ਲਈ ਸੰਗਲਾ ਦੀਪ ਵੱਲ। ਇੱਧਰ ਮਹਾਰਾਜ ਤੁਰ ਪਏ। ਰਸਤੇ ਵਿੱਚ ਜਾਂਦੇ ਜਾਂਦੇ ਕਹਿੰਦੇ ਬੰਗਲਾਦੇਸ਼ ਉੱਥੇ ਪਹੁੰਚੇ। ਬੰਗਲਾਦੇਸ਼ ਦਾ ਜੰਤਰ ਮੰਤਰ, ਟੂਣੇ ਆਦਿਕ ਬਹੁਤ ਭਾਰੀ ਜਿਹੜੇ ਸੀ ਨਾ ਉੱਥੋਂ ਦੇ, ਉਹ ਮੰਨੇ ਗਏ ਸਨ। ਤੇ ਭਾਈ ਮਰਦਾਨੇ ਨੂੰ ਭੁੱਖ ਲੱਗਦੀ ਸੀ, ਕਿਉਂਕਿ ਪਹਿਲਾਂ ਵੀ ਲੱਗੀ। ਭਾਈ ਮਰਦਾਨੇ ਨੂੰ ਭੁੱਖ ਲੱਗੀ। ਹਜੂਰ ਕਹਿਣ ਲੱਗੇ ਇਦਾਂ ਕਰ ਵੀ ਅੱਕ ਤੋੜ ਕੇ ਛਕ ਲਾ। ਮਹਾਰਾਜ ਅੱਕ ਮੈਂ ਕਿੱਦਾਂ ਛਕ ਲੂ? ਮਹਾਰਾਜ ਕਹਿੰਦੇ ਹੁਕਮ ਮੰਨ, ਪਰ ਲਾਲਚ ਨਾ ਕਰੀ। ਅੱਕ ਤੋੜ ਕੇ ਛਕਿਆ ਭਾਈ ਮਰਦਾਨੇ ਨੇ। ਭਾਈ ਮਰਦਾਨੇ ਦੀ ਭੁੱਖ ਮਰ ਗਈ। ਭਾਈ ਮਰਦਾਨੇ ਨੇ ਥੋੜਾ ਜਿਹਾ ਲਾਲਚ ਕਰ ਲਿਆ ਵੀ ਆਪਾਂ ਥੋੜਾ ਜਿਹਾ ਆਪਦੇ ਕੋਲੇ ਰੱਖ ਲੈਨੇ ਆ, ਫਿਰ ਭੁੱਖ ਲੱਗੇਗੀ। ਜਦੋਂ ਦਿਨ ਢਲਿਆ ਨਾ, ਸ਼ਾਮਾਂ ਪਈਆਂ, ਤੇ ਉਹ ਅੱਕ ਨੂੰ ਫਿਰ ਖਾਣ ਲੱਗਿਆ। ਅੱਕ ਜ਼ਹਿਰ ਵਰਗਾ ਥੂ ਥੂ ਕਰਨ ਲੱਗਿਆ। ਮਹਾਰਾਜ ਕਹਿੰਦੇ ਤੈਨੂੰ ਕਿਹਾ ਸੀ ਨਾ ਲਾਲਚ ਨਾ ਕਰੀ। ਮਹਾਰਾਜ ਮੇਰਾ ਤੇ ਮੂੰਹ ਕੌੜਾ ਹੋ ਗਿਆ। ਮਹਾਰਾਜ ਕਹਿੰਦੇ ਚੰਗਾ, ਇੱਕ ਤੋੜ ਕੇ ਫਿਰ ਖਾ ਲਾ। ਫਿਰ ਖਾਦਾ, ਉਹਦੇ ਵਿੱਚੋਂ ਬੜਾ ਸਵਾਦ ਆਇਆ। ਮਹਾਰਾਜ ਤੁਸੀਂ ਧੰਨ। ਮਹਾਰਾਜ ਅੱਗੇ ਗਏ ਤੇ ਉੱਥੇ ਦਾ ਮੰਤਰ ਜਿਹੜਾ ਬੜਾ ਮਸ਼ਹੂਰ ਮੰਨਿਆ ਸੀ, ਤੰਤਰ ਮੰਤਰ, ਭਾਈ ਮਰਦਾਨੇ ਤੇ ਮਹਾਰਾਜ ਦੀ ਇੱਕ ਮਾਇਆ ਹੀ ਸੀ। ਫਿਰ ਬੇਨਤੀ ਕੀਤੀ ਮਹਾਰਾਜ ਜੇ ਹੁਕਮ ਹੋਵੇ ਤੇ ਮੈਂ, ਸਵੇਰ ਹੋ ਗਈ ਆ, ਮੈਨੂੰ ਭੁੱਖ ਲੱਗੀ ਆ। ਮਹਾਰਾਜ ਕਹਿੰਦੇ ਨਾ ਜਾਏ, ਸ਼ਹਿਰ ਦੇ ਵਿੱਚ ਬੜੇ ਕਪਟੀ ਲੋਕ ਰਹਿੰਦੇ ਆ, ਜਾਦੂ ਟੂਣਿਆਂ ਵਾਲੇ। ਮਹਾਰਾਜ ਪਰ ਭੁੱਖ ਆ। ਕਹਿੰਦੇ ਚੰਗਾ ਫਿਰ ਕੁਝ ਖਾਵੀ ਨਾ। ਕਹਿੰਦਾ 7 ਬਚਨ। ਭਾਈ ਮਰਦਾਨਾ ਜਾ ਵੜਿਆ। 4 ਇਸਤਰੀਆਂ ਬੈਠੀਆਂ ਸਨ ਇਤਿਹਾਸ ਮੁਤਾਬਕ। ਭਾਈ ਮਰਦਾਨੇ ਨੂੰ ਤੱਕਿਆ ਉਹਨਾਂ ਨੇ। ਇਤਿਹਾਸ ਦੱਸਦਾ ਵੀ ਭਾਈ ਮਰਦਾਨੇ ਦੇ ਗਲ ਵਿੱਚ ਧਾਗਾ ਆਦਿਕ ਪਾ ਦਿੱਤਾ। ਭਾਈ ਮਰਦਾਨੇ ਨੂੰ ਉਸ ਵੇਲੇ ਮੇਡਾ ਕਹਿੰਦੇ ਭੇਡੂ, ਉਹ ਜੂਨੀ ਮਿਲ ਗਈ। ਇੱਧਰ ਸਤ ਕਰਤਾਰ ਦੀ ਧੁਨ ਗੁਰੂ ਨਾਨਕ ਦੇ ਮਹਾਰਾਜ ਉਚਾਰ ਰਹੇ ਆ। ਮਹਾਰਾਜ ਅੰਤਰਜਾਮੀ ਸਨ। ਮਹਾਰਾਜ ਕਹਿੰਦੇ ਚੱਲ ਹੁਣ ਬਾਲਿਆ ਲਾਜ ਰੱਖੀਏ, ਆਪਣੇ ਨਾਲ ਆਇਆ। ਮਹਾਰਾਜ ਕੀ ਹੋਇਆ? ਮਹਾਰਾਜ ਕਹਿੰਦੇ ਹੋਣਾ ਕੀ ਆ, ਉੱਥੇ ਬੰਨਿਆ ਪਿਆ। ਜਦੋਂ ਗਏ ਹਜੂਰ ਗੁਰੂ ਨਾਨਕ ਦੇ ਮਹਾਰਾਜ ਭਾਈ ਬਾਲਾ, ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਗੁਰੂ ਨਾਨਕ ਦੇ ਮਹਾਰਾਜ ਨੂੰ ਵੀ ਅਸੀਂ ਵਸ ਕਰ ਲਈਏ, ਪਰ ਗੁਰੂ ਨਾਨਕ ਨੂੰ ਕੌਣ ਭਾਈ ਕੋਈ ਕਪਟ ਕਰਕੇ, ਧੋਖਾ ਕਰਕੇ ਕੋਈ ਵਸ ਕਰ ਸਕਦਾ? ਹਜੂਰ ਨੇ ਐਸਾ ਸਤ ਕਰਤਾਰ ਕਿਹਾ। ਉਹ ਉੱਥੇ ਹੀ ਜਿਹੜੀਆਂ ਨਖਿੱਧ ਜੂਨੀਆਂ ਸਨ, ਕੋਈ ਕੁੱਤੀ ਆਦਿਕ, ਕੋਈ ਸੂਰਨੀ ਆਦਿਕ ਬਣ ਗਈ। ਉਹਨਾਂ ਦੇ ਘਰਾਂ ਵਾਲੇ ਆਏ, ਉਹਨਾਂ ਨੇ ਦੇਖਿਆ। ਫਿਰ ਗੁਰੂ ਨਾਨਕ ਦੇ ਚਰਨਾਂ ਤੇ ਮੱਥਾ ਟੇਕਿਆ। ਫਿਰ ਮਹਾਰਾਜ ਤੇ ਚਰਨਾਂ ਤੇ ਮੱਥਾ ਟੇਕ ਕੇ ਕਿਹਾ ਮਹਾਰਾਜ ਤੁਸੀਂ ਕਿਰਪਾ ਕਰੋ। ਮਹਾਰਾਜ ਕਹਿੰਦੇ ਨਾ ਭਾਈ, ਇੱਧਰ ਟੂਣਿਆਂ ਦੇ ਨਾਲ, ਜਿਵੇਂ ਅੱਜ ਦੇ ਬਹੁਤੇ ਕਹਿੰਦੇ ਨਾ ਮੈਂ ਤੇ ਫਲਾਣੇ ਕੋਲ ਚੱਲੇ ਆ ਭੂਤ ਕਢਾਉਣ, ਇਦਾਂ ਉਦਾਂ, ਇਹ ਸਾਨੂੰ ਮਹਾਰਾਜ ਨੇ ਉਪਦੇਸ਼ ਦਿੱਤਾ। ਮਹਾਰਾਜ ਕਹਿੰਦੇ ਲੋਕਾਂ ਨੂੰ ਇਦਾਂ ਬੁੱਧੂ ਨਾ ਬਣਾਓ, ਇਹ ਨਾ ਕਰੋ। ਫਿਰ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ। ਸਾਰੇ ਗੁਰੂ ਨਾਨਕ ਦੇ ਮਹਾਰਾਜ ਦੇ ਸੰਗੀ ਹੋ ਗਏ। ਉੱਥੋਂ ਹਜੂਰ ਅੱਗੇ ਚੱਲ ਗਿਆ ਰਾਜੇ ਸ਼ਿਵਨਾਭ ਨੂੰ ਦਰਸ਼ਨ ਦੇਣ ਦੇ ਲਈ। ਰਾਜੇ ਸ਼ਿਵਨਾਭ ਦੇ ਬਾਹਰ ਜਿਹੜਾ ਸਥਾਨ ਸੁੰਦਰ ਸੀ ਨਾ, ਉੱਥੇ ਜਾ ਬੈਠੇ। ਪਰਸਰਾਮ ਮੰਤਰੀ ਨੂੰ ਪਤਾ ਲੱਗਿਆ ਵੀ 3 ਜਾਣੇ ਆਏ ਆ। ਇੱਕ ਸਾਧੂ ਆ, ਪਰ ਸਾਧੂ ਦੇ ਚਿਹਰੇ ਦਾ ਪ੍ਰਤਾਪ ਨਹੀਂ ਝੱਲਿਆ ਜਾਂਦਾ। ਨਾਲ ਦੇ ਵੀ ਬੜੇ ਸੰਗੀ, ਉਹਨਾਂ ਦਾ ਪ੍ਰਤਾਪ। ਇਹਨੇ ਕਿਹਾ ਗੁਰੂ ਨਾਨਕ ਹੀ ਆ ਗਏ। ਕਹਿੰਦਾ ਚੰਗਾ ਪਹਿਲਾਂ ਪ੍ਰੀਖਿਆ ਲੈ। ਇਤਿਹਾਸ ਦੱਸਦਾ ਵੀ ਪਹਿਲਾਂ ਇਹਨੇ ਪ੍ਰੀਖਿਆ ਲੈਣੀ ਸ਼ੁਰੂ ਕੀਤੀ। ਪਦਾਰਥ ਲਿਆਂਦੇ ਬੜੇ ਤਰ੍ਹਾਂ ਦੇ। ਮਹਾਰਾਜ ਹੱਸ ਪਏ, ਕਹਿੰਦੇ ਅਸੀਂ ਪਦਾਰਥ ਕੀ ਛਕਨੇ ਆ ਭਾਈ, ਇਹ ਤੇ ਨਾਸ਼ਵੰਤ ਹੈ। ਫਿਰ ਇਸਤਰੀਆਂ ਆਦਿਕ। ਮਹਾਰਾਜ ਨੇ ਕਿਹਾ ਗਾਚੋ ਪੁੱਤਰੀ ਰਾਜਕੁਮਾਰ। ਇਤਿਹਾਸ ਲੰਮਾ ਹੋ ਜਾਣਾ ਮਹਾਰਾਜ ਦਾ।
ਗੁਰੂ ਸਾਹਿਬ ਦੀ ਪ੍ਰੀਖਿਆ ਲੈਣ ਦੀ ਕੋਸ਼ਿਸ਼ ਕੀਤੀ, ਪਰ ਉਹਨੂੰ ਪਤਾ ਲੱਗ ਗਿਆ। ਫਿਰ ਰਾਜਾ ਸ਼ਿਵਨਾਬ ਆਪਣੀਆਂ ਰਾਣੀਆਂ ਦੇ ਸਮੇਤ, ਪਰਿਵਾਰ ਸਮੇਤ, ਕੁਝ ਭੇਟਾ ਲੈ ਕੇ ਜਦੋਂ ਇਹਨੇ ਦਰਸ਼ਨ ਕੀਤੇ, ਇਹਨਾਂ ਨੂੰ ਪਤਾ ਲੱਗ ਗਿਆ ਵੀ ਗਦ ਗਦ ਚਿਹਰਾ ਗੁਰੂ ਨਾਨਕ ਹੀ ਆ। ਹਜੂਰ ਦੇ ਚਰਨਾਂ ਤੇ ਡਿੱਗ ਪਿਆ, ਮਹਾਰਾਜ ਮੇਰੇ ਤੇ ਕਿਰਪਾ ਕਰੋ। ਮਹਾਰਾਜ ਕਹਿਣ ਲੱਗੇ ਕਿਸੇ ਪੂਰੇ ਸਾਧੂ ਦੀ ਪ੍ਰੀਖਿਆ ਨਹੀਂ ਲਈਦੀ। ਮਹਾਰਾਜ ਕੀ ਕਰਾਂ, ਬੜੇ ਇੱਥੇ ਆਏ। ਫਿਰ ਮਹਾਰਾਜ ਹੱਸ ਪਏ, ਕਹਿੰਦੇ ਅੱਛਾ ਹਜੂਰ ਬੜੇ ਆਏ, ਹੁਣ ਮੈਂ ਕਿੱਦਾਂ ਕਰਾਂ, ਮੈਨੂੰ ਭਰੋਸਾ ਨਹੀਂ ਬਣਦਾ ਸੀ। ਕਹਿੰਦੇ ਚੰਗਾ ਭਾਈ। ਫਿਰ ਮਹਾਰਾਜ ਨਾਲ ਬਹੁਤ ਵਿਚਾਰਾਂ ਹੋਈਆਂ। ਉਹ ਇਤਿਹਾਸ ਦੇ ਮੁਤਾਬਕ ਇਉਂ ਹੈ, ਗੁਰੂ ਨਾਨਕ ਦੇਵ ਮਹਾਰਾਜ ਨੇ ਉਪਦੇਸ਼ ਦਿੱਤਾ। ਇਹੀ ਉਪਦੇਸ਼ ਸੀਗਾ ਪ੍ਰਾਣਾਯਾਮ ਦੇ ਮੁਤਾਬਕ, ਸਵਾਸ ਕਿਸ ਤਰ੍ਹਾਂ, ਸਰੀਰ ਨੂੰ ਕਿਸ ਤਰ੍ਹਾਂ ਛੱਡਣਾ, ਇਹ ਸਰੀਰ ਤੇਰਾ ਨਹੀਂ, ਇਹ ਸੂਖਸ਼ਮ ਤੇਰਾ ਨਹੀਂਗਾ। ਇਹ ਸਾਰਾ ਵਿਦਾਂਤ ਉੱਥੇ ਆਇਆ। ਹੁਣ ਵਿਦਾਂਤ ਮੈਂ ਸਾਰਾ ਤੁਹਾਡੇ ਨਾਲ ਸਾਂਝਾ ਇੱਥੇ ਕਰ ਨਹੀਂ ਸਕਦਾਗਾ ਵੀ ਤੇਰਾ ਤਨ ਵੀ ਨਹੀਂ, ਤੇਰਾ ਮਨ ਵੀ ਨਹੀਂ, ਤੇਰੀ ਬੁੱਧੀ ਵੀ ਨਹੀਂ, ਤੇਰਾ ਚਿੱਤ ਵੀ ਨਹੀਂਗਾ। ਇਹ ਸਾਰਾ ਇਤਿਹਾਸ ਜਿਹੜਾ ਉੱਥੇ ਜ਼ਿਕਰ ਹੋਇਆ, ਇਉਂ ਗੁਰੂ ਨਾਨਕ ਦੇਵ ਮਹਾਰਾਜ ਨੇ ਸ਼ਿਵਨਾਬ ਜਿਹੜਾ ਉਹ ਰਾਜਾ ਸੀ ਨਾ ਸੰਗਲਾਦੀਪ ਦਾ, ਉੱਥੇ ਮਨਸੁਖ ਵੀ ਆਇਆ, ਉਹਦਾ ਉद्धार ਕੀਤਾ। ਬਹੁਤ ਸਮਾਂ ਉੱਥੇ ਗੁਰੂ ਨਾਨਕ ਦੇਵ ਮਹਾਰਾਜ ਰਹਿ ਕੇ ਕਲਯੁਗੀ ਜੀਵਾਂ ਦਾ ਉद्धार ਕਰਨ ਲੱਗੇ। ਇੱਥੋਂ ਤੱਕ ਆਪਾਂ ਇਤਿਹਾਸ ਦੀ ਚਲਦੀ ਕਥਾ ਲੈ ਕੇ ਆਏ ਆ, ਇਹ ਵਾਰਤਕ ਰੂਪ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ। ਕਿਉਂਕਿ ਮੈਂ ਪਹਿਲਾਂ ਬੇਨਤੀ ਕੀਤੀ ਆ ਵੀ ਜੇ ਆਪਾਂ ਇਹ ਕਥਾ ਕਵੀ ਸੰਤੋਖ ਸਿੰਘ ਦੀ ਕਰਦੇ ਨਾ, ਜੋ ਨਾਨਕ ਪ੍ਰਕਾਸ਼, ਤੇ ਉਹਦੇ ਲਈ ਸਮਾਂ ਕਾਫੀ ਦਾਸ ਤੋਂ ਮਹਾਰਾਜ ਨੇ ਸੇਵਾ ਲਈ ਸੀਗੀ। ਗੁਰਦੁਆਰਾ ਸ਼ਹੀਦਾਂ ਮਾਲਪੁਰ ਦੇ ਵਿੱਚ ਸਾਲ ਲੱਗ ਗਿਆ ਸੀ, ਕਰੀਬ ਸਮਾਂ ਲੱਗ ਜਾਂਦਾ ਭਾਈ। ਇਤਿਹਾਸ ਲੰਮਾ ਨਾ, ਤੇ ਇਤਿਹਾਸ ਇਹ ਵੀ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਆਪਾਂ ਵਾਰਤਕ ਰੂਪ ਦੇ ਵਿੱਚ ਕਰੀ ਜਾਂਦੇ ਆ। ਹੈ ਸਾਰਾ ਇਤਿਹਾਸ ਇਦਾਂ ਹੀ ਆ, ਪਰ ਉਹਦੇ ਵਿੱਚ ਤੇ ਮੈਂ ਦੱਸਿਆ ਮੁੱਠੀ ਭਰ ਭਰ ਕੇ ਕਵੀ ਸੰਤੋਖ ਸਿੰਘ ਨੇ ਕਿੱਥੋਂ ਕਿਵੇਂ 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 ਸਾਰਾ ਕੁਝ। ਆ ਹੁਣ ਮੈਂ ਵਿਦਾਂਤ ਦੀ ਵਿਚਾਰ ਤੁਹਾਡੇ ਨਾਲ ਇੰਨੀ ਸਾਂਝੀ ਕੀਤੀ, ਪਰ ਜੇ ਉੱਥੇ ਆਪਾਂ ਵਿਚਾਰ ਕਰਾਂਗੇ ਤਾਂ 2 ਦਿਨ ਇੱਥੇ ਲੱਗ ਜਾਣੇ ਸਮਾਗਮ ਤੇ। ਪਰ ਇੰਨਾ ਵੀ ਗੁਰੂ ਨਾਨਕ ਦੇਵ ਮਹਾਰਾਜ ਨੇ ਸ਼ਿਵ ਜਿਹੜਾ ਉਹ ਰਾਜਾ ਸੀਗਾ ਨਾ ਸ਼ਿਵਨਾਬ, ਉਹਦਾ ਉद्धार ਕਰ ਦਿੱਤਾ। ਗੁਰੂ ਨਾਨਕ ਦੇ ਮਰਜ਼ ਕੋਲੇ ਬੇਅੰਤ ਸੰਗਤਾਂ ਆ ਕੇ ਨਕਮਸਤਕ ਹੁੰਦੀਆਂ, ਧਰਮਸ਼ਾਲਾ ਬਣਾਈ ਗਈ, ਨਾਮ ਬਾਣੀ ਦਾ ਉਪਦੇਸ਼ ਚੱਲਦਾ। ਇੱਥੋਂ ਸਤਿਗੁਰੂ ਕਿਵੇਂ ਅੱਗੇ ਜਾਂਦੇ ਆ, ਉਹ ਅਗਲਾ ਇਤਿਹਾਸ ਆਪਾਂ ਵਿਚਾਰਾਂਗੇ। ਵਾਹਿਗੁਰੂ ਜੀ ਕਾ ਖਾਲਸਾ।